ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਉੱਥੇ ਲਿਖੀਆਂ ਨੇ ਤੇ ਕੋਈ ਐਸੀ ਗੱਲ ਨਹੀਂ। ਤੇ ਮੈਨੂੰ ਵੇਖ ਲੈਣ ਦਿਓ। ਵਿਊ ਆਲ ਫੋਟੋਜ਼ ਸਹੀ ਹੈ ਜੀ। ਤੇ ਨਾ ਅਸੀਂ ਫਿਰ ਮੈਂ ਹਿਸਾਬ ਲਾਇਆ ਕਿ ਕ੍ਰਿਸਚੈਨਿਟੀ ਦੀ ਗੱਲ ਕਰਨੇ, ਕਿਹੜੇ ਇਹਨੂੰ ਕੰਡੇ ਲੱਗੇ ਨੇ ਬਈ ਕ੍ਰਿਸਚੈਨਿਟੀ ਨੂੰ। ਅਸੀਂ ਇਹ 72 ਗੁੰਮਰਾਹ ਜਨੇਵੇਂ ਫਿਰਕਿਆਂ ਦੇ ਪਿੱਛੇ ਪਏ ਰਹਿੰਦੇ ਆ, ਇਹਨਾਂ ਨੂੰ ਥੋੜੀ ਦੇਰ ਸਕੂਨ ਦਈਏ ਤੇ ਅਸੀਂ ਜ਼ਰਾ ਕ੍ਰਿਸਚੈਨਿਟੀ ਵੇਖੀਏ ਕੀ ਬਲਾ ਹੈ, ਇਹਨਾਂ ਦੇ ਅਕੀਦੇ ਕੀ ਨੇ, ਤਾਂ ਕਿ ਇਹ ਜਿਹੜੀ ਬਕਵਾਸ ਕਰਦੇ ਨੇ ਉਹਦੇ ਜਵਾਬ 'ਚ ਕਮ ਅਜ਼ ਕਮ ਅਸੀਂ ਲੋਕਾਂ ਨੂੰ ਹਕੀਕਤ ਦੱਸੀਏ ਨਾ। ਅਸੀਂ ਇੰਨਾ ਅੰਗਰਾ ਨਹੀਂ ਕਿ ਯਸੂ ਦਾ ਕਾਰਟੂਨ ਬਣਾ ਕੇ ਤੇ ਉੱਤੇ ਲਿਖ ਦਈਏ ਕਿ ਇਹ ਹਰਾਮਜ਼ਾਦਿਆਂ ਦੀ ਨਸਲ 'ਚ ਸੀ। ਸਾਨੂੰ ਜ਼ਰੂਰਤ ਹੀ ਨਹੀਂ, ਬਾਈਬਲ 'ਚ ਇਹ ਗੱਲ ਲਿਖੀ ਹੈ, ਲੇਕਿਨ ਸਾਨੂੰ ਇਹ ਜ਼ਰੂਰਤ ਨਹੀਂ ਕਿ ਅਸੀਂ ਉਹਦੇ ਕਾਰਟੂਨ ਬਣਾਉਂਦੇ ਫਿਰੀਏ। ਇਹ ਸਹੀ ਬਣਾਉਣ ਕਾਰਟੂਨ। ਉਹ ਸਮਝਦੇ ਨੇ ਯਸੂ ਨੇ ਖੁਦਕੁਸ਼ੀ ਕੀਤੀ ਤੇ ਸਾਡੇ ਗੁਨਾਹ ਰਹਿ ਗਿਆ। ਇਹਨਾਂ ਵਾਸਤੇ ਹਰ ਗੁਨਾਹ ਕਰਨਾ ਹੀ ਜਾਇਜ਼ ਹੋ ਗਿਆ ਹੈ। ਇਹ ਜ਼ਨਾ ਕਰਨ, ਹਰਾਮਜ਼ਾਦੇ ਬੱਚੇ ਪੈਦਾ ਕਰਨ, ਜੋ ਮਰਜ਼ੀ ਕਰਨ, ਇਹਨਾਂ ਨੂੰ ਲੱਗਦਾ ਕਿ ਇਹਨਾਂ ਵਾਸਤੇ ਜਾਇਜ਼ ਹੈ, ਲੇਕਿਨ ਅਸੀਂ ਤੇ ਨਹੀਂ ਇਹ ਮੰਨਦੇ ਨਾ। ਇਸ ਵਾਸਤੇ ਅਸੀਂ ਇਹ ਕੰਮ ਨਹੀਂ ਕਰਨ ਲੱਗੇ। ਅਸੀਂ ਜਿਸ ਤਰ੍ਹਾਂ ਇਹ ਕਾਰਟੂਨ ਬਣਾਉਂਦੇ ਨੇ ਜਾਂ ਉੱਤੇ ਤਸਵੀਰਾਂ ਵਿਗਾੜਦੇ ਨੇ, ਉਹਦੇ ਬਾਰੇ 'ਚ ਬਦਜ਼ੁਬਾਨੀ ਕਰਦੇ ਨੇ, ਅਸੀਂ ਉਹ ਕੰਮ ਨਹੀਂ ਕਰਨਾ। ਅਸੀਂ ਸਿਰਫ ਇਹ ਵੇਖ ਕੇ ਹਾਂ ਇਹਨਾਂ ਦੇ ਅਕਾਇਦ ਅਸੀਂ ਵਹਾਵਾਂਗੇ ਤੇ ਉਹਦੇ ਬਾਰੇ 'ਚ ਜਿਹੜੀ ਸਾਡੇ ਕੋਲ ਮਾਲੂਮਾਤ ਹੈ ਉਹ ਅਸੀਂ ਬਾਈਬਲ ਦੇ ਹਵਾਲੇ ਨਾਲ ਦਿਆਂਗੇ। ਜਿਹੜੀ ਗੱਲ ਕਰਾਂਗੇ ਬਾਈਬਲ ਦਾ ਹਵਾਲਾ ਦਿਆਂਗੇ। ਹਵਾਲਾ ਗਲਤ ਹੋਏ, ਉਹਦਾ ਮਤਲਬ ਜਿਹੜਾ ਹੈ ਉਹ ਇਹ ਸਾਨੂੰ ਕਹਿਣ ਕਿ ਇਹ ਮਤਲਬ ਸਹੀ ਹੈ ਤੇ ਇਹ ਮਤਲਬ ਸਹੀ ਨਹੀਂ, ਉਹ ਵੀ ਅਸੀਂ ਵੇਖਾਂਗੇ। ਅਸੀਂ ਜਿਹੜੀ ਗੱਲ ਕਰਾਂਗੇ ਉਹਦਾ ਸਬੂਤ ਦਿਆਂਗੇ। ਯਾਨੀ ਕਿ ਜੇ ਅਸੀਂ ਕਹਿੰਦੇ ਆ ਕਿ ਬਾਈਬਲ ਜਿਹੜੀ ਹੈ ਉਹਦੇ 'ਚ ਇਹ ਖਰਾਬੀ ਹੈ ਜਾਂ ਕ੍ਰਿਸਚਨ ਅਕਾਇਦ 'ਚ ਇਹ ਕਾਬਲੇ ਇਤਰਾਜ਼ ਗੱਲ ਹੈ ਤੇ ਅਸੀਂ ਜਨਾਬ ਉਹ ਪੇਸ਼ ਕਰਾਂਗੇ। ਤੇ ਜੇ ਸਾਡੇ 'ਚ ਵੀ ਉਹ ਪਾਈ ਜਾਏ ਖਰਾਬੀ, ਯਾਨੀ ਇਸਲਾਮ ਵਿੱਚ, ਅਹਿਮਦੀਅਤ ਵਿੱਚ, ਸਾਡੇ ਕਿਸੇ ਅਕਾਇਦ ਵਿੱਚ, ਕੱਲ ਵੀ ਆਇਆ ਕ੍ਰਿਸਚਨ ਤੇ ਉਹ ਜ਼ਾਤੀ ਹਮਲੇ ਜ਼ਿਆਦਾ ਕਰਦਾ ਸੀ ਤੇ ਗੱਲ ਘੱਟ ਕਰਦਾ ਸੀ। ਇਹ ਜੀ ਤੁਸੀਂ ਜਾਹਲ ਹੋ, ਤੁਸੀਂ ਫਿਤਨਾਬਾਜ਼ ਹੋ। ਮੈਂ ਉਹਨੂੰ ਕਿਹਾ ਭਾਈ ਜ਼ਾਤੀ ਕਮੈਂਟ ਨਾ ਕਰੋ, ਮਤਲਬ ਤੁਸੀਂ ਆਪਣੇ ਦਲਾਇਲ ਪੇਸ਼ ਕਰੋ। ਅਸੀਂ ਵੀ ਤੁਹਾਡੇ ਤੇ ਜ਼ਾਤੀ ਕਮੈਂਟ ਨਹੀਂ ਕਰਦੇ ਕਿ ਸਾਈ ਚੂੜੇ ਨੇ, ਇਹ ਤੇ ਚੂੜਿਆਂ ਦੀ ਨਸਲ 'ਚੋਂ ਆਏ ਨੇ। ਸਾਨੂੰ ਜ਼ਰੂਰਤ ਹੀ ਨਹੀਂ ਵੀ ਜ਼ਾਤੀ ਕਮੈਂਟ ਜਿਹੜਾ ਨਾ ਉਹਦੀ ਕਰਨ ਦੀ ਜ਼ਰੂਰਤ ਨਹੀਂ। ਜਿਹਦੇ ਕੋਲ ਦਲੀਲ ਹੈ ਉਹਨੂੰ ਜ਼ਾਤੀ ਕਮੈਂਟ ਕਰਨ ਦੀ ਕੀ ਲੋੜ ਹੈ। ਜਿਹਦੇ ਪੱਲੇ ਕੱਖ ਵੀ ਨਹੀਂ, ਉਹ ਕਦੀ ਗਾਲਾਂ ਪਾ ਕੱਢੇਗਾ, ਕਦੀ ਤਸਵੀਰਾਂ ਐਡਿਟ ਕਰੇਗਾ, ਕਦੀ ਕੁਛ ਕਰੇਗਾ ਤੇ ਕਦੀ ਕੁਛ ਕਰੇਗਾ। ਠੀਕ ਹੈ ਜੀ। ਤੇ ਰਿਸਪੈਕਟਫੁਲ ਇਹ ਨਹੀਂ ਹੈ, ਲੇਕਿਨ ਸਾਨੂੰ ਚਾਹੀਦਾ ਕਿ ਅਸੀਂ ਰਿਸਪੈਕਟਫੁਲ ਹੀ ਰਹੀਏ ਤੇ ਇਹਨਾਂ ਦੇ ਅਕਾਇਦ ਜਿਹੜੇ ਨੇ ਨਾ ਉਹ ਅਸੀਂ ਪੇਸ਼ ਕਰਾਂਗੇ। ਉਹ ਤੁਹਾਨੂੰ ਹੁਣ ਵਹਾਨੇ ਆ। ਕੱਲ ਜਿਹੜੀ ਗੱਲ ਹੋਣ ਰਹੀ ਸੀ ਉਹ ਸੀ ਕਿ ਯਸੂ ਨੂੰ ਲਾਨਤੀ ਕਿਹਾ ਪੌਲੁਸ ਨੇ। ਪੌਲੁਸ ਕੌਣ ਸੀ? ਪੌਲੁਸ ਜਿਹੜਾ ਹੈ ਨਾ ਉਹ ਇੱਕ ਯਹੂਦੀ ਸੀ ਜਿਨੇ ਯਹੂਦੀਆਂ ਈਸਾਈਆਂ ਨੂੰ, ਜਿਹੜੇ ਸ਼ੁਰੂ ਦੇ ਕ੍ਰਿਸਚਨ ਸਨ, ਉਹਨਾਂ ਨੂੰ ਬੜਾ ਕੁੱਟਿਆ, ਮਾਰਦਾ ਸੀ ਉਹਨਾਂ ਨੂੰ, ਜ਼ੁਲਮ ਕਰਦਾ ਸੀ ਉਹਨਾਂ ਤੇ। ਫਿਰ ਜਦੋਂ ਯਸੂ ਸਾਹਿਬ ਗਾਇਬ ਹੋ ਗਏ ਨੇ ਨਾ ਉੱਥੋਂ, ਕਿਧਰੇ ਸੱਜੇ ਖੱਬੇ ਹੋ ਗਏ ਨੇ, ਅਸਮਾਨਾਂ ਤੇ ਉਹ ਕੋ ਨਹੀਂ ਗਏ, ਕਿਉਂਕਿ ਇਹ ਸਾਬਤਸ਼ੁਦਾ ਚੀਜ਼ ਹੈ ਕਿ ਜਿਹੜੇ ਅਸਮਾਨਾਂ ਤੇ ਜਾਣ ਵਾਲੇ ਪਹਿਰੇ ਨੇ ਉਹ ਇਹਨਾਂ ਨੇ ਈਸਾਈਆਂ ਨੇ ਫਰਾਡ ਕਰਕੇ, ਧੋਖੇਬਾਜ਼ੀ ਨਾਲ ਬਾਅਦ ਚੋਂ ਵਿੱਚ ਵਾੜੇ ਨੇ। ਤੇ ਇਹ ਸਾਰੀਆਂ ਚੀਜ਼ਾਂ ਦਾ ਸਬੂਤ ਅਸੀਂ ਵਕਤਨ ਫਵਕਤਨ ਤੁਹਾਨੂੰ ਦਿੰਦੇ ਰਹਾਂਗੇ, ਕੋਈ ਐਸੀ ਗੱਲ ਨਹੀਂ। ਤੇ ਇਹ ਜਨਾਬ ਈਸਾਈਆਂ ਦੀ ਕਿਤਾਬ ਹੈ, ਠੀਕ ਹੈ, ਜਿਹਨੂੰ ਈਸਾਈ ਮੰਨਦੇ ਨੇ। ਤੇ ਅਕਸਰੋ ਬੇਸ਼ਤਰ ਜ਼ਮਾਨੇ ਤੱਕ ਈਸਾਈ ਪੁਰਾਣੇ ਅਹਿਦਨਾਮੇ ਨੂੰ ਕੋਈ ਨਹੀਂ ਸਨ ਮੰਨਦੇ। ਉਹ ਕਹਿੰਦੇ ਹਨ ਯਸੂ ਨੇ ਆ ਕੇ ਪੁਰਾਣਾ ਅਹਿਦਨਾਮਾ ਜਿਹੜਾ ਮਨਸੂਖ ਕਰ ਦਿੱਤਾ ਹੈ, ਹੁਣ ਅਸੀਂ ਸਿਰਫ ਨਵਾਂ ਅਹਿਦਨਾਮਾ ਪੜ੍ਹਨਾ ਹੈ। ਬਾਜ਼ ਬਾਈਬਲਾਂ ਦੇ ਵਿੱਚ ਪੁਰਾਣਾ ਅਹਿਦਨਾਮਾ ਹੁੰਦਾ ਹੀ ਨਹੀਂ, ਸਿਰਫ ਨਵਾਂ ਅਹਿਦਨਾਮਾ ਹੁੰਦਾ। ਲੇਕਿਨ ਵਕਤ ਦੇ ਨਾਲ ਨਾਲ ਜਦੋਂ ਯਹੂਦੀਆਂ ਨੇ ਤਰੱਕੀ ਕੀਤੀ ਹੈ ਹੁਣ, ਤੇ ਬਾਜ਼ ਈਸਾਈ ਵੀ ਯਹੂਦੀ ਬਣ ਕੇ ਤੇ ਹੁਣ ਆਪਣਾ ਯਹੂਦੀਆਂ 'ਚ ਰਲਣ ਦੀ ਕੋਸ਼ਿਸ਼ ਪਾ ਕਰਦੇ ਨੇ। ਜਦੋਂ ਦਾ ਯਹੂਦੀਆਂ ਨੂੰ ਮੁਲਕ ਮਿਲਿਆ ਨਾ, ਉਦੋਂ ਦੀ ਇਹਨਾਂ ਨੂੰ ਯਹੂਦੀਆਂ ਦੀ ਅਹਿਮੀਅਤ ਨਜ਼ਰ ਆਉਣ ਲੱਗ ਪਈ ਹੈ। ਉਸ ਤੋਂ ਪਹਿਲਾਂ ਈਸਾਈ ਯਹੂਦੀਆਂ ਤੇ ਇੰਨਾ ਜ਼ੁਲਮ ਇਹਨਾਂ ਨੇ ਕੀਤਾ, 6 ਲੱਖ ਯਹੂਦੀ ਉਹਨਾਂ ਨੇ ਕਤਲ ਕੀਤਾ ਕਿ ਇਹਨੇ ਸਾਡਾ ਖੁਦਾ ਮਾਰਿਆ। ਮਾਰਟਨ ਲੂਥਰ ਜਿਹੜਾ ਪ੍ਰੋਟੈਸਟੈਂਟਾਂ ਦਾ ਪਿਓ ਹੈ ਨਾ, ਜਰਮਨ ਜਿਹੜਾ ਸੀ, ਜਿਹਨੇ ਜਰਮਨ 'ਚ ਟ੍ਰਾਂਸਲੇਸ਼ਨ ਕੀਤਾ ਸੀ, ਜਿਹਦੇ ਤੋਂ ਇਹ ਪ੍ਰੋਟੈਸਟੈਂਟਿਜ਼ਮ ਸ਼ੁਰੂ ਹੋਇਆ ਹੈ, ਉਹ ਤੇ ਕਹਿੰਦਾ ਸੀ ਮੇਰਾ ਬਸ ਚੱਲੇ ਤੇ ਮੈਂ ਸਾਰੇ ਯਹੂਦੀਆਂ ਨੂੰ ਸਮੁੰਦਰ 'ਚ ਗਰਕ ਕਰਦਿਆਂ ਇਹਨਾਂ ਨੇ ਸਾਡੇ ਮਸੀਹ ਨੂੰ ਕਤਲ ਕੀਤਾ ਸੀ, ਕਤਲ ਕਰਵਾਇਆ ਸੀ। ਇਹ ਮਾਰਟਨ ਲੂਥਰ ਦਾ ਕੌਲ ਹੈ। ਉਹਦੀਆਂ ਵੀ ਤਫਸੀਲਾਂ ਤੁਹਾਨੂੰ ਕਿਸੇ ਵੇਲੇ ਵਹਾਵਾਂਗੇ ਕਿ ਉਹ ਕੀ ਕਹਿੰਦਾ ਸੀ। ਅਸੀਂ ਤੇ ਜਿਹੜੀ ਗੱਲ ਕਰਨੀ ਅਸੀਂ ਕੋਟ ਕਰਨਾ। ਅਸੀਂ ਤੇ ਗਲਤ ਸਮਝਦੇ ਕਿਸੇ ਵੀ ਇਨਸਾਨ ਨੂੰ ਬੇਵਜ੍ਹਾ ਉਹਦੇ ਤੇ ਜ਼ੁਲਮ ਕਰਨਾ ਜਿਹੜਾ ਉਹ ਜ਼ੁਲਮ ਹੈ। ਲੇਕਿਨ ਈਸਾਈ ਕਰਦੇ ਰਹੇ ਨੇ। ਸਾਰੇ ਕ੍ਰਿਸਚਨ ਮੁਲਕਾਂ ਦੇ ਵਿੱਚ ਯਹੂਦੀਆਂ ਨਾਲ ਜ਼ੁਲਮ ਹੁੰਦਾ ਸੀ ਤੇ ਨਸ ਕੇ ਮੁਸਲਮਾਨ ਮੁਲਕਾਂ 'ਚ ਆਉਂਦੇ ਹੁੰਦੇ ਸਨ। ਜਦੋਂ ਦਾ ਯਹੂਦੀਆਂ ਨੂੰ ਮੁਲਕ ਮਿਲਿਆ, ਈਸਾਈਆਂ ਦੀ ਖਾਰਿਸ਼ ਬਦਲ ਗਈ। ਇਹ ਯਹੂਦੀ ਆਪਣੇ ਆਪ ਨੂੰ ਬਣਾਉਣਾ ਚਾਹੁੰਦੇ ਨੇ। ਹੁਣ ਪੁਰਾਣਾ ਅਹਿਦਨਾਮਾ ਵੀ ਵਿੱਚ ਸ਼ਾਮਲ ਕਰ ਲੈਂਦੇ ਨੇ। ਅੱਜ ਕੱਲ ਤੇ ਕਈ ਆਪਣੇ ਆਪ ਨੂੰ ਯਹੂਦੀ ਈਸਾਈ ਕਹਿੰਦੇ ਨੇ, ਮਸੀਆਨਿਕ ਜਿਊਜ਼, ਕਿ ਅਸੀਂ
ਕ੍ਰਿਸਚੀਅਨ ਯਹੂਦੀ ਆ, ਬੱਲੇ ਇਹ ਨਵੇਂ ਚਲੇ ਨੇ, ਪਹਿਲਾਂ ਕੋਈ ਨਹੀਂ ਸਨ ਹੁੰਦੇ। ਤੇ ਬਹਰਹਾਲ ਤੇ ਇਹ ਜਿਹੜੇ ਕੱਲ ਆ ਕੇ ਇੱਥੇ ਭੌਂਕਦੇ ਪਾਂਕਦੇ ਰਹੇ ਨੇ, ਇਹ ਵੀ ਉਹਨਾਂ ਕ੍ਰਿਸਚੀਅਨ ਯਹੂਦੀਆਂ 'ਚ ਸ਼ਾਮਲ ਨੇ। ਤੇ ਜ਼ਾਹਰੀ ਗੱਲ ਹੈ ਕਿ ਪੀੜ ਇਹਨਾਂ ਨੂੰ ਬੜੀ ਸਖਤ ਉੱਠਦੀ ਹੈ ਜਦੋਂ ਇਹਨਾਂ ਦੇ ਹਕਾਇਕ ਲੋਕਾਂ ਨੂੰ ਦੱਸੇ ਜਾਂਦੇ ਨੇ, ਬਾਈਬਲ ਦੀ ਹਕੀਕਤ ਲੋਕਾਂ ਨੂੰ ਦੱਸੀ ਜਾਂਦੀ ਹੈ। ਤੇ ਇਹ ਕੱਲ ਵੀ ਇਹਦਾ ਤਾਰਫ ਕਰਵਾਇਆ ਸੀ। ਇਹ ਪਹਿਲੀਆਂ 5 ਕਿਤਾਬਾਂ ਨੇ, ਇਹ ਪੁਰਾਣਾ ਅਹਿਦਨਾਮਾ ਹੈ। ਪਹਿਲੀਆਂ 5 ਕਿਤਾਬਾਂ ਨੂੰ ਕਹਿੰਦੇ ਨੇ ਮੂਸਾ ਦੀਆਂ ਕਿਤਾਬਾਂ, ਤੋਰਾ ਵੀ ਇਹਨੂੰ ਕਹਿੰਦੇ ਨੇ, ਤਨਾਖ ਵੀ ਇਹਨੂੰ ਕਹਿੰਦੇ ਨੇ। ਫਿਰ ਯਸ਼ੂ, ਕੁਜ਼ਾਤ, ਰੂਤ, ਇਹ 3 ਕਿਤਾਬਾਂ ਨੇ। ਫਿਰ ਇਹ ਤਾਰੀਖ ਦੀਆਂ ਕਿਤਾਬਾਂ ਨੇ, ਸੈਮੂਅਲ 1-2, ਸਲਾਤੀਨ 1-2, ਤਵਾਰੀਖ 1-2। ਇਹਨਾਂ 'ਚ ਬੇਸ਼ੁਮਾਰ ਇਹ ਇੱਕੋ ਵਕਤ ਦੀਆਂ ਮੁਖਤਲਿਫ ਤਾਰੀਖਾਂ ਨੇ, ਯਾਨੀ ਕਿ ਇੱਕ ਤਾਰੀਖ ਤਬਰੀ ਹੈ ਤੇ ਇੱਕ ਤਾਰੀਖ ਇਬਨ ਕਸੀਰ ਹੈ, ਇੰਜ ਸਮਝ ਲਓ। ਤੇ ਉਹ ਇਹਨਾਂ ਨੇ ਇੱਕੋ ਕਿਤਾਬ 'ਚ ਇਕੱਠਾ ਕਰਕੇ ਕਿਹਾ ਇਹ ਸਾਰਾ ਅੱਲਾ ਦਾ ਕਲਾਮ ਹੈ। ਜਿਵੇਂ ਕੋਈ ਪਾਗਲ ਤਾਰੀਖ ਤਬਰੀ, ਤਾਰੀਖ ਇਬਨ ਕਸੀਰ ਇਕੱਠੀ ਕਰਕੇ ਇੱਕ ਜਗ੍ਹਾ ਤੇ ਕਹਿ ਦੇ ਆ ਜੀ ਅੱਲਾ ਦਾ ਕਲਾਮ ਹੈ। ਤੇ ਜ਼ਾਹਰੀ ਗੱਲ ਹੈ ਕਿ ਇਨਸਾਨਾਂ ਦਾ ਕਲਾਮ, ਇਨਸਾਨਾਂ ਦੇ ਕਲਾਮ ਤੇ ਅੱਲਾ ਦੇ ਕਲਾਮ 'ਚ ਬੇਸ਼ੁਮਾਰ ਫਰਕ ਹੁੰਦਾ, ਉਹਦੇ 'ਚ ਤਜ਼ਾਦ ਹੋਏਗਾ। ਇੱਕ ਕਿਧਰੇ ਕੁਛ ਗੱਲ ਲਿਖੀ ਹੋਏਗੀ, ਕਿਧਰੇ ਕੁਛ ਗੱਲ ਲਿਖੀ ਹੋਏਗੀ, ਠੀਕ ਹੈ। ਤੇ ਇਹ ਜਨਾਬ ਇਹਨਾਂ ਤਾਰੀਖਾਂ 'ਚ ਬੇਸ਼ੁਮਾਰ ਇਖਤਲਾਫ ਹੈ, ਕਿਧਰੇ ਕੁਛ ਲਿਖਿਆ, ਕਿਧਰੇ ਕੁਛ ਲਿਖਿਆ, ਕਿਧਰੇ ਕੁਛ ਲਿਖਿਆ। ਤੇ ਇਹਨਾਂ ਦਾ ਖੁਦਾ ਜੇ ਇਲਹਾਮ ਕਰਨ ਡਿਆ ਤੇ ਉਹ ਝੂਠਾ ਖੁਦਾ ਹੈ, ਕਿਉਂਕਿ ਸੱਚਾ ਖੁਦਾ ਜਿਹੜਾ ਉਹ ਮੁਖਤਲਿਫ ਲੋਕਾਂ ਨੂੰ ਇੱਕੋ ਹੀ ਵਾਕਿਏ ਦੇ ਬਾਰੇ 2 ਮੁਖਤਲਿਫ ਗੱਲਾਂ ਨਹੀਂ ਦੱਸ ਸਕਦਾ। ਸਾਫ਼ ਪਤਾ ਲੱਗਦਾ ਜਾਂ ਤੇ ਇਨਸਾਨਾਂ ਦਾ ਲਿਖਿਆ ਹੋਇਆ ਕਲਾਮ ਹੈ ਜਾਂ ਇਫਰਾਡ ਹੈ। ਇਹਦੇ ਅੱਗੇ ਹੈ ਅਜ਼ਰਾ, ਨਹਿਮੀਆ, ਅਸਤਰ, ਅਯੂਬ, ਇਹ ਹੁਣ ਨਬੀਆਂ ਦੀਆਂ ਕਿਤਾਬਾਂ ਨੇ, ਠੀਕ ਹੈ। ਜ਼ਬੂਰ, ਅਮਸਾਲ, ਵਾਜ਼ ਵਗੈਰਾ ਵਗੈਰਾ, ਇਹ ਮਲਾਕੀ ਤੱਕ, ਇੱਥੋਂ ਤੱਕ ਪੁਰਾਣੇ ਅਹਿਦਨਾਮੇ 44 ਕਿਤਾਬਾਂ ਨੇ। ਪ੍ਰੋਟੈਸਟੈਂਟ ਬਾਈਬਲ ਵਿੱਚ ਜਿਹੜੇ ਰੋਮਨ ਕੈਥੋਲਿਕ ਬਾਈਬਲ ਹੈ, ਜਿਹੜੀ 1000 ਸਾਲ ਤੱਕ ਦੁਨੀਆ ਦੀ ਕ੍ਰਿਸਚੀਅਨਿਟੀ ਦੇ ਉੱਤੇ ਸਭ ਤੋਂ ਜ਼ਿਆਦਾ ਉਹਨਾਂ ਦੀ ਤਾਦਾਦ ਰਹੀ ਹੈ, ਉਹਨਾਂ ਦੀ ਵਜ੍ਹਾ ਤੋਂ ਦੁਨੀਆ 'ਚ ਕ੍ਰਿਸਚੀਅਨਿਟੀ ਫੈਲੀ ਹੈ। ਤੇ ਅੱਜ ਇਹ ਜਿਹੜੇ ਪ੍ਰੋਟੈਸਟੈਂਟ ਸਾਈ ਕਹਿੰਦੇ ਨੇ ਇਹ ਤੇ ਹਾਈ ਕੱਖ ਨਹੀਂ, ਇਹ ਤੇ ਸਾਈ ਨਹੀਂ ਹੈ, ਅਸੀਂ ਸਹੀ ਸਾਈ ਹਾਂ, ਇਹ ਤੇ ਬੁੱਤ ਪ੍ਰਸਤ ਨੇ, ਇਹ ਤੇ ਦਹਿਸ਼ਤ, ਇਹ ਤੇ ਮਤਲਬ ਮੁਸ਼ਰਕ ਨੇ। ਇਹ ਜਿਹੜੇ ਪ੍ਰੋਟੈਸਟੈਂਟ ਸਾਈ ਨੇ ਉਹ ਇਹਨਾਂ ਨੂੰ ਕਹਿੰਦੇ ਨੇ। ਉਹਨਾਂ ਦੇ ਵਿੱਚ ਮਜ਼ੀਦ ਕਿਤਾਬਾਂ ਨੇ, ਉਹ ਵੀ ਮੈਂ ਤੁਹਾਨੂੰ ਵਹਾਨਾ ਵਾ, ਜਿਹੜੀਆਂ ਹੁਣ ਇਹ ਸਾਈ ਨਹੀਂ ਮੰਨਦੇ ਕਿ ਇਹ ਖੁਦਾ ਦਾ ਕਲਾਮ ਨਹੀਂ, ਉਹਨਾਂ ਨੂੰ ਇਹ ਆਪੋਕ੍ਰਿਫਾ ਕਹਿੰਦੇ ਨੇ, ਠੀਕ ਹੈ ਜੀ। ਇਹ ਨਵਾਂ ਅਹਿਦਨਾਮਾ ਹੈ। ਇਹਦੀਆਂ ਪਹਿਲੀਆਂ 4 ਕਿਤਾਬਾਂ ਮਤੀ, ਮਰਕਸ, ਲੂਕਾ, ਯੂਹੰਨਾ ਜਿਹੜੀਆਂ ਨੇ, ਇਹ ਯਸੂع ਦੀ ਜ਼ਿੰਦਗੀ ਦੇ ਮੁਖਤਸਰ ਹਾਲਾਤ ਨੇ। ਤੇ ਇਹ ਸਾਰੀਆਂ ਨੂੰ ਇਹ ਇਲਹਾਮੀ ਕਿਤਾਬ ਮੰਨਦੇ ਨੇ, ਠੀਕ ਹੈ ਜੀ, ਕਿ ਇਹ ਜੀ ਰੂਹੁਲ ਕੁਦਸ ਦੀ ਤਾਈਦ ਨਾਲ ਲਿਖੀਆਂ ਗਈਆਂ ਨੇ। ਲੇਕਿਨ ਇਹਨਾਂ 'ਚ ਵੀ ਇਖਤਲਾਫ ਹੈ। ਮਤੀ, ਮਰਕਸ, ਲੂਕਾ, ਯੂਹੰਨਾ ਇੱਕ ਹੀ ਵਕਤ ਦੀਆਂ ਮੁਖਤਲਿਫ ਕਹਾਣੀਆਂ ਨੇ, ਇਹਨਾਂ 'ਚ ਵੀ ਆਪਸ 'ਚ ਇਖਤਲਾਫ ਪਾਇਆ ਜਾਂਦਾ ਹੈ, ਜਿਹਦੇ ਨਾਲ 100% ਸਾਬਤ ਹੁੰਦਾ ਕਿ ਅੱਲਾ ਦਾ ਕਲਾਮ ਨਹੀਂ, ਇਹ ਇਨਸਾਨਾਂ ਦਾ ਕਲਾਮ ਹੈ। ਤੇ ਇਹ ਤੁਹਾਨੂੰ ਹਕੀਕਤ ਇਹ ਦੱਸੀ ਹੈ ਕਿ ਮਤੀ, ਮਰਕਸ, ਲੂਕਾ, ਯੂਹੰਨਾ ਦੇ ਜਿਹੜੇ ਅਸਲ ਨੁਸਖੇ ਨੇ, ਉਹਨਾਂ ਦੇ ਉੱਤੇ ਕਿਸੇ ਲਿਖਣ ਵਾਲੇ ਦਾ ਨਾਂ ਨਹੀਂ ਲਿਖਿਆ, ਕੋਈ ਪਤਾ ਨਹੀਂ ਲਿਖਣ ਵਾਲਾ ਕੌਣ ਹੈ ਤੇ ਕੌਣ ਨਹੀਂ, ਠੀਕ ਹੋ ਗਿਆ। ਅੱਗੇ ਇਹਨਾਂ ਨੇ ਖੁਦ ਇਹਦਾ ਨਾਮ ਮਤੀ, ਮਰਕਸ, ਲੂਕਾ, ਯੂਹੰਨਾ ਰੱਖਿਆ ਕਿ ਸ਼ਾਇਦ ਇਹ ਮਤੀ ਦੀ ਹੋਏ, ਸ਼ਾਇਦ ਇਹ ਮਰਕਸ ਨੇ ਲਿਖਿਆ ਹੋਇਆ, ਸ਼ਾਇਦ ਇਹ ਲੂਕਾ ਨੇ ਲਿਖਿਆ, ਸ਼ਾਇਦ ਇਹ ਯੂਹੰਨਾ ਨੇ ਲਿਖਿਆ। ਸਭ ਤੋਂ ਪਹਿਲਾਂ ਮਰਕਸ ਲਿਖੀ ਗਈ ਹੈ, ਉਹਦੇ ਤੋਂ ਹੀ ਲੂਕਾ ਨੇ ਨਕਲ ਕੀਤਾ ਹੈ, ਉਹਦੇ ਤੋਂ ਹੀ ਮਤੀ ਨੇ ਨਕਲ ਕੀਤਾ ਹੈ। ਇਹ ਤਿੰਨੇ ਹੀ ਇੱਕ ਦੂਸਰੇ ਦੀਆਂ ਕਾਪੀਆਂ ਨੇ। ਸਭ ਤੋਂ ਪਹਿਲਾਂ ਮਰਕਸ, ਫਿਰ ਲੂਕਾ, ਫਿਰ ਮਤੀ। ਮਤੀ ਜਿਹੜਾ ਹੈ ਨਾ ਉਹ ਯਸੂع ਦਾ ਸ਼ਾਗਿਰਦ ਸੀ। ਜਿਹੜੇ 12 ਹਵਾਰੀ ਸਨ ਜਾਂ 12 ਸ਼ਾਗਿਰਦ, ਇਹ ਹਵਾਰੀ ਹਵੂਰੀ ਲਫ਼ਜ਼ ਜਿਹੜੇ ਨੇ ਇਹਨਾਂ ਦੇ ਬਾਰੇ 'ਚ ਇਹ ਸਾਈਆਂ ਨੇ ਮੁਸਲਮਾਨਾਂ ਦੀ ਨਕਲ ਕਰਕੇ ਬਣਾਏ ਨੇ ਤਾਂ ਕਿ ਇਹਨਾਂ ਨੂੰ ਭੁਲੇਖਾ ਲੱਗੇ। ਲੇਕਿਨ ਮਤੀ ਜਿਹੜਾ ਉਹ ਇੱਕ ਸ਼ਾਗਿਰਦ ਸੀ ਯਸੂع ਦਾ, ਯੂਹੰਨਾ ਵੀ ਸ਼ਾਗਿਰਦ ਸੀ, ਲੂਕਾ ਜਿਹੜਾ ਉਹ ਪੌਲਸ ਦਾ ਸ਼ਾਗਿਰਦ ਸੀ, ਪੌਲਸ ਫਰਾਡੀਆ ਜਿਹਦੀ ਵਜ੍ਹਾ ਤੋਂ ਸਾਰੇ ਅਕਾਇਦ ਖਰਾਬ ਹੋਏ ਨੇ। ਤੇ ਮਰਕਸ ਜਿਹੜਾ ਹੈ ਇਹ ਪਤਰਸ ਦਾ ਸ਼ਾਗਿਰਦ ਸੀ। ਯੂਹੰਨਾ ਜਿਹੜਾ ਹੈ ਇਹ ਬਾਈਬਲ, ਇਹ ਅੰਜੀਲ ਜਿਹੜੀ ਹੈ, ਅੰਜੀਲ ਇਹਦਾ ਨਾਂ ਇਹਨਾਂ ਨੇ ਰੱਖਿਆ ਹੈ, ਮੈਂ ਇਹਨੂੰ ਅੰਜੀਲ ਕਹਿਣਾ ਪਸੰਦ ਨਹੀਂ ਕਰਦਾ ਕਿਉਂਕਿ ਇਹ ਫਰਾਡ ਵਾਸਤੇ ਇਹਨਾਂ ਰੱਖਿਆ, ਧੋਖਾ ਦੇਣ ਵਾਸਤੇ ਇਹਨਾਂ ਨੇ ਇਹਦਾ ਨਾਂ ਅੰਜੀਲ ਰੱਖਿਆ ਹੈ। ਨਾਰਮਲੀ ਇਹਦਾ ਅੰਜੀਲ ਨਾਲ ਕੋਈ ਲੈਣਾ ਦੇਣਾ ਨਹੀਂ। ਇਹ ਬਾਜ਼ ਨਾਮਾਲੂਮ ਲੋਕਾਂ ਦੀਆਂ ਲਿਖੀਆਂ ਹੋਈਆਂ ਕਹਾਣੀਆਂ ਨੇ ਕਿ ਜਿਹਦਾ ਉਸ ਇੰਜੀਲ ਨਾਲ, ਜਿਹਦਾ ਕੁਰਾਨ 'ਚ ਜ਼ਿਕਰ ਹੈ, ਕੋਈ ਤਾਲੁਕ ਨਹੀਂ। ਉਸ ਇੰਜੀਲ ਤੋਂ ਮੁਰਾਦ ਹਜ਼ਰਤ ਈਸਾ अलैहिस्सलाम ਤੇ ਹੋਣ ਵਾਲੀ ਵਹੀ ਹੈ, ਉਹ ਇਹਦੇ ਵਿੱਚ ਹੋ ਵੀ ਸਕਦੀ ਹੈ, ਨਹੀਂ ਵੀ ਹੋ ਸਕਦੀ ਇਹਨਾਂ ਕਿਤਾਬਾਂ ਵਿੱਚ, ਠੀਕ ਹੈ ਜੀ। ਤੇ ਮਤੀ ਜਿਹੜਾ ਹੈ ਨਾ, ਮਤੀ, ਮਰਕਸ ਤੇ ਲੂਕਾ, ਇਹ ਇੰਜੀਲਾਂ ਇੱਕ ਦੂਸਰੇ ਤੋਂ ਕਾਪੀ ਹੋਈਆਂ ਨੇ ਜਾਂ ਇਹ ਕਹਾਣੀਆਂ ਇੱਕ ਦੂਸਰੇ ਤੋਂ ਕਾਪੀ ਹੋਈਆਂ ਨੇ। ਇਹ ਗੱਪਾਂ, ਗੋਸਪਲ ਇਹਨੂੰ ਕਹਿੰਦੇ ਨੇ, ਇਹ ਗੋਸਪਲ ਇੱਕ ਦੂਸਰੇ ਤੋਂ ਕਾਪੀ ਹੋਈਆਂ ਨੇ। ਇਹ ਯੂਹੰਨਾ ਬਹੁਤ ਦੇਰ ਬਾਅਦ, ਥੋੜੀ ਦੇਰ ਬਾਅਦ ਲਿਖੀ ਗਈ ਹੈ, ਕੁਝ ਸਾਲ ਬਾਅਦ। ਤੇ ਇਹ ਬਿਲਕੁਲ ਇਹਨਾਂ ਤਿੰਨਾਂ ਤੋਂ ਮੁਖਤਲਿਫ ਹੈ। ਇਹਦੇ ਵਿੱਚ ਕਈ ਨਵੇਂ ਤਸਵੁਰਾਤ ਪੇਸ਼ ਕੀਤੇ ਗਏ ਨੇ, ਇਹਨਾਂ 'ਚ ਪੇਸ਼ ਕੀਤੇ ਹੋਏ ਤਸਵੁਰਾਤ ਦਾ ਰੱਦ ਕੀਤਾ ਗਿਆ ਹੈ ਵਗੈਰਾ ਵਗੈਰਾ। ਅੱਗੇ ਵੀ ਰਸੂਲੋਂ ਕੇ ਕਮਾਲ ਹੈ, ਨਾਲ ਅੰਗਰੇਜ਼ੀ 'ਚ ਵੀ ਉਹਦਾ ਨਾਂ ਲਿਖਿਆ, ਐਕਟਸ ਆਫ ਅਪੋਸਟਲਸ ਜਾਂ ਰਸੂਲੋਂ ਕੇ ਅਮਾਲ। ਇਹਦੇ ਵਿੱਚ ਵੀ ਮੁਖਤਲਿਫ ਸ਼ਾਗਿਰਦਾਂ ਦੀ ਕਹਾਣੀ ਲਿਖੀ ਹੈ ਕਿ ਉਹ ਯਸੂع ਦੇ ਉੱਥੋਂ ਗਾਇਬ ਹੋਣ ਤੋਂ ਬਾਅਦ ਕੀ ਕਰਦੇ ਰਹੇ। ਸਭ ਤੋਂ ਜ਼ਿਆਦਾ ਇਹ ਵੀ ਲੂਕਾ ਨੇ ਲਿਖੀ ਹੈ, ਐਸੇ ਲੂਕਾ ਨੇ, ਇਹ ਲੂਕਾ ਦੀ ਕਹਾਣੀ ਲਿਖੀ ਹੈ, ਇਸੇ ਲੂਕਾ ਨੇ ਰਸੂਲੋਂ ਕੇ ਅਮਾਲ ਵੀ ਲਿਖੀ ਹੈ।
ਤੇ ਇਹਦੇ ਵਿੱਚ ਉਹਨੇ ਪੌਲਸ ਦੀਆਂ ਵਾਕਿਆਤ ਬਹੁਤ ਜ਼ਿਆਦਾ ਲਿਖੇ ਨੇ। ਅੱਗੇ ਵੇ ਰੋਮੀਓ, ਇਹ ਹੁਣ 14 ਖਤ ਨੇ ਪੌਲਸ ਦੇ, ਜਿਹੜੇ ਉਹਨੇ ਮੁਖਤਲਿਫ ਲੋਕਾਂ ਨੂੰ, ਮੁਖਤਲਿਫ ਇਲਾਕਿਆਂ ਨੂੰ ਜਾਂ ਮੁਖਤਲਿਫ ਲੋਕਾਂ ਨੂੰ ਲਿਖੇ ਨੇ। ਰੋਮੀਓ, ਕਰੰਥੀਓ, ਗਲੀਤੀਓ, ਅਫਸੀਓ, ਫਿਲਿਪੀਓ, ਕੁਲਸੀਓ, ਥਿਸਲ ਨੀਕੀਓ, ਤਿਥਿਮ, ਇਹ ਜਿਹੜੇ ਨੇ ਇਲਾਕਿਆਂ ਦੇ ਨਾਂ ਖਤ ਨੇ। ਫਿਰ ਅੱਗੇ ਤਿਥਿਮੁਸ ਜਾਂ ਤਿਮਥਿਉਸ ਤੇ ਤਿਤੁਸ ਤੇ ਫਿਲੀਮੋਨ, ਇਹ ਸਾਰੇ ਬੰਦਿਆਂ ਦੇ ਨਾਂ ਖਤ ਨੇ। ਤੇ ਇਹ ਇਬਰਾਨੀਓ, ਇਹ ਵੀ ਇਬਰਾਨੀਆਂ ਦੇ ਨਾਂ ਖਤ, ਯਾਨੀ ਯਹੂਦੀਆਂ ਦੇ ਨਾਂ ਖਤ। ਅੱਗੇ ਵੇ ਯਾਕੂਬ ਦਾ ਖਤ। ਯਾਕੂਬ ਦੇ ਬਾਰੇ ਚ ਕਿਹਾ ਜਾਂਦਾ ਹੈ ਕਿ ਇਹ ਯਸੂ ਦਾ ਭਰਾ ਸੀ ਤੇ ਯਸੂ ਤੋਂ ਬਾਅਦ ਜਿਹੜੇ ਤੌਹੀਦ ਪ੍ਰਸਤ ਅਸਲ ਯਸੂ ਦੇ ਅਕੀਦੇ ਤੇ ਕਾਇਮ ਲੋਕ ਸਨ, ਉਹਨਾਂ ਦਾ ਸਰਬਰਾਹ ਸੀ। ਕੀ ਸੀ ਜੀ? ਯਾਕੂਬ। ਜੇਮਸ ਇਹਦਾ ਨਾਂ ਲਿਖਿਆ। ਜੇਮਸ ਜਿਹੜਾ ਹੈ, ਜੇਮਸ ਹੈ ਤੇ ਯਾਕੂਬ ਕੀ ਹੈ ਫਿਰ? ਅੱਛਾ, ਬਹਰਹਾਲ ਹਾਂ, ਯਾਕੂਬ ਜੋਬ ਹੈ, ਸਹੀ। ਅੱਛਾ, ਯਾਕੂਬ ਜਿਹੜਾ ਹੈ ਉਹ ਕੀ ਸੀ ਜੀ? ਉਹ ਯਸੂ ਦਾ ਭਰਾ ਸੀ ਤੇ ਜਿਹੜੇ ਉਸ ਤੋਂ ਬਾਅਦ ਸਹੀ ਅਕੀਦੇ ਵਾਲੇ ਲੋਕ ਸਨ, ਉਹਨਾਂ ਦਾ ਸਰਬਰਾਹ ਸੀ। ਇਹ ਦੋ ਗਰੋਹ ਬਣ ਗਏ ਸਨ, ਇੱਕ ਪਲੂਸੀ ਤੇ ਇੱਕ ਯਾਕੂਬੀ। ਇਹ ਯਾਕੂਬੀ ਜਿਹੜੇ ਨੇ ਨਾ, ਉਹ ਅਸਲ ਯਸੂ ਦੇ ਅਕੀਦੇ ਨੂੰ ਤੇ ਕਾਇਮ ਸਨ, ਤੇ ਪਤਰਸ ਜਿਹੜਾ ਨਾ, ਉਹ ਵੀ ਯਾਕੂਬ ਦੇ ਅਕੀਦਿਆਂ ਦੇ ਨਾਲ ਮੁਤਫਿਕ ਸੀ। ਲੇਕਿਨ ਜਿਹੜਾ ਪੌਲਸ ਹੈ, ਉਹਨੇ ਵੱਖਰਾ ਪੌਲੂਸੀ ਅਕੀਦਾ ਬਣਾ ਲਿਆ ਸੀ ਕਿ ਯਸੂ ਸਲੀਬ ਤੇ ਸਾਡੇ ਵਾਸਤੇ ਮਰਿਆ ਹੈ, ਉਹ ਸਾਡੇ ਗੁਨਾਹ ਲੈ ਗਿਆ, ਆਪ ਲਾਨਤੀ ਹੋ ਗਿਆ, ਸ਼ਰੀਅਤ ਦੀ ਲਾਨਤ ਤੋਂ ਸਾਨੂੰ ਛੁਡਾਇਆ, ਵਗੈਰਾ ਵਗੈਰਾ ਵਗੈਰਾ। ਉਹ ਤੁਹਾਨੂੰ ਮਜ਼ੀਦ ਤਫਸੀਲ ਦੱਸਾਂਗੇ ਵਕਤ ਦੇ ਨਾਲ ਨਾਲ। ਅੱਗੇ ਲਿਖਿਆ ਹੈ ਕਿ ਯੂਹੰਨਾ, ਇਹ 3 ਖਤ ਨੇ। ਯੂਹੰਨਾ ਦਾ ਇਹ ਪਹਿਲਾ, ਦੂਸਰਾ, ਤੀਸਰਾ ਖਤ, ਤੇ ਯੂਹੰਨਾ ਦਾ ਮੁਕਾਸ਼ਫਾ। ਹੁਣ ਇਹ ਇੰਜ ਜ਼ਾਹਰ ਕੀਤਾ ਜਾਂਦਾ ਹੈ ਜਿਵੇਂ ਇਹ ਵਾਲਾ ਯੂਹੰਨਾ ਜਿਹਨੇ ਇਹ ਖਤ ਲਿਖੇ ਨੇ, ਇਹ ਮੁਕਾਸ਼ਫੇ ਵਾਲਾ ਯੂਹੰਨਾ, ਇਹ ਜਿਹੜੀ ਕਹਾਣੀ ਲਿਖਣ ਵਾਲਾ ਯੂਹੰਨਾ, ਇੱਕੋ ਹੀ ਬੰਦੇ ਨੇ। ਹਾਲਾਂਕਿ ਮੁਹੱਕਕਾਂ ਨੇ ਕਿਹਾ ਹੈ ਕਿ ਇਹ ਇੱਕ ਨਹੀਂ ਹੈ। ਖਤ ਲਿਖਣ ਵਾਲੇ ਦਾ ਅੰਦਾਜ਼ ਬਿਲਕੁਲ ਹੋਰ ਹੈ, ਉਹਦੇ ਤਸਵੁਰਾਤ ਹੋਰ ਨੇ, ਇਹ ਹੋਰ ਨੇ, ਤੇ ਇਹ ਜਿਹੜਾ ਹੈ ਇਹਨੂੰ ਤੇ ਅਕਸਰੋ ਬੇਸ਼ਤਰ ਲੋਕ ਇੱਕ ਗੱਪ ਸਮਝਦੇ ਨੇ। ਇਹ ਮੁਕਾਸ਼ਫੇ ਦਾ ਮਤਲਬ ਹੈ ਕਿ ਜਿਵੇਂ ਉਹਨੇ ਖਾਬ ਵੇਖਿਆ, ਲੇਕਿਨ ਉਹ ਇੰਨਾ 600-700 ਕਿਲੋਮੀਟਰ ਦਾ ਖਾਬ ਉਹਨੇ ਵੇਚ ਛੜਿਆ। ਉਹ ਕਹਿੰਦੇ ਨੇ ਯਾਰ ਇਹ ਕਹਾਣੀ ਕਿਸੇ ਨੇ ਲਿਖੀ ਹੈ, ਕੋਈ ਖਾਬ ਖੂਬ ਨਹੀਂ ਹੈ, ਨਾ ਹੀ ਮੁਕਾਸ਼ਫਾ ਹੈ। ਇਹ ਬੜੇ ਜ਼ਮਾਨਿਆਂ ਤੱਕ ਇਹਦੇ ਸ਼ਾਮਲ ਨਹੀਂ ਕੀਤਾ ਗਿਆ। ਅੱਜ ਵੀ ਕਈ ਇਲਾਕਿਆਂ ਦੀ ਬਾਈਬਲ ਵਿੱਚ ਇਹ ਸ਼ਾਮਲ ਹੈ ਨਹੀਂ। ਇਹਨਾਂ ਚੋਂ ਕਈ ਖਤ ਵੀ ਸ਼ਾਮਲ ਹੈ ਨਹੀਂ ਬਾਅਦ ਇਲਾਕਿਆਂ ਦੀ ਬਾਈਬਲ ਵਿੱਚ, ਯਾਨੀ ਕਿ ਕੋਈ ਇਹਨੂੰ ਮੰਨਦਾ, ਕੋਈ ਨਹੀਂ ਮੰਨਦਾ। ਲੇਕਿਨ ਪਾਕਿਸਤਾਨੀ ਜਿਹੜੇ ਪ੍ਰੋਟੈਸਟੈਂਟ ਭਾਈ ਨੇ, ਉਹ ਇਹਨੂੰ ਖੁਦਾ ਦਾ ਕਲਾਮ ਮੰਨਦੇ ਨੇ। ਹੁਣ ਕੱਲ ਜਿਹੜੀ ਗੱਲ ਹੋਣ ਡਈ ਸੀ, ਉਹਦੇ ਬਾਰੇ ਚ ਮੈਂ ਥੋੜੀ ਜੀ ਗੱਲ ਕਰਾਂ। ਇਹਦੇ ਚ ਹੁਣ ਸਰਚ ਦਾ ਥੋੜਾ ਜਿਹਾ ਨਿਜ਼ਾਮ ਬਣਾਇਆ ਹੈ ਕਿ ਇੱਥੇ ਤੁਸੀਂ ਮਸਲਨ ਲਾਨਤੀ ਲਿਖ ਕੇ ਸਰਚ ਕਰੋ ਤੇ ਤੁਹਾਨੂੰ ਉਹ ਮਿਲ ਜਾਏਗਾ, ਲਾਨਤੀ ਵਾਲੇ ਹਵਾਲੇ ਮਿਲ ਜਾਣਗੇ। ਲਾਨਤੀ ਲਿਖਿਆ ਤੇ ਇਹ ਵੇਖੋ, ਇਹ ਲਾਨਤੀ ਦਾ ਹਵਾਲਾ ਹੈ। ਇਹ ਗਲੀਤੀਆਂ ਦੇ ਨਾਂ ਖਾਤੇ, ਉਹ ਗੱਲਾਂ ਤੁਸੀਂ ਯਾਦ ਰੱਖਣੀਆਂ ਨੇ। ਤੁਹਾਨੂੰ ਇਹ ਗੱਲ ਬੁਨਿਆਦੀ ਪਤਾ ਹੋਣੀ ਚਾਹੀਦੀ ਹੈ ਤਾਂ ਕਿ ਤੁਹਾਨੂੰ ਪਤਾ ਹੈ ਕਿ ਹਵਾਲਾ ਲੱਭਣਾ ਕਿੰਜ। ਕਿ ਇਹ ਪੁਰਾਣਾ ਹਿਦਨਾਮਾ, ਇਹਦੀਆਂ 39 ਕਿਤਾਬਾਂ ਨੇ। ਇਹ ਨਵਾਂ ਹਿਦਨਾਮਾ, ਇਹਦੇ 27 ਤਹਰੀਰਾਤ ਨੇ। ਠੀਕ ਹੈ, ਇਹਦੇ ਚ ਹੁਣ ਇਹ ਜਿਹੜਾ ਹੈ ਗਲੀਤੀਆਂ ਦੇ ਨਾਂ ਖਾਤੇ ਹੈ, ਇਹ ਗਲੀਤੀਆਂ ਦੇ ਨਾਂ ਖਾਤੇ, ਇਹ ਗੈਲੇਟੀਅਨਸ ਦੇ ਨਾਂ ਖਾਤੇ, ਗਲੀਤੀਆਂ ਦੇ ਨਾਂ ਖਾਤੇ ਪੌਲਸ ਦਾ। ਪੌਲਸ ਲਿਖ ਰਿਹਾ ਉਹਨਾਂ ਨੂੰ, ਠੀਕ ਹੈ ਜੀ। ਉਹਦੇ ਵਿੱਚ ਪੌਲਸ ਉਹ ਲਿਖਦਾ ਹੈ। ਇਹ ਗਲੀਤੀਆਂ ਦੇ ਨਾਂ ਖਾਤੇ ਤੁਹਾਨੂੰ ਨਜ਼ਰ ਆ ਰਿਹਾ? ਠੀਕ ਹੈ, ਇੱਕ ਮਿੰਟ ਠਹਿਰੋ ਯਾਰ, ਇਹ ਕਿਉਂ ਐਡਾ ਅੰਨਾ ਪਚੰਨਾ ਹੈ? Okay. चंगा रह गया, चंगा रह गया। अच्छा, ਇਹ ਹੁਣ ਆਪਣਾ ਕੀ ਨਾਲ ਇਹਦਾ ਇਹ ਗਲੀਤੀਆਂ ਦੇ ਨਾਂ ਖਾਤੇ, ਠੀਕ ਹੈ ਜੀ। ਬਾਬ ਤੀਸਰਾ ਹੈ, ਠੀਕ ਹੈ। ਇਹਦੇ ਵਿੱਚ ਜਦੋਂ ਮਸਲਨ ਇਹ ਖਤ ਖੋਲੀਏ, ਇਹਦੇ ਚ 2 ਚੀਜ਼ਾਂ ਹੁੰਦੀਆਂ ਨੇ, ਇੱਕ ਚੈਪਟਰ ਨੰਬਰ ਤੇ ਇੱਕ ਫਿਕਰਾ ਨੰਬਰ। ਇਹ ਚੈਪਟਰ ਵੇਖੋ, ਇਹਦੇ ਚ ਗਲੀਤੀਆਂ ਦਾ ਜਿਹੜਾ ਖਤ ਹੈ, ਗਲੀਤੀਆਂ ਦਾ ਨਾਂ, ਉਹਨੂੰ 6 ਚੈਪਟਰਾਂ ਚ ਡਿਵਾਈਡ ਕੀਤਾ ਗਿਆ ਤੇ ਉਹਦੇ ਅੱਗੇ ਫਿਕਰਾ ਨੰਬਰ ਨੇ 10, 19, 20, 25, ਜੋ ਵੀ ਇਹਨਾਂ ਦੇ ਫਿਕਰਾ ਨੰਬਰ। ਗਲੀਤੀਆਂ ਦੇ ਨਾਂ ਖਾਤੇ ਉਹਦਾ ਤੀਸਰਾ ਚੈਪਟਰ ਹੈ ਤੇ ਉਹਦੇ ਇਹ
ਅਸੀਂ ਮੈਂ ਤੈਨੂੰ ਤੀਸਰਾ ਚੈਪਟਰ ਸਾਰਾ ਹੀ ਪੜ੍ਹ ਕੇ ਸੁਣਾਣਾ ਕਿ ਅਸਲ 'ਚ ਉਹਦੇ 'ਚ ਗੱਲ ਹੋ ਕੀ ਰਹੀ ਹੈ। ਮੇਰੀ ਆਵਾਜ਼ ਸਾਫ਼ ਆ ਰਹੀ ਹੈ? ਕੋਈ ਦੱਸ ਦੇ ਕਿ ਬਈ ਆਵਾਜ਼ ਸਹੀ ਹੈ? ਸਾਫ਼ ਆ ਰਹੀ ਬਈ, ਸਹੀ ਹੈ। ਅੱਛਾ, ਇਹ ਹੁਣ ਤੁਸੀਂ ਵੇਖੋ ਕਿ ਗਲੀਤੀਆਂ ਦੇ ਨਾਂ ਖਾਤੇ ਤੇ ਤੀਸਰਾ ਚੈਪਟਰ ਇਹਦੇ 'ਚ ਲਿਖਿਆ ਇਹ ਨਾਦਾਨ ਗਲੀਤੀਓ। ਪਿੱਛੇ ਵੀ ਗੱਲਾਂ ਹੋਣ ਰਹੀਆਂ ਨੇ, ਉਹ ਸਾਰੀਆਂ ਵੀ ਪੜ੍ਹੀਆਂ ਜਾ ਸਕਦੀਆਂ ਨੇ, ਲੇਕਿਨ ਅਸੀਂ ਫਿਲਹਾਲ ਇਹੋ ਚੈਪਟਰ ਪੜ੍ਹ ਰਹੇ ਹਾਂ। ਮਜ਼ੀਦ ਇਹਨੂੰ ਪੜਾਂਗੇ, ਜਿੰਨਾ ਜ਼ਿਆਦਾ ਤੁਸੀਂ ਇਹਦਾ ਮੁਤਾਲਿਆ ਕਰੋਗੇ ਉਨੇ ਜ਼ਿਆਦਾ ਤੁਹਾਨੂੰ ਹਕਾਇਕ ਦਾ ਪਤਾ ਲੱਗੇਗਾ, ਉਨੀ ਜ਼ਿਆਦਾ ਗੱਲ ਸਮਝਣੀ ਆਸਾਨ ਹੋ ਜਾਏਗੀ ਤੇ ਕ੍ਰਿਸਚਨ ਜਿਹੜਾ ਉਹਨਾਂ ਜ਼ਿਆਦਾ ਤੁਹਾਡੇ ਸਾਹਮਣੇ ਐਕਸਪੋਜ਼ ਹੋਏਗਾ। ਠੀਕ ਹੈ ਜੀ, ਕਿ ਇਹਨਾਂ ਦੇ ਅਕਾਇਦ ਕਿਸ ਤਰ੍ਹਾਂ ਗਲਤ ਨੇ, ਕਿਉਂ ਇਹਨਾਂ ਦੇ ਅਕਾਇਦ ਨੂੰ ਅਸੀਂ ਗਲਤ ਸਮਝਨੇ। ਲਿਖਿਆ ਹੈ नादान गलीतियों, किसने तुम पर अफसूं कर दिया है, यानी जादू कर दिया। तुम्हारी तो गोया आंखों के सामने यीशु मसीह सलीब पर दिखाया गया। मैं तुमसे सिर्फ ये दरियाफ्त करना चाहता हूं कि तुमने शरीयत के अमाल से रूह को पाया या ईमान के पैगाम से। ए वेखो हुण जिथे भी तुसी नवे अहदनामे दे विच इह गल याद रखनी है, बुनियाद है इस चीज दी कि दो ग्रोह ने उत्थे, ਇਹ ਗੱਲ ਹਮੇਸ਼ਾ ਯਾਦ ਰੱਖਣੀ ਹੈ। ਇਹ ਸਬੂਤ ਵਿੱਚ ਮੌਜੂਦ ਹੈ ਖੁਦ ਨਵੇਂ ਅਹਿਦਨਾਮੇ ਦੀਆਂ ਤਹਿਰੀਰਾਂ 'ਚ ਕਿ ਉੱਥੇ ਦੋ ਗਰੋਹ ਨੇ, ਇੱਕ ਯਾਕੂਬੀ ਗਰੋਹ ਹੈ ਤੇ ਇੱਕ ਪਲੂਸੀ ਗਰੋਹ ਹੈ। ਯਾਕੂਬੀ ਗਰੋਹ ਉਹ ਵੇ ਜਿਹਦੇ ਤਸਵੁਰਾਤ ਯਿਸੂ ਵਾਲੇ ਨੇ ਕਿ ਇਨਸਾਨ ਜਿਹੜਾ ਹੈ ਉਹ ਈਮਾਨ ਵੀ ਲਿਆਏ ਤੇ ਨਾਲ ਯਿਸੂ ਦੀਆਂ ਦਸੀਆਂ ਹੋਈਆਂ ਗੱਲਾਂ ਤੇ ਅਮਲ ਕਰੇ ਤੇ ਫੇਰ ਨਿਜਾਤ ਹੈ। ਅਮਲ ਤੋਂ ਬਗੈਰ ਨਿਜਾਤ ਕੋਈ ਨਹੀਂ। ਲੇਕਿਨ ਪੌਲਸ ਨੇ ਨਜ਼ਰੀਆ ਪੇਸ਼ ਕੀਤਾ ਕਿ ਅਮਲ ਕਰਨ ਦੀ ਕੋਈ ਜ਼ਰੂਰਤ ਨਹੀਂ, ਸਿਰਫ ਤੁਸੀਂ ਇਹ ਮੰਨੋ ਕਿ ਯਿਸੂ ਨੇ ਸਾਡੇ ਵਾਸਤੇ ਖੁਦਕੁਸ਼ੀ ਕੀਤੀ ਹੈ ਤੇ ਤੁਹਾਡੇ ਗੁਨਾਹ ਮਾਫ ਹੋ ਜਾਣਗੇ। ਅੱਲਾਹ ਅੱਲਾਹ ਖੈਰ ਸਲਾਹ ਤੇ ਸ਼ਰੀਅਤ ਤੇ ਅਮਲ ਕਰਨ ਦੀ ਜ਼ਰੂਰਤ ਕੋਈ ਨਹੀਂ, ਉਂਝ ਹੀ ਤੁਹਾਡੀ ਨਿਜਾਤ ਹੋਣੀ ਹੈ। ਇਹ ਦੋ ਗਰੋਹ ਨੇ। ਇਹ ਹੁਣ ਇਹਦੇ ਵਿੱਚ ਸਾਫ਼ ਸਾਬਤ ਹੁੰਦਾ ਪਿਆ ਇਸ ਗਲੀਤੀਓਂ ਬਾਬ 3 ਦੇ ਵਿੱਚ ਕਿ ਉਹਨਾਂ ਨੂੰ ਬਾਅਦ ਇਲਾਕਿਆਂ ਦੇ ਵਿੱਚ ਦੋਵੇਂ ਹੀ ਜਾਂਦੇ ਸਨ। ਇਹ ਵੀ ਆਪਣੀ ਪਲੂਸੀ ਵੀ ਆਪਣੀ ਜਾ ਕੇ ਤਬਲੀਗ ਕਰਦਾ ਸੀ, ਪਲੂਸ ਜਾਂ ਇਹਦੇ ਮੰਨਣ ਵਾਲੇ, ਤੇ ਉਧਰੋਂ ਜਿਹੜਾ ਯਾਕੂਬੀ ਗਰੋਹ ਸੀ, ਯਾਕੂਬ ਤੇ ਪਤਰਸ ਸੀ, ਉਹ ਵੀ ਆਪਣੀ ਤਬਲੀਗ ਉੱਥੇ ਜਾ ਕੇ ਕਰਦੇ ਸਨ ਜਾਂ ਉਹਨਾਂ ਨੂੰ ਖਤ ਲਿਖਦੇ ਸਨ। ਤੇ ਹੁਣ ਇਹ ਵੇਖੋ ਉਹਦੇ ਕੋਲ ਪੁੱਛਣ ਡਿਆ ਹੁਣ ਦੋ ਗਰੋਹਾਂ ਦਾ ਬੁਨਿਆਦੀ ਫਰਕ ਕੀ ਹੈ ਕਿ ਪਲੂਸੀ ਗਰੋਹ ਸਿਰਫ ਕਹਿੰਦਾ ਕਿ ਤੁਸੀਂ ਯਿਸੂ ਦੀ ਖੁਦਕੁਸ਼ੀ ਨੂੰ ਮੰਨੋ ਤੇ ਤੁਹਾਡੀ ਨਿਜਾਤ ਹੋ ਜਾਏਗੀ, ਤੇ ਜਿਹੜਾ ਯਾਕੂਬੀ ਗਰੋਹ ਹੈ ਜਾਂ ਯਿਸੂ ਦੇ ਅਸਲ ਅਕਾਇਦ ਤੇ ਗਰੋਹ ਹੈ ਉਹ ਕੀ ਕਹਿੰਦਾ ਕਿ ਖਾਲੀ ਈਮਾਨ ਕੱਖ ਵੀ ਨਹੀਂ, ਅਮਲ ਕਰਨਾ ਪੈਣਾ ਹੈ। ਯਿਸੂ ਨੇ ਖੁਦ ਕਿਹਾ ਹੈ, ਇਹ ਮੈਂ ਤੁਹਾਨੂੰ ਸਾਰਾ ਕੁਝ ਇਹਦੇ ਵਿੱਚ ਵਾਹਾਂਗਾ, ਲੇਕਿਨ ਇਹ ਬੁਨਿਆਦੀ ਤਸੱਵਰ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ। ਡਬਲ ਟੈਪ ਜਿਹੜਾ ਵਿਹਲਾ ਬੈਠਾ ਜ਼ਰੂਰ ਕਰੇ ਤੇ ਸ਼ੇਅਰ ਸਾਰੇ ਕਰੋ, ਤੇ ਬਾਕੀ ਜਿਹੜਾ ਕੰਮ ਕਰ ਰਿਹਾ ਉਹ ਕੰਮ ਵੱਲ ਧਿਆਨ ਦਿਓ, ਐਵੇਂ ਮਸ਼ੀਨ 'ਚ ਉਂਗਲ ਨਾ ਦੇ ਲਿਆ ਜੀ। ਅੱਛਾ ਜੀ, ਕੀ ਲਿਖਿਆ ਜੀ? ਉਹ ਕੀ ਕਹਿੰਦਾ? मैं तुमसे सिर्फ ये दरियाफ्त करना चाहता हूं कि तुमने शरीयत के अमाल से रूह को पाया है या ईमान के पैगाम से। ਵੇਖਿਆ ਜੀ, ਇਹ ਅਮਲ ਤੇ ਈਮਾਨ ਇਹਦੇ ਵਿੱਚ ਉਹ ਇਹ ਆਪਣੇ ਵੱਲੋਂ ਅਕੀਦਾ ਪੇਸ਼ ਕਰਦਾ ਪੌਲਸ ਕਿ ਜਨਾਬ ਅਮਲ ਕੁਛ ਵੀ ਨਹੀਂ ਹੈ, ਖਾਲੀ ਤੁਸੀਂ खुदकुशी ਤੇ ईमान ਲਿਆਉਣਾ। आगे लिखा, क्या तुम ऐसे नादान हो कि रूह के तौर पर शुरू करके अब जिस्म के तौर पर काम पूरा करना चाहते हो। ਤੇ ਕਹਿੰਦਾ ਹੈ ਕਿ ਉਹਨਾਂ ਦੀ ਗੱਲ ਨਾ ਮੰਨੋ, ਦੂਸਰੇ ਜਿਹੜੇ ਨਾ ਯਾਕੂਬੀ ਗਰੋਹ ਵਾਲੇ ਯਿਸੂ ਦਾ ਅਸਲ ਪੈਗਾਮ ਨਾ ਮੰਨੋ, ਕਿਉਂਕਿ ਉਹ ਜਿਹੜਾ ਹੈ ਨਾ ਈਮਾਨ ਰੂਹ ਹੈ ਤੇ ਅਮਲ ਜਿਸਮ है। ਵੇਖੋ ਨਾ ਉਹ ਤਸਵੁਰ ਇੱਕ ਪੇਸ਼ ਕਰਦਾ, वो कहता है रूह के तौर पर शुरू करके अब जिस्म के तौर पर काम पूरा करना चाहते हो। क्या तुमने इतनी तकलीफें बेफायदा उठाई? मगर शायद बेफायदा नहीं। बस जो तुम्हें रूह बख्शा और तुम में मौजज़े ज़ाहिर करता है, क्या वो शरीयत के अमाल से ऐसा करता है या ईमान के पैगाम से? वेख्या जाए शरीयत के अमाल ते ईमान दो अलग अलग वो तसव्वुर पेश करता है। वो उन्होंने कहन दिया कि शरीयत के अमाल कोई चीज़ नहीं, तुहानू अमल करने की लोड़ ही नहीं, तुसी सिर्फ ईमान लियाओ ते अपना फिरो टुरो ते ऐश करो, इंजॉय करो, शरीयत कोई चीज़ नहीं। ਇਹੋ ਹੀ ਦੱਸਣ ਡਿਆ ਸ਼ੁਰੂ ਤੋਂ ਲੈ ਕੇ ਇਹ ਸਾਰੇ ਦੇ ਸਾਰੇ ਇਹਦੇ ਖਤ ਪੜ੍ਹ ਜਾਓ, ਰਸੂਲੋਂ ਕੇ ਅਮਾਲ ਪੜ੍ਹੋ, ਲੋਕਾਂ ਦੀ ਜਿਹੜੀ ਇਹ ਕਹਾਣੀ ਪੜ੍ਹੋ, ਇਹੋ ਹੀ ਤਸਵਰ ਵਿੱਚੋਂ ਨਿਕਲਦਾ ਹੈ ਕਿ ਪੌਲਸ ਜਿਹੜਾ ਹੈ ਉਹ ਅਮਲਾਂ ਦੇ ਖਿਲਾਫ, ਸ਼ਰੀਅਤ ਦੇ ਖਿਲਾਫ ਸੀ। ਖਾਸ ਤੌਰ ਤੇ ਜਿਹੜੀਆਂ ਗੈਰ ਕੌਮਾਂ ਸਨ, ਯਹੂਦੀਆਂ ਤੋਂ ਇਲਾਵਾ ਕੌਮਾਂ ਸਨ, ਕਿਉਂਕਿ ਯਹੂਦੀ ਬੜੇ ਕੱਟੜ ਸਨ ਸ਼ਰੀਅਤ ਦੇ ਮਾਮਲੇ 'ਚ, ਉਹ ਇਹਦੀ ਗੱਲ ਨਹੀਂ ਸੁਣਦੇ ਕਿ ਉਹਨਾਂ ਨੂੰ ਨਹੀਂ ਸੀ ਕਹਿੰਦਾ। ਇਹ ਹੈ ਵੀ ਫਰਾਡੀਆ ਸੀ, ਝੂਠ ਬੋਲਦਾ ਸੀ ਬਾਹਰ ਜਾ ਕੇ ਕਿ ਸ਼ਰੀਅਤ ਕੋਈ ਚੀਜ਼ ਨਹੀਂ। ਉਹ ਯਹੂਦੀਆਂ ਚ ਆ ਕੇ ਕਹਿੰਦਾ ਸੀ ਨਹੀਂ ਸ਼ਰੀਅਤ ਬੜੀ ਜ਼ਰੂਰੀ ਹੈ, ਇਹਦੇ ਤੇ ਅਮਲ ਕਰਨਾ ਜ਼ਰੂਰੀ ਹੈ। ਤੇ ਉਹ ਕਹਿੰਦਾ ਤੂੰ ਕੈਸਾ ਫਰਾਡੀਆ ਹੈ, ਇੱਥੇ ਕੁਝ ਹੋਰ ਕਹਿਣਾ, ਉੱਥੇ ਕੁਝ ਹੋਰ ਕਹਿਣਾ। ਤੇ ਕਹਿੰਦਾ ਫਿਰ ਕੀ ਹੈ, ਮੈਂ ਝੂਠ ਬੋਲਣਾ ਵਾ, ਝੂਠ ਬੋਲ ਕੇ ਖੁਦਾ ਦਾ ਜਲਾਲ ਜ਼ਾਹਰ ਕਰਨਾ ਵਾ, ਤੁਹਾਨੂੰ ਕੀ ਤਕਲੀਫ ਹੈ? ਕਿ ਵੇਖੋ ਮੈਂ ਝੂਠ ਬੋਲਣਾ ਤੇ ਲੋਕੀ ਜਿਹੜੇ ਨੇ ਉਹ ਯਿਸੂ ਤੇ ਈਮਾਨ ਲਿਆ ਰਹੇ ਨੇ। ਅੱਛਾ ਸੁਣੋ ਅੱਗੇ, चुनाचे इब्राहिम खुदा पर ईमान लाया
और ये उसके लिए रासबासी गिना गया। मैं ਤੁਹਾਨੂੰ याकूब ਦਾ खत पढ़ के सुनावांगा 100% ਇਹ लफज इस्तेमाल करके ਇਹਦਾ ਰੱਦ ਕਰਦਾ। यानी वो कहता इब्राहिम ने अमल किया तद वो बख्शिया गया है, खाली ईमान ना नहीं बख्शिया गया। तो एक कहता चुनाचे इब्राहिम खुदा पर ईमान लाया और इसलिए रास्तबाज गिना गया। हुण ये ते एक पासे ये तस्वुर पेश करते हैं क्रिश्चन कि जनाब जिहड़ा है ना यसू उस तो पहला कोई रास्तबाज है ही नहीं, सारे बदकार ही आए ने। ते इत्थे ते तुहाडा जिहड़ा है वालिद मोहतरम पोलू साहब कह रहे हैं कि जनाब जिहड़ा अब्राहम है वो ईमान ले आया तो रास्तबाज गिनिया गया। भाई किस तरह रास्तबाज, तुसीं ते कहंदे इहदे तो इलावा यसू तो इलावा कोई रास्तबाज है ही नहीं, तो वो तो कहंदा इब्राहिम रास्तबाज सी। लेकिन एक होर नुकता विच वेखो कि वो अब्राहम नूं इब्राहिम नूं कहण दिया कि सिर्फ ईमान की वजह तो वो रास्तबाज गिनिया गया, अमल की वजह तो कोई नहीं। यानी कि वो दो अपना तस्वुर पेश कर रहा है। ये दो मेन फिरके सन उस जमाने में, जिस जमाने के खत ने अगे की बस जान लो जो ईमान वाले हैं वही इब्राहिम के फरजंद हैं। हुण वेखो इब्राहिम जे कोई भैड़ा बंदा सी, कोई बदकार सी, ते ओहदे फरजंद क्यों बन रहे हो तुसी? ਇਹਦਾ मतलब है कि इब्राहिम उन्हें लिखिया है कि रास्तबाज सी। इस वास्ते यसू के बारे जिहड़ा यह तस्वर पेश किया जाता है कि यसू ही कला रास्तबाज सी, बाकी कोई रास्तबाज है नहीं सी। बिल्कुल खुद बाइबल दे विच जिहड़ियां गल्लां लिखियां ने उहदे खिलाफ है। खुद बाइबल इस तस्वर नूं दुर करदी है कि दूसरे भी रास्तबाज सन। सवाल यह पैदा होता है कि जे किसी रास्तबाज का कफारा देने नाल, किसी इंसान के कफारा देने दे नाल निजात होनी सी, ते दसो इत्थे इब्राहिम का कफारा क्यों नहीं दिता गया? बई वो भी तो लिखिया कि वो जिहड़ा रास्तबाज सी लिखिया। और किताब मुकद्दस ने पेशतर से ये जानकर कि खुदा गैर कौमों को ईमान से रास्तबाज ठहराएगा, पहले ही अब्राहम को यह खुशखबरी सुना दी कि तेरे बाद सब कौमें बरकत पाएंगी। ए हुण जिहड़े ए काम है ना, ए याकूबी करो दे भी खिलाफ है ते यसू दी असल तालीम दे भी खिलाफ है। गैर कौमों को ईमान से रास्तबाज ठहराएगा। ए गैर कौमां वाल पैगाम है ही नहीं, ना यसू दा ना ही पूरी बाइबल च किधरे भी लिखिया कि गैर कौमां नूं भी पैगाम दिओ। यह तस्वुर पाया जाता है इहदे विच। हुण की ये बस जान लो कि जो ईमान वाले हैं वो इब्राहिम का फरजंद है। किताब मुकद्दस ने ऐ हुण जदों भी ये कहा जाए ना किताब मुकद्दस ने आ क्या है या यूं लिखा है या नबियों की मार्फत कहा गया या जैसे खाली हुए लिखा है, तो यह लाजमी पुराने अहदनामे च उहदा हवाला होना चाहिए। तो वह असीं कहने लियाओ ऐसा ही कित्थे लिखिया हो, तो अक्सर वो बेशतर चीज़ां लभदियां ही नहीं। क्यों? बाइबल च तहरीफ हो गई है कि असीं पुछने लिया भाई कित्थे लिखिया है। अच्छा जी हूं आ रही हो। ठीक है, लिखा किताब मुकद्दस कि इब्राहिम को यह खबर के सुना दी कि तेरे बाद सब कौमें बरकत पाएंगी। ठीक है, हुण तेरे बाद सब कौमें बरकत पाएंगी। अच्छा मेरी आवाज आ रही है तुहानू? है की हो रहा? मेरी आवाज आ रही है? ਤੇ ਇਹ ਸਕਰੀਨ ਤੁਹਾਨੂੰ ਨਜ਼ਰ ਆ ਰਹੀ ਹੈ? ਮੈਂ ਜੋ ਸਕਰੀਨ ਤੇ ਕਰ ਰਿਹਾ ਉਹ ਮੈਨੂੰ ਇੱਥੇ ਨਜ਼ਰ ਹੀ ਨਹੀਂ ਆ ਰਿਹਾ ਕੈਮਰੇ ਦੇ ਵਿੱਚ। ਆ ਰਿਹਾ ਤੁਸੀਂ ਦੋ ਲਫ਼ਜ਼ ਜਿਹੜੇ ਹਾਈਲਾਈਟ ਕੀਤੇ ਨੇ। ਹਾਂ ਉਹ ਹੀ ਨੇ ਨਾ, ਉਹ ਹੈਂਗ ਹੋ ਗਈ ਕਿਸੇ ਤਰੀਕੇ ਨਾਲ। ਮੈਂ ਤੇ ਅੱਗੋਂ ਮਸਲਨ ਇਹ ਹੋਰ ਚੀਜ਼ਾਂ ਹਾਈਲਾਈਟ ਪਿਆ ਕਰਨਾ ਵਾ ਅੱਗੇ ਜੋ ਲਿਖਿਆ, ਲੇਕਿਨ ਉਹ ਉੱਥੇ ਚੇਂਜ ਹੀ ਨਹੀਂ ਹੋ ਰਿਹਾ। ਇਹ ਕੀ ਸੈਂਸ ਹੋ ਗਈ? ਮੈਂ ਅੱਗੇ ਹੱਥ ਪਿਆ ਕਰਨਾ ਉਹ ਵੀ ਨਹੀਂ ਆ ਰਿਹਾ। ਕੁਛ ਦੇਰ ਉਹ ਕਾਲਾ ਜਾਦੂ ਤੇ ਨਹੀਂ ਕਰਤਾ ਸਾਈਆਂ ਨੇ? ਇਹਦਾ ਤੇ ਇੰਜ ਹੀ ਆ। ਮੈਂ ਨਾ ਇੱਕ ਮਿੰਟ ਜ਼ਰਾ ਬੰਦ ਕਰਕੇ ਚਲਾਣਾ। ਦੋ ਤਰੇ ਬੰਦੇ ਹੋਰ ਸਾਈਜ਼ ਕਰ ਲਓ ਨਾ, ਸਾਨੂੰ ਥੱਲੇ ਲਾ ਦਿਓ। ਨਹੀਂ ਸਾਈਜ਼ ਸੂਜ਼ ਨਾਲ ਨਹੀਂ ਹੋਣਾ। ਹਾਂਜੀ ਹੁਣ ਸਹੀ ਹੈ।
अच्छा हूं नजर आ रहा है अब्राहम को ये खुशखबरी सुना दी कि तेरे बाद सब कौमें बरकत पाएंगी। ਉਹਨੇ ਪੁਰਾਣੇ ਆਦਨਾਮੇ ਵਿੱਚ ਕਿੱਥੇ ਲਿਖਿਆ? ਇਹ ਹੁਣ ਨਾ ਇੱਕ ਤਰੀਕਾ ਇਹਦਾ ਲੱਭਣ ਦਾ ਕਿ ਆ ਕਿੱਥੇ ਲਿਖਿਆ। ਇਹਨਾਂ ਆਮ ਬਾਈਬਲਾਂ ਦੇ ਵਿੱਚ ਇਹ ਨਹੀਂ ਲਿਖਿਆ ਹੁੰਦਾ ਕਿ ਇਹ ਗੱਲ ਕਿੱਥੇ ਲਿਖੀ ਹੈ। ਕਿਤਾਬੇ ਮੁਕੱਦਸ ਨੇ ਪੇਸ਼ਤਰ ਸੇ ਇਹ ਜਾਣਕਾਰ, ਇਹ ਜਦੋਂ ਵੀ ਕਿਤਾਬੇ ਮੁਕੱਦਸ ਦਾ ਹਵਾਲਾ ਆਇਆ, ਇਹ ਹੁਣ ਗਲਤੀਓਂ ਚੈਪਟਰ ਨੰਬਰ 3 ਤੇ ਫਿਕਰਾ ਨੰਬਰ 8, ਇਹ ਮੈਂ ਤੁਹਾਨੂੰ ਵਹਾਨਾ। ਇਹ ਵੇ ਬਾਈਬਲ ਹਬ, ਬੜੀ ਬਿਹਤਰੀਨ ਇਹ ਵੈਬਸਾਈਟ ਹੈ। ਇਹਦੇ ਵਿੱਚ ਤੁਸੀਂ ਸ਼ੁਰੂ ਤੇ ਟੁਰ ਜਾਣਾ, ਇਹਦੇ ਵਿੱਚ ਹੈ ਗਲਤੀਅਨਸ ਲੱਭ ਲੈਣਾ। ਇਹ ਲਿਖਿਆ ਗਲਤੀਅਨਸ, ਇਹਦਾ ਤੀਸਰਾ ਚੈਪਟਰ ਤੇ ਇਹਦਾ ਫਿਕਰਾ ਨੰਬਰ 8। ਕਿਉਂ ਜੀ? ਇਹ ਫਿਕਰਾ ਨੰਬਰ ਇੱਥੋਂ ਅਸੀਂ ਕੱਢ ਲੈਣਾ 8 3-8, ਠੀਕ ਹੈ। ਰੈਫਰੈਂਸ ਉੱਤੇ ਲਿਖਿਆ ਗਲਤੀਅਨਸ 3-8, ਠੀਕ ਹੈ। ਤੇ ਇਹ ਤੇ ਠੀਕ ਹੈ, ਤੇ ਪਰ ਮੈਂ ਨਾ ਇਹਦੀ ਸਕਰੀਨ ਵੀ ਵੱਡੀ ਕਰਾਂ ਜ਼ਰਾ, 2 ਬੰਦੇ ਗਾਇਬ ਹੋ ਗਏ ਨੇ, ਫਿਰ ਸਾਫ਼ ਨਜ਼ਰ ਆਏਗਾ, ਜ਼ਿਆਦਾ ਏਰੀਆ ਹੈ। ठीक है ना, ਹੁਣ ਜ਼ਿਆਦਾ ਨਜ਼ਰ ਆ ਰਿਹਾ जी मीर साहब आप परफेक्ट है, जबरदस्त। ਸਹੀ ਹੈ ਜੀ, ਹਾਂ ਹੁਣ ਬਿਹਤਰ। ਅੱਛਾ ਹੁਣ ਇਹ ਵੇਖੋ ਕਿ ਇਹ ਗਲਤੀਆਂ ਦੇ ਨਾਂ ਖਾਤੇ ਗਲਤੀਅਨਸ 3-8 ਹੈ, ਉੱਤੇ ਰੈਫਰੈਂਸ ਲਿਖਿਆ, ਠੀਕ ਹੈ ਜੀ। ਹੁਣ ਇਹਦੇ ਚ ਕਮਾਲ ਇਹ ਇੱਕ ਤੇ ਤਰਜਮਾ ਦੱਸੇਗਾ ਤੁਹਾਨੂੰ, ਮੁਖਤਲਿਫ ਤਰਜਮੇ ਜਿਹੜੇ ਦੁਨੀਆ 'ਚ ਮਸ਼ਹੂਰ ਨੇ ਉਹ ਦੱਸੇਗਾ। ਨਿਊ ਇੰਟਰਨੈਸ਼ਨਲ ਵਰਜਨ, ਨਿਊ ਲਿਵਿੰਗ ਟਰਾਂਸਲੇਸ਼ਨ, ਇੰਗਲਿਸ਼ ਟਰਾਂਸਲੇਸ਼ਨ, ਫਲਾਨੀ ਟਰਾਂਸਲੇਸ਼ਨ, ਕਿੰਗ ਜੇਮਸ ਬਾਈਬਲ, ਨਿਊ ਕਿੰਗ ਜੇਮਸ ਵਰਜਨ ਵਗੈਰਾ ਵਗੈਰਾ। ਤੇ ਫਿਰ ਇਹ ਸਾਰੇ ਤਰਜਮਿਆਂ ਦੇ ਬਾਅਦ ਇਹ ਰੈਫਰੈਂਸ ਹੈ, ਕ੍ਰਾਸ ਰੈਫਰੈਂਸ। ਇਹਦੇ ਵਿੱਚ ਲਿਖਿਆ ਹੈ ਕਿ ਇਹ ਜਿਹੜੀ ਗੱਲ ਇਹ ਕਰਨ ਡਿਆ ਹੈ ਕਿ ਕਿਤਾਬੇ ਮੁਕੱਦਸ ਨੇ ਪੇਸ਼ਤਰ ਸੇ ਇਹ ਕਹਾ, ਇਹ ਕਿੱਥੇ ਲਈ ਹੈ? ਇਹ ਜੈਨੇਸਿਸ ਯਾਨੀ ਕਿ ਜਿਹੜੀ ਪਹਿਲੀ ਕਿਤਾਬ ਹੈ ਬਾਈਬਲ ਦੀ, ਉਹਦੇ ਵਿੱਚ ਲਿਖੀ ਹੈ ਕਿਧਰੇ ਗੱਲ। ਇਹ ਜੈਨੇਸਿਸ ਜਿਹੜੀ ਨਾ ਪੈਦਾਇਸ਼ ਦੀ ਕਿਤਾਬ, ਆਈ ਵਿਲ ਬਲੈਸ ਦੋਜ਼ who bless you and curse those who curse you, and all families of the earth will be blessed through you। ਇਹ ਇਬਰਾਹਿਮ ਨਾਲ ਵਾਅਦਾ ਹੈ ਕਿ ਜਿਹੜਾ ਤੇਰੇ ਤੇ ਲਾਨਤ ਕਰੇਗਾ ਮੈਂ ਉਹਦੇ ਤੇ ਲਾਨਤ ਕਰਾਂਗਾ, ਤੇ ਜਿਹੜਾ ਤੇਰੀ ਮਦਦ ਕਰੇਗਾ ਮੈਂ ਉਹਦੀ ਮਦਦ ਕਰਾਂਗਾ। ਇਬਰਾਹਿਮ ਨਾਲ ਵਾਅਦਾ ਸੀ ਜੈਨੇਸਿਸ 12:3 ਦੇ ਵਿੱਚ। ਫਿਰ ਜੈਨੇਸਿਸ 18:18 ਚ ਲਿਖਿਆ, ਅਬਰਾਹਿਮ will surely become a great and powerful nation and through him all the nations of the earth will be blessed। ਕਿ ਇਬਰਾਹਿਮ ਇੱਕ ਬੜੀ ਵੱਡੀ ਕੌਮ ਬਣੇਗਾ ਤੇ ਉਹਦੇ ਜ਼ਰੀਏ ਬਹੁਤ ਸਾਰੀਆਂ ਕੌਮਾਂ ਜ਼ਮੀਨ ਦੀਆਂ ਬਰਕਤ ਪਾਣਗੀਆਂ। ਜੈਨੇਸਿਸ 22:18 and through your offsprings all nations of the earth will be blessed because you have obeyed my voice। ਇਹ ਵੇਖੋ ਇਹਦੇ ਵਿੱਚ ਫਰਮਾਬਰਦਾਰੀ ਕੀਤੀ ਉਹਨੇ ਇਬਰਾਹਿਮ ਨੇ ਕਿ ਤੂੰ ਮੇਰੀ ਗੱਲ ਮੰਨੀ ਹੈ ਤਦ ਤੈਨੂੰ ਮੈਂ ਇਹ ਚੀਜ਼ਾਂ ਦੇਵਾਂਗਾ। ਅੱਗੇ ਜੈਨੇਸਿਸ 26 ਚ ਲਿਖਿਆ, I will make your descendants as numerous as the stars in the sky। ਮੈਂ ਤੇਰੀ ਨਸਲ ਨੂੰ ਇੰਨਾ ਜ਼ਿਆਦਾ ਵਧਾ ਦਿਆਂਗਾ ਜਿਸ ਤਰ੍ਹਾਂ ਅਸਮਾਨ ਦੇ ਸਿਤਾਰੇ ਨੇ। and I will give them all these lands, ਤੇ ਮੈਂ ਉਹਨਾਂ ਨੂੰ ਇਹ ਸਾਰੀਆਂ ਜ਼ਮੀਨਾਂ ਦੇ ਦਿਆਂਗਾ। ਇਹ ਕਿਨਾਨ ਦੀ ਜ਼ਮੀਨ ਜਿੱਥੇ ਹੁਣ ਵੀ ਕਬਜ਼ਾ ਕਰਕੇ ਬੈਠੇ ਨੇ। and through your offsprings all nations of the earth will be blessed। ਠੀਕ ਹੈ, ਕਿੰਨੇ ਜ਼ਿਆਦਾ ਹਵਾਲੇ ਨੇ। ਫਿਰ ਜਰਮੀਆ ਦੇ ਵਿੱਚ ਲਿਖਿਆ, and if you can swear as surely as the Lord lives in the truth, in justice and in righteousness, then the nations will be blessed by him and in him they will glory। ਠੀਕ ਹੈ, ਅੱਗੇ ਲਿਖਿਆ ਰੋਮਨਸ 3:3 ਦੇ ਵਿੱਚ, since there is only one God who will justify the circumcised by faith and the uncircumcised through the same faith। ਇਹ ਇੱਕ ਹੋਰ ਰੈਫਰੈਂਸ ਹੈ ਉਹਦਾ, ਠੀਕ ਹੈ ਜੀ। ਤੇ ਇਹ ਮੈਂ ਤੁਹਾਨੂੰ ਦੱਸਿਆ ਹੈ ਕਿ ਰੈਫਰੈਂਸ ਕਿੰਜ ਲੱਭੀਦਾ ਹੈ, ਠੀਕ ਹੈ। ਫਿਰ ਅੱਗੇ ਮਜ਼ੀਦ ਰੈਫਰੈਂਸ ਨੇ, ਉਹ ਤੁਸੀਂ ਵੇਖ ਸਕਦੇ ਹੋ ਮੁਖਤਲਿਫ। ਇਹਦੇ ਚ ਇੱਕ ਹੋਰ ਜ਼ਬਰਦਸਤ ਚੀਜ਼ ਹੈ ਕਿ ਇਹ ਅੱਗੇ ਐਲੀਕੋਟ ਦੀ ਕਮੈਂਟਰੀ ਹੈ, ਯਾਨੀ ਇਹਦੀ ਥੋੜੀ ਵਜ਼ਾਹਤ ਵੀ ਉਹ ਕਰਦਾ। ਫਿਰ ਇਹ ਪੁਲਪਿਟ ਦੀ ਕਮੈਂਟਰੀ ਹੈ, 2 ਕਮੈਂਟਰੀਆਂ ਹਰ ਜਗ੍ਹਾ ਤੇ ਮੌਜੂਦ ਨੇ। ਹੁਣ ਇਹ ਉਹਦੇ ਬਾਅਦ ਗ੍ਰੀਕ ਵੀ, ਅਸਲ ਗ੍ਰੀਕ ਵੀ ਲਿਖੀ ਹੈ ਵਿੱਚ। ਇਹ ਇੰਤਹਾਈ ਜ਼ਬਰਦਸਤ ਚੀਜ਼ ਹੈ, ਖਾਸ ਤੌਰ ਤੇ ਜਿਹੜਾ ਤਹਿਕੀਕ ਕਰਨਾ ਚਾਹੇ। ਇਹ ਫਰਾਡੀਏ ਨੇ, ਤਰਜਮਾ ਚ ਫਰਾਡ ਕਰਦੇ ਨੇ ਸਾਈ ਕ੍ਰਿਸਚੀਅਨ ਮਸੀਹੀ ਜੋ ਵੀ ਆਪਣੇ ਆਪ। ਮੈਂ ਤੇ ਇਹਨਾਂ ਨੂੰ ਮਸੀਹੀ ਨਹੀਂ ਕਹਿੰਦਾ ਕਿਉਂਕਿ ਮਸੀਹ ਨੂੰ ਮੰਨਦੇ ਹੀ ਨਹੀਂ ਹੈ। ਇਹ ਤੇ ਪਲੂਸੀ ਨੇ, ਪੋਲੂਸ ਨੂੰ ਮੰਨਦੇ ਨੇ, ਜਾਂ ਕ੍ਰਿਸਚਨ ਹੈ ਜੋ ਵੀ ਇਹਨਾਂ ਦਾ ਨਾਮ ਹੈ, ਇਹ ਮਸੀਹੀ ਨਹੀਂ ਹੈ। ਬਹਰਹਾਲ ਮੈਂ ਲਿਖਿਆ ਮੁਸਲਿਮ ਮਸੀਹ ਮਕਾਲਮਾ, ਕਿਸੇ ਵੇਲੇ ਮੈਂ ਸਹੀ ਕਰ ਦਿਆਂਗਾ। ਇਹ ਇੱਕ ਮਸ਼ਹੂਰ ਨਾਂ ਹੈ, ਇੱਕ ਫੋਰਮ ਸੀ ਉਹਦੇ ਉੱਤੇ ਆਪਸ 'ਚ ਇਹ ਗੱਲ ਕਰਦੇ ਸਨ ਤੇ ਇਸ ਵਜ੍ਹਾ ਤੋਂ ਇਹ ਨਾਂ ਰੱਖਿਆ ਮੁਸਲਿਮ ਮਸੀਹ। ਬਹਰਹਾਲ ਲਿਖਿਆ ਹੈ, ਲੇਕਿਨ ਜਿਹੜੇ ਇਨਸਾਨ ਦੇ ਬੱਚੇ ਕ੍ਰਿਸਚਨ ਨੇ ਨਾ ਉਹਨਾਂ ਵਾਸਤੇ ਸਾਰੀ ਰਿਸਪੈਕਟ ਹੈ, ਤੇ ਜਿਹੜੇ ਕਿਸੇ ਸ਼ੈਤਾਨ ਦੇ ਬੱਚੇ ਨੇ ਉਹਨਾਂ ਵਾਸਤੇ ਕੋਈ ਰਿਸਪੈਕਟ ਨਹੀਂ। ਅੱਛਾ, ਗ੍ਰੀਕ ਜਿਹੜੀ ਹੈ ਨਾ ਉਹ ਵੀ ਨਾਲ ਲਿਖੀ ਹੈ। ਇਹਨੂੰ ਕਹਿੰਦੇ ਨੇ ਟਰਾਂਸਲਿਟਰੇਸ਼ਨ। ਇਹ ਉਹਦੇ ਇਹ ਦੱਸਿਆ ਹੈ ਕਿ ਇਹ ਗ੍ਰੀਕੀ 'ਚ ਕੀ ਲਿਖਿਆ। ਇਹ ਦੀ
हे ਇਹ ਹੇ ਲਿਖਿਆ, ਯਾਨੀ ਤੁਸੀਂ ਗ੍ਰੀਕੀ ਵੀ ਪੜ੍ਹ ਸਕਦੇ ਹੋ ਨਾਲ। ਹੇ ਇਹ ਲਿਖਿਆ ਗ੍ਰਾਫੇ, ਇਹ ਵੇਖੋ ਇਹ ਗੈਮਾ ਹੈ, ਇਹ ਰ ਵੇ, ਇਹ ਐਲਫਾ ਹੈ, ਇਹ ਫਾਈ ਹੈ ਤੇ ਇਹ ਏ ਵੇ। ਤੇ ਤੁਸੀਂ ਖੁਦ ਵੀ ਪੜ੍ਹ ਸਕਦੇ ਹੋ। ਇਹ ਜਿਹੜੇ ਨਾ ਅਲਫਾਜ਼ ਉਹ ਸਾਇੰਸ ਵਿੱਚ ਇਸਤੇਮਾਲ ਹੁੰਦੇ ਹਨ, ਖਾਸ ਤੌਰ ਤੇ ਫਿਜ਼ਿਕਸ ਵਗੈਰਾ ਦੇ ਵਿੱਚ। ਤੇ ਇਹ ਅਲਿਫ ਬੇ ਲਿਖੀ ਹੈ, ਜਿਸ ਤਰ੍ਹਾਂ ਅੰਗਰੇਜ਼ੀ ਦੇ ਵਿੱਚ ਲਿਖਿਆ ਨਾ, ਇਹ ਲਿਖਿਆ ਗ੍ਰਾਫੇ, ਠੀਕ ਹੈ। ਐਲਫਾ ਵੇਖੋ ਏ ਵੰਗਰਾਂ ਦਾ ਹੀ ਹੈ। ਗ੍ਰਾਫੇ, ਗ੍ਰਾਫੇ ਦਾ ਮਤਲਬ ਹੈ ਸਕ੍ਰਿਪਚਰ, ਠੀਕ ਹੈ, ਦੀ ਸਕ੍ਰਿਪਚਰ। ਅੱਛਾ, ਅੱਗੇ ਇਹ ਲਿਖਿਆ ਪ੍ਰੋਏਡੋਸਾ, ਇਹ ਵੇਖੋ ਇਹ ਪਾਈ ਹੈ ਤੇ ਇਹ ਫਿਰ ਓ ਵੰਗਰਾਂ ਦਾ ਹੀ ਹੈ, ਏ ਵੰਗਰਾਂ ਦੀ ਹੈ, ਡੇ ਵੰਗਰਾਂ ਦਾ ਹੀ ਹੈ, ਓ ਤੇ ਐਸਾ, ਠੀਕ ਹੈ, ਪ੍ਰੋਏਡੋਸਾ। ਤੇ ਪ੍ਰੋਏਡੋਸਾ ਦਾ ਮਤਲਬ ਨਾਲ ਲਿਖਿਆ ਹੈ। ਇਹ ਸਟਰੋਂਗ ਜਿਹੜਾ ਉਹਨੇ ਡਿਕਸ਼ਨਰੀ ਬਣਾਈ, ਇਹਦੇ ਤੇ ਕਲਿੱਕ ਕਰੋ ਤੇ ਇਹ ਲਫ਼ਜ਼ ਕਿੱਥੇ ਕਿੱਥੇ ਬਾਈਬਲ 'ਚ ਇਸਤੇਮਾਲ ਹੁੰਦਾ ਹੈ ਉਹ ਆ ਜਾਂਦਾ। ਫਰਾਮ ਪ੍ਰੋ ਐਂਡ ਹੋਇਰਾ, ਇਹ ਪੂਰੀ ਤਫਸੀਲ ਉਹਦੀ ਲਈ ਹੈ। ਹੋਤੀ ਥੀਓਸ, ਇਹ ਵੇਖੋ ਥੀਓਸ ਕਿਹਨੂੰ ਕਹਿੰਦੇ ਨੇ? ਗੋਡ ਨੂੰ। ਖੁਦਾ ਵਾਸਤੇ ਬਾਈਬਲ ਦੇ ਵਿੱਚ ਮੁਖਤਲਿਫ ਅਲਫਾਜ਼ ਇਸਤੇਮਾਲ ਹੁੰਦੇ ਨੇ, ਠੀਕ ਹੈ। ਇਹ ਵੇਖੋ ਇਹ ਥੀਟਾ ਹੈ, ਇਹ ਏ ਵੇ, ਇਹ ਓ ਵੇ ਤੇ ਇਹ ਸ ਵੇ, ਥੀਓਸ। ਇਹ ਤੁਸੀਂ ਪੜ੍ਹ ਸਕਦੇ ਹੋ ਖੁਦ ਗ੍ਰੀਕੀ, ਕੋਈ ਐਸੀ ਗੱਲ ਨਹੀਂ, ਕੋਈ ਮੁਸ਼ਕਲ ਕੰਮ ਨਹੀਂ। ਤੇ ਮੈਂ ਐਸੇ ਵੈਬਸਾਈਟ ਨੂੰ ਪੜ੍ਹ ਕੇ ਮੈਂ ਇੰਜੀ ਅਰਬੀ ਸਿੱਖੀ, ਇੰਜੀ ਮੈਂ ਫਾਰਸੀ ਸਿੱਖੀ ਹੈ, ਤੇ ਇੰਜੀ ਮੈਂ ਥੋੜੀ ਬਹੁਤੀ ਗ੍ਰੀਕੀ ਤੇ ਥੋੜੀ ਬਹੁਤੀ ਇਹ ਜਿਹੜੀ ਨਾ ਹਿਬਰੂ ਵੀ ਸਿੱਖੀ ਹੈ ਪੜ੍ਹਨੀ। ਤੇ ਉਹ ਇਹਦੀ ਟ੍ਰਾਂਸਲੇਸ਼ਨ ਲਿਖੀ ਹੈ ਥੀਓਸ, ਤੇ ਤੁਸੀਂ ਖੁਦ ਉਹਦੀ ਗ੍ਰੀਕੀ 'ਚ ਪੜ੍ਹ ਸਕਦੇ ਹੋ ਕਿ ਇਹ ਥੀਓਸ ਲਿਖਿਆ, ਇਹ ਥ ਵੇ, ਇਹ ਏ ਵੇ, ਓ ਵੇ, ਸ ਵੇ, ਥੀਓਸ। ਇਹ ਸਪੈਲਿੰਗ ਤੁਸੀਂ ਕਰ ਸਕਦੇ ਹੋ। ਤੇ ਇਹਦਾ ਮਤਲਬ ਹੈ ਗੋਡ। ਇਹ ਥੀਓਕ੍ਰੇਸੀ ਤੇ ਏਥੀਇਸਟ, ਇਹ ਲਫ਼ਜ਼ ਇੱਥੋਂ ਹੀ ਬਣੇ ਨੇ, ਥੀਓਸ ਤੋਂ। ਇਹ ਲਿਖਿਆ ਇਹ ਡੇਟੀ, ਸਪੈਸ਼ਲੀ ਦੀ ਸੁਪਰੀਮ ਡਿਵਿਨਿਟੀ। ਅਮਾ ਖਸਤਰਾ, ਚਲੋ ਫਿਰ ਆ ਜਾਣੇ ਵਾਪਸ। ਅੱਛਾ, ਇਹ ਡੇਟੀ ਸਪੈਸ਼ਲੀ ਦੀ ਸੁਪਰੀਮ ਡਿਵਿਨਿਟੀ, ਫਿਗੂਰੇਟਿਵਲੀ ਇਹ ਮੈਜਿਸਟ੍ਰੇਟ ਬਾਈ ਹੈਬਰਾਇਜ਼ਮ ਵੈਰੀ, ਠੀਕ ਹੈ ਜੀ। ਅੱਗੇ ਵੇ ਵੁੱਡ ਜਸਟੀਫਾਈ, ਫਿਰ ਡਿਕਾਇਓ, ਫਿਰ ਠਾ ਦੀ, ਫਿਰ ਐਥਨੇ। ਐਥਨੇ ਦਾ ਮਤਲਬ ਹੈ ਜੈਂਟਾਈਲਸ। ਜੈਂਟਾਈਲਸ ਦਾ ਮਤਲਬ ਹੈ ਗੈਰ ਯਹੂਦੀ, ਜਿਹੜਾ ਵੀ ਯਹੂਦੀ ਨਹੀਂ ਉਹਦੇ ਵਾਸਤੇ ਐਥਨੇ ਲਫ਼ਜ਼। ਇਹ ਵੇਖੋ ਏ ਤੇ ਇਹ ਥੀਟਾ ਹੈ, ਥ ਤੇ ਇਹ ਜਿਹੜਾ ਵੀ ਅੰਗਰਾਂ ਦਾ ਨ ਹੈ, ਐਨ ਨੇ, ਯਾਨੀ ਕਿ ਉਹਨਾਂ ਦਾ ਐਥ ਤੇ ਨੇ, ਇਹ ਏ ਵੇ, ਠੀਕ ਹੈ ਜੀ। ਪ੍ਰੋਬੈਬਲੀ ਆਫ ਐਥੋ, ਇਹ ਰੇਸ, ਠੀਕ ਹੈ, ਐਥਨੇ ਜੈਂਟਾਈਲਸ। ਬਾਈ ਫੇਥ, ਪਿਸਟੋਸ, ਫੇਥ ਨੂੰ ਕਹਿੰਦੇ ਨੇ, ਇਹ ਲਿਖਿਆ ਪਿਸਟੋਸ, ਠੀਕ ਹੈ। ਅੱਗੇ ਇਹ ਲਿਖਿਆ ਪ੍ਰਿਓਇਨ ਗੇਲਿਸਟੋ, ਗਲੀਸਾਤੋ। ਮੈਂ ਵੈਸੇ ਤੁਹਾਨੂੰ ਦੱਸਣ ਡਿਆ ਵਾਂ ਕਿ ਅਸਲ ਤਹਿਕੀਕ ਕੀ ਹੈ, ਕਿ ਅਸਲ ਲਫ਼ਜ਼ ਪੜ੍ਹਨੇ ਸਿੱਖੋ। ਜਿਵੇਂ ਕੁਰਾਨ ਦੇ ਅਸਲ ਲਫ਼ਜ਼ ਦਾ ਮਤਲਬ ਕਿਸ ਤਰ੍ਹਾਂ ਪਤਾ ਲੱਗਦਾ? ਜੇ ਅਰਬੀ ਆਉਂਦੀ ਹੋਏ ਤੇ, ਉਹਦੀ ਗ੍ਰਾਮਰ ਆਉਂਦੀ ਹੋਏ ਤੇ, ਉਹਨੂੰ ਪੜ੍ਹਨਾ ਆਉਂਦਾ ਹੋਏ ਤੇ, ਉਹਨੂੰ ਵੇਖੋ ਕੁਰਾਨ 'ਚ ਕਿੱਥੇ ਕਿੱਥੇ ਇਸਤੇਮਾਲ ਹੋਇਆ, ਕਿੰਨਾ ਮਾਣਿਆਂ 'ਚ ਇਸਤੇਮਾਲ ਹੋਇਆ। ਇੰਜ ਹੀ ਇਹ ਲਫ਼ਜ਼ ਜਿਹੜਾ ਉਹ ਬਾਈਬਲ 'ਚ ਕਿੱਥੇ ਕਿੱਥੇ ਇਸਤੇਮਾਲ ਹੋਇਆ, ਕਿੰਨਾ ਮਾਣਿਆਂ 'ਚ ਇਸਤੇਮਾਲ ਹੋਇਆ, ਉਹ ਤੁਹਾਨੂੰ ਪਤਾ ਹੋਏਗਾ। ਤੇ ਇਹ ਜਿਹੜੇ ਫਰਾਡੀਏ ਤੁਹਾਨੂੰ ਫਰਾਡ ਲਾਉਂਦੇ ਜੀ, ਫਲਾਣਾ ਲਫ਼ਜ਼ ਫਲਾਣੀ ਜਗ੍ਹਾ ਤੇ ਲਾਨ ਤਾਨ ਲਿਖਿਆ, ਉਹਦਾ ਪਤਾ ਲੱਗ ਜਾਏਗਾ ਕਿ ਉੱਥੇ ਫਰਾਡ ਕੀਤਾ, ਇਹਨਾਂ ਨੇ ਉਰਦੂ 'ਚ ਲਫ਼ਜ਼ ਦਾ ਤਰਜਮਾ ਬਦਲਿਆ ਹੈ। ਇਹ ਵੇਖੋ ਲਿਖੋ, ਇਹ ਲਿਖਿਆ ਅਬਰਾਹਮ ਜਾਂ ਅਬਰਾਮ। ਇਹ ਵੇਖੋ ਅਸਲ ਨਾਂ ਕੀ ਹੈ? ਅਬਰਾਮ, ਤੇ ਅਬਰਾਹਮ ਉਹਨੂੰ ਲਿਖਿਆ ਜਾਂਦਾ। ਇਹ ਤੁਸੀਂ ਪੜ੍ਹ ਸਕਦੇ ਹੋ ਖੁਦ। ਇਹ ਅੰਗਰੇਜ਼ੀ ਨਾਲ ਮਿਲਦੇ ਜੁਲਦੇ ਅਲਫਾਬੈਟ ਨੇ। ਇਹਦੇ ਅਲਫਾਬੈਟ ਅਸਲ 'ਚ ਫਿਨੀਸੀਅਨ ਨੇ, ਫਿਨਿਕਸ ਇੱਕ ਜਗ੍ਹਾ ਹੁੰਦੀ ਸੀ, ਫਿਨੀਸੀਅਨ ਲੋਕ ਸਨ, ਉਹਨਾਂ ਨੇ ਅਲਫਾਬੈਟ ਇਜਾਦ ਕੀਤੇ ਨੇ, ਤੇ ਇਹ ਅਰਬਾਂ ਨੇ ਇਖਤਿਆਰ ਕੀਤੇ ਸਨ। ਅਰਬਾਂ ਦੇ ਜ਼ਰੀਏ ਇਹ ਜਿਹੜੇ ਨੇ ਗ੍ਰੀਕ 'ਚ ਆਏ ਸਨ, ਤੇ ਗ੍ਰੀਕੀਆਂ ਦੇ ਜ਼ਰੀਏ ਰੋਮ 'ਚ ਆਏ ਸਨ, ਤੇ ਰੋਮੀ ਲੈਟਿਨ ਦੇ ਜ਼ਰੀਏ ਇਹ ਸਾਰੇ ਯੂਰਪ 'ਚ ਫੈਲੇ ਨੇ। ਸਮਝਿਓ ਗੱਲ, ਇਹ ਅਲਫਾਬੈਟ ਹੈ ਹੀ ਅਰਬ ਨੇ, ਅਲਫ ਬੇ। ਤੇ ਇਹ ਗ੍ਰੀਕੀ ਜਿਹੜੇ ਨੇ ਨਾ, ਸੌਰੀ ਜਿਹੜੇ ਨੇ ਹਿਬਰੂ ਦੇ ਵੀ ਅਲਫਾਬੈਟ ਇਹੋ ਹੀ ਨੇ। ਸਮਝਿਓ ਗੱਲ, ਸਿਆਣੇ ਬੰਦੇ ਉਹ ਸਮਝ ਹੀ ਗਏ ਹੋਵੋਗੇ। ਇਹ ਤੁਸੀਂ ਵੇਖ ਸਕਦੇ ਹੋ ਕਿ ਇਹ ਲਿਖਿਆ ਅਲੀ ਆ, ਇਹ ਬੇ ਵੇ ਨਜ਼ਰ ਆਉਂਦਾ ਪਿਆ, ਠੀਕ ਹੈ, ਆ ਬੇ, ਇਹ ਰ ਵੇ ਤੇ ਇਹ ਆ ਵੇ, ਅਬਰਾ ਆ ਤੇ ਇਹ ਮਿਊ ਹੈ, ਮਿਊ, ਠੀਕ ਹੈ। ਤੇ ਇਹ ਕੀ ਲਿਖਿਆ? ਅਬਰਾਮ, ਅਬਰਾਮ ਨਜ਼ਰ ਆਉਂਦਾ ਪਿਆ, ਤੁਸੀਂ ਆਪ ਖੁਦ ਪੜ੍ਹ ਸਕਦੇ ਹੋ। ਤੇ ਇਹ ਉਹਦੀ ਟ੍ਰਾਂਸਲਿਟਰੇਸ਼ਨ ਵੀ ਲਿਖੀ ਹੈ, ਯਾਨੀ ਇਹ ਜੇ ਤੁਸੀਂ ਪੜ੍ਹ ਸਕਦੇ ਹੋ ਤਾਂ ਮਤਲਬ ਤੁਸੀਂ ਗ੍ਰੀਕੀ ਪੜ੍ਹ ਸਕਦੇ ਹੋ, ਠੀਕ ਹੈ। ਅਬਰਾਮ ਤੇ ਪੰਤਾ ਐਥਨੇ, ਇਹ ਫੇਰ ਉਹੀ ਆ ਗਿਆ ਐਥਨੇ। ਪਿੱਛੇ ਉਹਨੂੰ ਲਿਖਿਆ ਸੀ ਜੈਂਟਾਈਲਸ, ਇੱਥੇ ਲਿਖਿਆ ਨੇਸ਼ਨਸ, ਹਾਲਾਂਕਿ ਉਹ ਇੱਕੋ ਹੀ ਲਫ਼ਜ਼ ਹੈ। ਇਹ ਤੁਸੀਂ ਵੇਖ ਸਕਦੇ ਹੋ। ਇਹ ਕੀ ਲਿਖਿਆ ਜੀ? ਐਥਨੇ। ਇਹਦਾ ਤਰਜਮਾ ਕੀ ਕੀਤਾ ਹੈ? ਜੈਂਟਾਈਲਸ। ਕਿਉਂ ਬਈ? ਉਹ ਇੱਕੋ ਹੀ ਲਫ਼ਜ਼ ਦੇ ਦੋ ਤਰਜਮੇ ਕਿਉਂ ਨੇ? ਇੱਥੇ ਜੈਂਟਾਈਲਸ ਤੇ ਉੱਥੇ ਨੇਸ਼ਨਸ। ਇਹੋ ਹੀ ਐਥਨੇ ਉੱਥੇ ਵੇ ਤੇ ਇਹੋ ਹੀ ਐਥਨੇ ਇੱਥੇ ਵੇ। ਇਹ ਹੁੰਦੀ ਹੈ ਤਹਿਕੀਕ। ਇੰਜ ਪਤਾ ਲੱਗਦਾ ਕਿ ਅਗਲਾ ਫਰਾਡ ਕਿੰਜ ਕਰਦਾ। ਉਹੀ ਲਫ਼ਜ਼ ਹੈ। ਇਹ 1484 ਹੈ ਨਾ, ਵੇਖੋ ਜੀ, ਸਟਰੋਂਗ ਦਾ 1484, ਤੇ ਇਹ ਵਾਲਾ ਐਥਨੇ ਕਿਹੜਾ ਹੈ? ਸਟਰੋਂਗ ਦਾ 1484। ਇੱਕੋ ਹੀ ਲਫ਼ਜ਼ 100%। ਇੱਥੇ ਜੈਂਟਾਈਲਸ ਤਰਜਮਾ ਕੀਤਾ, ਇੱਥੇ ਨੇਸ਼ਨਸ ਤਰਜਮਾ ਕੀਤਾ। ਕਿਸ ਚੱਕਰ 'ਚ? ਵਿਲ ਬੀ ਬਲੈਸਡ,
NAO ਲੋਗੇ ਥੇਸੋਨਟਾਈ, ਠੀਕ ਹੈ ਜੀ। ਬਹਰਾਲ N ਸੋਈ ਦਾ ਮਤਲਬ ਹੈ ਯੂ। ਇਹ ਬਹਰਾਲ ਹੈ ਪੂਰੇ, ਮੈਂ ਤੁਹਾਨੂੰ ਇੱਕ ਯਾਨੀ ਕਿ ਗ੍ਰੀਕ ਦੇ ਵਿੱਚ ਪੜ੍ਹ ਕੇ ਸੁਣਾਤਾ ਹੈ। ਨਵਾਂ ਜਿਹੜਾ ਅਹਿਦਨਾਮਾ ਹੈ ਉਹਦੇ ਜਿੰਨੇ ਵੀ ਸਕ੍ਰਿਪਚਰ ਨੇ ਪੁਰਾਣੇ, ਯਾਨੀ ਕਿ ਅਸਲ ਇਹਨਾਂ ਦਾ ਅਕੀਦਾ ਇਹ ਵੇ ਕਿ ਉਹ ਗ੍ਰੀਕੀ ਚ ਲਿਖੇ ਗਏ ਸਨ। ਸਮਝਿਓ ਕਿ ਨਵਾਂ ਅਹਿਦਨਾਮੇ ਦੀ ਅਸਲ ਜ਼ੁਬਾਨ, ਜਿਸ ਤਰ੍ਹਾਂ ਕੁਰਾਨ ਦੀ ਅਸਲ ਜ਼ੁਬਾਨ ਅਰਬੀ ਹੈ, ਇੰਜ ਹੀ ਨਵੇਂ ਅਹਿਦਨਾਮੇ ਦੀ ਅਸਲ ਜ਼ੁਬਾਨ ਕੀ ਹੈ ਜੀ? ਗ੍ਰੀਕੀ। ਕੋਈ ਨੇ ਗ੍ਰੀਕ ਉਹਨੂੰ, ਪੁਰਾਣੀ ਗ੍ਰੀਕੀ। ਲੇਕਿਨ ਉਹ ਤੁਸੀਂ ਇਹ ਵੇਖ ਸਕਦੇ ਹੋ, ਪੜ੍ਹ ਸਕਦੇ ਹੋ, ਇਹ ਵੀ ਜੇ ਤੁਸੀਂ ਪੜ੍ਹਨਾ ਚਾਹੋ। ਠੀਕ ਹੈ, ਗ੍ਰਾਫੇ ਲਿਖਿਆ, ਇਹ ਤੁਹਾਨੂੰ ਅੱਗੇ ਸਕ੍ਰਿਪਚਰ ਵਿਖਾਇਆ ਸੀ। ਇਹ ਬਾਹਰ ਇੱਕ ਮਿਸਾਲ ਤੁਹਾਨੂੰ ਦਿੱਤੀ ਹੈ ਕਿ ਨੰਬਰ 1 ਤੇ ਤੁਸੀਂ ਰੈਫਰੈਂਸ ਕਿੰਜ ਲੱਭਣਾ ਹੈ ਕਿ ਜਦੋਂ ਲਿਖਿਆ ਹੈ ਕਿ ਲਿਖਾ ਹੈ, ਕਹਾ ਗਿਆ ਹੈ, किताबे मुकद्दस कहती है, नबियों के जरिए कहा गया है, इन्हां सारियां गल्लां दा एक ही मतलब है कि पुराने अहदनामे च इहदा रैफरेंस होना चाहिए। वो तुसीं क्रॉस रैफरेंस इत्थों लभ सकदे हो। दूसरा असल टैक्सट तुहानूं लभ जांदा है कि इहदा असल टैक्सट की है, ते जे किसी लफज दे उत्ते सारी बहस दा मदार होए ते उस लफज दा फिर वाल दी खल ला सकदे हो कि इस लफज तो की मुराद। क्यों जी, समझ आ रही है कि नहीं आ रही? हैं जी, आ रही है। ਇਹ ਬੜੀ ਅੱਛੀ ਗੱਲ ਹੈ। ਥੱਲੇ ਟੈਕਸਟ ਵੀ ਕਿਸੇ ਨੂੰ ਸਮਝ ਆ ਰਹੀ ਹੈ ਕਿ ਉੱਥੇ ਨੀਂਦਰ ਆ ਰਹੀ ਹੈ? ਤੇ ਮੈਨੂੰ ਲੱਗਦਾ ਡਬਲ ਟੈਪ ਕੋਈ ਨਹੀਂ ਕਰ ਰਿਹਾ ਕਿਉਂਕਿ 35 ਬੰਦੇ ਬੈਠੇ ਨੇ। ਲੇਕਿਨ ਚਲੋ ਕੋਈ ਨਹੀਂ ਗੱਲ ਹੈ। ਕ੍ਰਿਸਚੀਅਨਿਟੀ ਦੀ ਨਾ ਅਕਸਰ ਲੋਕਾਂ ਨੂੰ ਸਮਝ ਕੋਈ ਨਹੀਂ ਆਉਂਦੀ, ਨਾ ਹੀ ਲੋਕਾਂ ਦਾ ਦਿਲ ਕਰਦਾ। ਲੇਕਿਨ ਖਾਸ ਤੌਰ ਤੇ ਜਿਹੜੇ ਯੂਰਪ 'ਚ ਰਹਿੰਦੇ ਨੇ, ਬਾਹਰ ਪਾਕਿਸਤਾਨ ਤੋਂ ਬਾਹਰ ਰਹਿੰਦੇ ਨੇ, ਉਹਨਾਂ ਵਾਸਤੇ ਤੇ ਇੰਤਹਾਈ ਜ਼ਰੂਰੀ ਮਜ਼ਮੂਨ ਹੈ ਕ੍ਰਿਸਚੀਅਨਿਟੀ ਦਾ। ਮਸੀਹ ਮਊਦ अलैहिस्सलाम ਦੇ ਦੋ ਕੰਮ ਨੇ। ਇੱਕ ਜਿਹੜੇ 72 ਗੁੰਮਰਾਹ ਫਿਰਕੇ ਨੇ ਉਹਨਾਂ ਦੀ ਰਹਿਨੁਮਾਈ ਕਰਨਾ, ਤੇ ਇੱਕ ਸਾਰੀ ਦੁਨੀਆ 'ਚ ਇਸਲਾਮ ਫੈਲਾਣਾ ਤੇ ਕਸਰੇ ਸਲੀਬ ਕਰਨਾ। ਠੀਕ ਹੈ, ਕ੍ਰਿਸਚੀਅਨਿਟੀ ਦੇ ਅਕਾਇਦ ਦਾ ਲੱਕ ਤੋੜਨਾ। ਕ੍ਰਿਸ਼ਨਾ ਦਾ ਲੱਕ ਅਸੀਂ ਨਹੀਂ ਤੋੜਦੇ, ਉਹ ਲੱਕ ਸਲਾਮਤ ਰੱਖਣ, ਕਿਉਂਕਿ ਉਹਨਾਂ ਦੀਆਂ ਵਿੱਚੋਂ ਨਸਲਾਂ ਦੇ ਵਿੱਚੋਂ ਇਨਸ਼ਾਅੱਲਾ ਅਹਿਮਦੀ ਮੁਸਲਮਾਨ ਪੈਦਾ ਹੋਣਗੇ। ਤੇ ਅਸੀਂ ਤੁਹਾਡੇ ਅਕਾਇਦ ਤੁਹਾਡੇ ਸਾਹਮਣੇ ਪੇਸ਼ ਕਰਨੇ ਨੇ, ਹਕੀਕਤ ਪੇਸ਼ ਕਰਨੀ ਹੈ, ਤਹਿਕੀਕ ਦਾ ਤਰੀਕਾ ਦੱਸਣਾ। ਅਸੀਂ ਵੀ ਕਰਾਂਗੇ, ਤੁਸੀਂ ਵੀ ਕਰੋ। ਤੁਸੀਂ ਇਸਲਾਮ ਤੇ ਕਰੋ, ਅਸੀਂ ਕ੍ਰਿਸਚੀਅਨਿਟੀ ਤੇ ਕਰਨੇ ਆ। ਅਸੀਂ ਤੁਹਾਡੀ ਖਿਦਮਤ ਕਰਨੇ ਆ, ਤੁਸੀਂ ਸਾਡੀ ਕਰੋ। ਲੜੋ ਨਾ, ਤੋਹੀਨ ਨਾ ਕਰੋ, ਬਦਜ਼ਬਾਨੀ ਨਾ ਕਰੋ, ਤਸਵੀਰਾਂ ਐਡਿਟ ਕਰਕੇ ਨਾ ਲਾਓ। ਤੁਸੀਂ ਲਾਓਗੇ ਸਾਡਾ ਕੋਈ ਨੁਕਸਾਨ ਨਹੀਂ। ਇੱਕ ਤੇ ਤੁਹਾਡੀ ਕਬਰ ਕਾਲੀ ਹੋਣੀ ਹੈ, ਦੂਸਰਾ ਯਿਸੂ ਨੇ ਤੁਹਾਡੇ ਮੂੰਹ ਤੇ ਠੁੱਡੇ ਮਾਰਨੇ ਨੇ ਕਿ ਤੁਸੀਂ ਕਿੱਧਰ ਆ ਗਏ ਹੋ, ਤੁਸੀਂ ਤੇ ਬਕਵਾਸੀ ਹੋ, ਤੁਹਾਨੂੰ ਮੈਂ ਜਿਹੜੀ ਤਾਲੀਮ ਦੇ ਕੇ ਗਿਆ ਤੁਸੀਂ ਉਹਦੇ ਤੇ ਅਮਲ ਹੀ ਨਹੀਂ ਕੀਤਾ। ਤੇ ਜੇ ਵਾਕਈ ਤੁਹਾਨੂੰ ਯਿਸੂ ਦੀ ਕੋਈ ਗੈਰਤ ਹੈ ਤੇ ਯਿਸੂ ਦੀ ਗੱਲ ਮੰਨੋ। ਇਹ ਮੈਂ ਤੁਹਾਨੂੰ ਹੁਣੇ ਇਸੇ ਬਾਈਬਲ ਦੇ ਵਿੱਚੋਂ ਵਹਾਵਾਂਗਾ ਕਿ ਯਿਸੂ ਨੇ ਕਿਹਾ ਕਿ ਖੁਦਾ ਦੀ ਬਾਦਸ਼ਾਹ 'ਚ ਉਹ ਸ਼ਾਮਲ ਹੋਏਗਾ ਜਿਹੜਾ ਮੇਰੀ ਗੱਲ ਮੰਨਦਾ ਹੈ। ਮੈਂ ਉਹ ਗੱਲ ਕਹਿਣਾ ਜਿਹੜਾ ਮੈਨੂੰ ਭੇਜਣ ਵਾਲਾ ਦੱਸਦਾ। ਇਹੋ ਹੀ ਨਬੂਵਤ ਹੈ। ਉਹ ਇੱਕ ਨਬੀ ਸੀ ਜੇ ਹੈ ਸੀ। ਤੇ ਬਾਈਬਲ 'ਚ ਜਿਹੜਾ ਜੇ ਤੁਸੀਂ ਕਹਿੰਦੇ ਹੋ ਖੁਦਾਈ ਦਾ ਦਾਵਾ ਕੀਤਾ, ਉਹ ਤੇ ਕਾਫਰ ਤੇ ਮੁਸ਼ਰਕ ਜਨਮੀ ਤੇ ਗੁੰਮਰਾਹ ਸੀ। ਜੇ ਉਹ ਕਹਿੰਦਾ ਸੀ ਮੈਂ ਖੁਦਾ ਵਾਂ, ਜਿਹੜਾ ਖੁਦਾਈ ਦਾ ਦਾਵਾ ਕਰੇ ਉਸ ਤੋਂ ਵੱਡਾ ਜ਼ਲੀਲ ਤੇ ਦੁਨੀਆ 'ਚ ਕੋਈ ਹੈ ਹੀ ਨਹੀਂ। ਇਹ ਬਾਈਬਲ 'ਚ ਲਿਖਿਆ ਹੈ, ਤੁਹਾਨੂੰ ਮੈਂ ਵਹਾ ਦੇਣਾ, ਨਵੇਂ ਅਹਿਦਨਾਮੇ 'ਚ ਵੀ ਪੁਰਾਣੇ ਅਹਿਦਨਾਮੇ 'ਚ। ਤੇ ਅਸੀਂ ਇੱਥੇ ਪਹੁੰਚੇ ਹਾਂ ਜੀ 8ਵੇਂ ਫਿਕਰੇ ਤੱਕ कि किताब मुक़द्दस ने कह दिया कि खुदा गैर कौमों को ईमान से रास्तबाज़ ठहराएगा। पहले ही इब्राहिम को यह खुशखबरी सुना दी, तेरे बाद सब कौमें बरकत पाएंगी। ਤੇ ਵੇਖ ਲਓ ਜੇ ਪਾਈ ਵੀ ਹੈ ਤੇ ਇਬਰਾਹੀਮ ਦੀ ਔਲਾਦ 'ਚੋਂ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਪੈਦਾ ਹੋਏ ਨੇ। ਉਹਨਾਂ ਦੇ ਜ਼ਰੀਏ ਸਾਰੀਆਂ ਕੌਮਾਂ 'ਚ ਪੈਗਾਮ ਗਿਆ ਹੈ। ਉਹਨਾਂ ਨੇ ਕਿਹਾ ਹੈ ਸਾਰਿਆਂ ਨੂੰ ਪੈਗਾਮ ਪਹੁੰਚਾਓ। ਲੇਕਿਨ ਕ੍ਰਿਸਚੀਅਨਿਟੀ ਦੇ ਵਿੱਚ ਇੱਥੇ ਨਵੇਂ ਅਹਿਦਨਾਮੇ 'ਚ ਤੁਹਾਨੂੰ ਵਹਾਵਾਂਗੇ ਤਸੱਵਰ ਪਾਇਆ ਜਾਂਦਾ ਹੈ ਕਿ ਯਿਸੂ ਸਿਰਫ ਯਹੂਦੀਆਂ ਵਾਸਤੇ ਆਇਆ ਸੀ, ਸਾਰੀਆਂ ਕੌਮਾਂ ਵਾਸਤੇ ਨਹੀਂ ਸੀ ਆਇਆ। ਪੌਲੁਸ ਨੇ ਆਪਣਾ ਨਵਾਂ ਅਕੀਦਾ ਘੜ ਕੇ ਸਾਰੀ ਦੁਨੀਆ 'ਚ ਫੈਲਾਇਆ। ਠੀਕ ਹੈ, ਉਹ ਤੁਹਾਡੇ ਸਾਹਮਣੇ ਸਾਬਤ ਅਸੀਂ ਕਰ ਰਹੇ ਹਾਂ। ਤੇ ਇਹ ਬਾਈਬਲ ਉਹ ਐਟਮੀ ਹਥਿਆਰ ਤੋਂ ਵੀ ਵੱਡਾ ਹਥਿਆਰ ਹੈ ਜਿਹਦੇ ਜ਼ਰੀਏ ਤੁਸੀਂ ਕ੍ਰਿਸਚਨ ਦੁਨੀਆ ਨੂੰ ਫਤਹ ਕਰ ਸਕਦੇ ਹੋ। ਇਹ ਛੋਟੀ ਗੱਲ ਨਹੀਂ, ਲਿਖ ਲਓ ਕਿਧਰੇ ਕਿ ਬਾਈਬਲ ਉਹ ਹਥਿਆਰ ਹੈ ਜਿਹਦੇ ਜ਼ਰੀਏ ਤੁਸੀਂ ਕ੍ਰਿਸਚਨ ਦੁਨੀਆ ਨੂੰ ਫਤਹ 2.5 ਅਰਬ ਕ੍ਰਿਸਚਨ ਹੈ, 2.5 ਅਰਬ ਕ੍ਰਿਸਚਨ। ਤੇ ਜੇ ਤੁਸੀਂ ਉਹਨਾਂ ਨੂੰ ਅਹਿਮਦੀ ਮੁਸਲਮਾਨ ਬਣਾਉਣ ਦੀ ਕੋਸ਼ਿਸ਼ ਕਰੋ ਤੇ ਨਾਲ ਤੁਹਾਨੂੰ ਬਾਈਬਲ ਹਿਫਜ਼ ਹੋਵੇ ਤੇ ਜਨਾਬ ਤੁਸੀਂ ਉਹਦੇ ਵਿੱਚੋਂ ਦਲਾਇਲ ਪੇਸ਼ ਕਰੋ ਤੇ ਅੱਲਾ ਜਾਣਦਾ ਕਿਹਨੂੰ ਅੱਲਾਹ ਤਾਲਾ ਨੇ ਹਿਦਾਇਤ ਦੇਣੀ ਹੈ। ਸਾਡਾ ਤੇ ਕੰਮ तहकीक पेश करना। ठीक है जी, आगे लिखा पास जो ईमान वाले हैं वो ईमानदार इब्राहिम के साथ बरकत पाते हैं क्योंकि जितने शरीयत के अमाल पर तकिया करते हैं। वेखो ओदी तबलीग ही ये वे, पौलुस दा नजरिया ही ये वे कि शरीयत कख भी नहीं। क्यों जी, शुरू तो मैं तुहानू पढ़ के दस्सिया है, तुहानू मेन तसव्वुर दस्से ने, दो ग्रोह दस्से ने। सारी दलील जिहड़ी ਉਹ ਬਾਈਬਲ ਦੇ ਵਿੱਚੋਂ ਅਸੀਂ ਵਹਾਵਾਂਗੇ। ਅਸੀਂ ਆਪਣੇ ਕੋਲੋਂ ਗੱਪਾਂ ਮਾਰਨ ਦੇ ਆਦੀ ਨਹੀਂ। ਜਿਹੜੀ ਗੱਲ ਕਰ ਰਹੇ ਹਾਂ ਪੜ੍ਹ ਕੇ ਕਰ ਰਹੇ ਹਾਂ ਕਿ ਉਹ ਕਹਿ ਰਹੇ ਸ਼ਰੀਅਤ ਦਾ ਅਮਲ ਕੋਈ ਚੀਜ਼ ਨਹੀਂ। ਸ਼ਰੀਅਤ ਨੂੰ ਖਾਸ ਤੌਰ ਤੇ ਗੈਰ ਯਹੂਦੀਆਂ ਵਾਸਤੇ ਉਹ ਕਹਿੰਦਾ ਕੋਈ ਜ਼ਰੂਰੀ ਨਹੀਂ। ਨਾ ਤੁਸੀਂ ਸਰਕਮਸਾਈਜ਼ ਕਰੋ, ਨਾ ਖਤਨਾ ਕਰਾਓ, ਸੂਰ ਵੀ ਖਾਓ, ਸ਼ਰਾਬਾਂ ਵੀ ਪੀਓ, ਕੋਈ ਸ਼ਰੀਅਤ ਕੱਖ ਨਹੀਂ ਤੁਹਾਡੇ ਵਾਸਤੇ ਹੈ। ਸਿਰਫ ਇਹ ਮੰਨੋ ਕਿ ਇਹ ਯਿਸੂ ਸਾਹਿਬ ਨੇ ਸਾਡੇ ਵਾਸਤੇ ਖੁਦਕੁਸ਼ੀ ਕੀਤੀ ਹੈ, ਤੁਸੀਂ ਬਖਸ਼ੇ ਗਏ। ਇਹ ਉਹਦਾ ਤਸੱਵੁਰ ਹੈ ਜਿਹੜੀ ਕਿ ਉਹਨੇ ਕ੍ਰਿਸਚੀਅਨਿਟੀ ਦੇ ਲੱਕ 'ਚ ਛੁਰਾ ਮਾਰਿਆ ਤੇ ਯਿਸੂ ਦੀ ਅਸਲ ਤਾਲੀਮ ਨੂੰ
ਤਹਿਸ ਨਹਿਸ ਕਰ ਦਿੱਤਾ, ਉਹ ਪੌਲੋ ਸਾਹਿਬ ਨੇ। ਇਹ ਤੁਹਾਨੂੰ ਬਾਈਬਲ ਦੇ ਵਿੱਚੋਂ ਆ ਰਿਹਾ। ਉਹ ਕਹਿੰਦਾ ਜਿਤਨੇ ਸ਼ਰੀਅਤ ਕੇ ਅਮਾਲ ਪਰ ਤਕੀਆ ਕਰਤੇ हैं, ਉਹ ਜਿਤਨੇ ਕੌਣ ਨੇ? ਉਹ ਅਸਲ 'ਚ ਯਹੂਦੀ ਸਨ। ਇਹ ਯਹੂਦੀਆਂ ਦੇ ਗੈਰ ਯਹੂਦੀਆਂ ਨੂੰ ਜਾ ਕੇ ਇਹ ਤਾਲੀਮ ਦੇ ਰਿਹਾ। ਉਹ ਸਭ ਲਾਨਤ ਕੇ ਮਾਤਹਤ ਹੈ। ਇੱਥੋਂ ਗੱਲ ਸ਼ੁਰੂ ਹੁੰਦੀ ਹੈ, क्योंकि जितने शरीयत के अमाल पर तकिया करते हैं वो लानत के मातहत है। कि जेड़ा शरीयत नु मन्नेगा ਉਹਦੇ ਤੇ ਲਾਨਤ ਪਏਗੀ, ਤੇ ਜਿਹੜਾ ਸ਼ਰੀਅਤ ਨੂੰ ਨਾ ਮੰਨੇਗਾ ਉਹ ਲਾਨਤ ਤੋਂ ਬਚ ਗਿਆ। ਕਿਉਂਕਿ ਸ਼ਰੀਅਤ ਮੰਨਣ ਤੋਂ ਬਾਅਦ ਲਾਨਤ ਪੈਂਦੀ। ਮੈਂ ਮੰਨਣਾ ਹੀ ਨਾ ਬਈ ਸ਼ਰੀਅਤ ਨੂੰ, ਮੈਂ ਕੱਖ ਸਮਝਦਾ ਹੀ ਨਹੀਂ, ਤੇ ਜਦੋਂ ਮੈਂ ਉਹਨੂੰ ਮੰਨਦਾ ਹੀ ਨਹੀਂ ਤੇ ਮੇਰੇ ਤੇ ਪਏਗੀ ਵੀ ਨਹੀਂ। ਜਦੋਂ ਮੈਂ ਕਿਸੇ ਸਕੂਲ ਦਾਖਲਾ ਨਹੀਂ ਲੈਣਾ ਤੇ ਉਹਦੀਆਂ ਸਜ਼ਾਵਾਂ ਵੀ ਮੈਨੂੰ ਨਹੀਂ ਲੱਭਣੀਆਂ ਕਿ ਤੂੰ ਛੁੱਟੀ ਕਿਉਂ ਕੀਤੀ, ਤੂੰ ਕੰਮ ਤੇ ਕਿਉਂ ਨਹੀਂ ਆਇਆ। ਮੈਂ ਕਿਸੇ ਜਗ੍ਹਾ ਤੇ ਕੰਮ ਕਰਕੇ ਕੁੰਡੀ ਗੁੰਗ ਦੇ ਕੇ ਕੰਮ ਛੱਡ ਕੇ ਘਰ ਬਹਿ ਜਾਣਾ ਕਿ ਮੈਂ ਨਹੀਂ ਬਈ ਤੁਹਾਡੇ ਕੋਲ ਕੰਮ ਕਰਨਾ, ਤੇ ਉਹਨਾਂ ਦੇ ਕਾਨੂੰਨ ਮੇਰੇ ਤੇ ਲਾਗੂ ਨਹੀਂ ਹੋਣਗੇ। ਮੈਂ ਕਹਾਂਗਾ ਮੈਂ ਭਾਈ ਤੇਰੇ ਕੋਲ ਕੰਮ ਹੀ ਨਹੀਂ ਕਰਦਾ ਤੇ ਤੇਰੇ ਕਾਹਦੇ ਲਈ ਮੇਰੇ ਤੇ ਕਾਨੂੰਨ ਲਾਗੂ ਹੋਣੇ ਨੇ। ਇਸ ਤਰ੍ਹਾਂ ਹੀ ਉਹ ਕਹਿੰਦਾ ਹੈ ਕਿ ਸ਼ਰੀਅਤ ਨੂੰ ਜਿਹੜਾ ਮੰਨੇਗਾ ਉਹਦੇ ਤੇ ਸ਼ਰੀਅਤ ਦੀਆਂ ਲਾਨਤਾਂ ਪੈਣਗੀਆਂ, ਤੇ ਜੇ ਅਸੀਂ ਸ਼ਰੀਅਤ ਤੇ ਲਾਨਤ ਪਾ ਦਈਏ ਯਾਨੀ ਸ਼ਰੀਅਤ ਹੀ ਛੱਡ ਦਈਏ ਤੇ ਸਾਡੇ ਤੇ ਲਾਨਤਾਂ ਵੀ ਨਾ ਪੈਣਗੀਆਂ। ਇਹ ਤਸੱਵਰ ਹੈ ਜਿਹੜਾ ਉਹ ਪੇਸ਼ ਕਰਦਾ। ਕੋਈ ਕ੍ਰਿਸਚੀਅਨ ਡਰਾਮੇਬਾਜ਼ ਇਹਦਾ ਜਵਾਬ ਨਹੀਂ ਦੇ ਸਕਦਾ। ਭਾਈ ਤੁਸੀਂ ਸਾਡੇ ਤੇ ਆ ਕੇ ਨਹੀਂ ਦੇ ਸਕਦੇ, ਆਪਣੀਆਂ ਸਟਰੀਮਾਂ ਤੇ ਇਲਮੀ ਗੱਲ ਕਰੋ। ਤਸਵੀਰਾਂ ਲਾ ਕੇ ਗਾਲਾਂ ਕੱਢਣੀਆਂ, ਤੋਹੀਨ ਕੱਢਣੀਆਂ, ਸਾਡੀ ਸ਼ਾਨ 'ਚ ਕੋਈ ਫਰਕ ਨਹੀਂ ਪੈਂਦਾ। ਉਸ ਬੰਦੇ ਦੀ ਸ਼ਾਨ 'ਚ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਖਿਲਾਫ ਕਰੋ, ਮਸੀਹ ਮੌਊਦ अलैहिस्सलाम ਦੇ ਖਿਲਾਫ ਕਰੋ, ਕੋਈ ਉਹਦੀ ਸ਼ਾਨ ਵੱਧਦੀ ਹੈ ਉਹਦੇ ਨਾਲ। ਲੇਕਿਨ ਇਹ ਹਕੀਕਤ ਜਦੋਂ ਤੁਹਾਡੇ ਲੋਕ ਸੁਣਨਗੇ, ਕ੍ਰਿਸਚੀਅਨ ਸੁਣਨਗੇ, ਮੁਸਲਮਾਨ ਸੁਣਨਗੇ, ਤੇ ਤੁਹਾਡੇ ਬਰਾਬਰ ਗੰਡਾ ਤੋਂ ਵੜ ਗਿਆ। ਇਹ ਸਾਡਾ ਮਕਸਦ ਹੈ ਕਿ ਅਸੀਂ ਤਹਿਕੀਕ ਲੋਕਾਂ ਦੇ ਸਾਹਮਣੇ ਪੇਸ਼ ਕਰਕੇ ਅਸਲ ਹਕਾਇਕ ਪੇਸ਼ ਕਰੀਏ। ਫਿਰ ਉਹ ਜੋ ਮਰਜ਼ੀ ਨਤੀਜਾ ਕੱਢੇ, ਇਨਸਾਨ ਦਾ ਦਿਮਾਗ ਹੈ ਉਹ ਤਹਿਕੀਕ ਦੀ ਰੋਸ਼ਨੀ ਵਿੱਚ ਉਹ ਸਹੀ ਨਤੀਜਾ ਕੱਢ ਸਕਦਾ। ਤੇ ਜਿਹੜਾ ਫੇਰ ਵੀ ਗੁੰਮਰਾਹ ਰਹਿਣਾ ਚਾਹੁੰਦਾ, ਸਾਡੇ ਤੇ ਕੋਈ ਭਾਰ ਨਹੀਂ। ਸਾਡੇ ਵੱਲੋਂ ਜਾਓ ਜਹੰਨਮ 'ਚ, ਜਿੱਥੇ ਮਰਜ਼ੀ ਜਾਓ, ਆਪਣੀ ਆਪਣੀ ਕਬਰ 'ਚ ਸਾਰਿਆਂ ਜਾਣਾ। ਮੇਰੀ ਕਬਰੇ ਤੇ ਨਹੀਂ ਸਾਰਿਆਂ ਪੈਣਾ, ਨਾ ਮੈਂ ਸਾਰਿਆਂ ਦੀ ਕਬਰ 'ਚ ਪੈਣਾ। मैं कोई यसूह थोड़ा। बहरहाल 10वें च लिखा क्योंकि जितने शरीयत के अमाल पर तकिया करते हैं वो सब लानत के मातहत हैं। चुनाचे लिखा है वेखे जे एदा की मतलब है, एक किथों रेफरेंस लभना है। हेलो पिंड वाले जी 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 अच्छा मैं उथे कंप्यूटर ते भी ना, हाँ हुण हो गई एक्टिव, सही। अच्छा चुनाचे लिखा है तो क्यों मुराद है कि पुराने अहदनामे में लिखा है कि जो कोई उन सब बातों के करने पर कायम नहीं रहता जो शरीयत की किताब में लिखी हैं वो लानती है। आवाज नहीं आ रही, आवाज नहीं आ रही, कमाल हो गई यार, आवाज नहीं आ रही मेरी। ਉੱਤੇ ਤੇ ਆ ਰਹੀ ਹੈ। आ रही है मेरे साहब, थल्ले और किसी नु आ रही है? वो लिखा होना बहुत प्यारी आ रही, हाँ मेरी आवाज है प्यारी, अल्लाह दे बहुत प्यारी आवाज आ रही थी। अच्छा थी, हुण आ रही। अच्छा 12 हैंग हो गई होनी है। ਤੁਹਾਨੂੰ ਪਤਾ ਫਿਰ ਸਾਈਆਂ ਨੇ ਰਿਪੋਰਟਾਂ ਵੀ ਮਾਰਨੀਆਂ ਨੇ, ਸਾਰਾ ਕੁਝ ਹੋਣਾ ਹੈ। ਤੁਸੀਂ ਡਬਲ ਟੈਪ ਨਾ ਕਰੋਗੇ ਤੇ ਉਹਨਾਂ ਦੀਆਂ ਰਿਪੋਰਟਾਂ ਕੰਮ ਕਰਨਗੀਆਂ, ਤੁਸੀਂ ਡਬਲ ਟੈਪ ਕਰੋਗੇ ਤੇ ਉਹਨਾਂ ਦੀਆਂ ਰਿਪੋਰਟਾਂ ਨਹੀਂ ਕੰਮ ਕਰਨਗੀਆਂ। ਇਹ ਹੁਣ ਤੁਹਾਡਾ ਕੰਮ ਹੈ, ਮੈਂ ਤੇ ਆਪਣਾ ਕਰਨ ਰਿਹਾ। अच्छा जी लिखा है जो कोई उन सब बातों के करने पर कायम नहीं रहता जो शरीयत की किताब में लिखी है वो सब लानती है। वो लानती है। कौन लानती है? ये नहीं उन्हें लिखा उन्होंने लोग लानती लानती कहते हैं, वो खुद लानती है जो शरीयत दी किताब च लिखियां गल्लां ते अमल नहीं करता। हुण इहदा रेफरेंस लभना कित्थे लिखिआ, बाज़ बाइबलां जिहड़ियां हुंदियां ने उन्हां दे नाल रेफरेंस थल्ले नोट्स दे विच दित्ते हुंदे ने, वो भी मैं तुहानूं इत्थे विखा दिंदा, वो भी मेरे कोल पईआं ने क्रॉस रेफरेंस। लेकिन इत्थे वेखो ਇਹ ਉਹਨੇ ਦੱਸਿਆ ਹੈ ਜੀ, ਇਹ ਕ੍ਰਾਸ ਰੈਫਰੈਂਸ ਵੇਖ ਲੈਨੇ ਆ ਕੀ ਲਿਖਿਆ। ਜੈਨੇਸਿਸ 4:11 ਪੈਦਾਇਸ਼ ਦੀ ਕਿਤਾਬ ਚੌਥਾ ਬਾਬ 11ਵਾਂ ਫਿਕਰਾ ਲਿਖਿਆ, ਨਾਓ ਯੂ ਆਰ ਕਰਸਡ ਐਂਡ ਬੈਨਿਸ਼ਡ ਫਰੋਮ ਦੀ ਗਰਾਊਂਡ which has opened its mouth to receive your brother's blood from your hand। ਕਿਉਂਕਿ ਤੁਸੀਂ ਆਪਣੇ ਭਰਾ ਨੂੰ ਕਤਲ ਕੀਤਾ ਹੈ, ਇਸ ਵਾਸਤੇ ਜ਼ਮੀਨ ਲਾਨਤੀ ਹੋ ਗਈ ਹੈ ਤੁਹਾਡੇ ਵਾਸਤੇ, ਤੁਹਾਡੀ ਵਜ੍ਹਾ ਤੋਂ। ਫਿਰ ਡਿਊਟਰੋਨੋਮੀ ਚ ਲਿਖਿਆ ਹੈ 27:6 ਚ, cursed is he who does not put the words of this law into practice। ਡਿਊਟਰੋਨੋਮੀ ਚ ਵੀ ਕੀ ਲਿਖਿਆ ਜੀ, ਜਿਹੜਾ ਇਸ ਕਾਨੂੰਨ ਦੇ ਉੱਤੇ ਅਮਲ ਨਹੀਂ ਕਰਦਾ, ਜਿਹੜੀ ਸ਼ਰੀਅਤ ਦੀ ਕਿਤਾਬ ਚ ਲਿਖੇ ਨੇ, ਉਹ ਲਾਨਤੀ ਹੈ। ਕਿਉਂ? ਕੌਣ ਲਾਨਤੀ ਹੈ ਜੀ?
ਜਿਹੜਾ ਸ਼ਰੀਅਤ 'ਚ ਕਿਤਾਬ 'ਚ ਲਿਖੀਆਂ ਗੱਲਾਂ ਤੇ ਅਮਲ ਨਹੀਂ ਕਰਦਾ ਉਹ ਲਾਨਤੀ ਏ। ਅੱਛਾ ਵੇਖ ਲੈਨੇ ਆ ਜੀ ਕਿਹੜਾ ਹਵਾਲਾ ਹੈ। ਇੱਥੋਂ ਤੁਸੀਂ ਹਵਾਲਾ ਉਰਦੂ 'ਚ ਲੱਭ ਸਕਦੇ ਹੋ, ਡਿਊਟਰੋਨੋਮੀ 27:26। ਇਹ ਡਿਊਟਰੋਨੋਮੀ ਦੀ ਕਿਤਾਬ ਹੈ ਜੀ, ਇਹਦਾ 27 ਤੇ 26 ਨੰਬਰ ਫਿਕਰਾ। ਇਹ ਵੇਖੋ ਇਹ 26 ਨੰਬਰ ਆ ਗਿਆ। ਠੀਕ ਹੈ ਜੀ, ਕੀ ਲਿਖਿਆ ਵੇਖੋ ਲਾਨਤ। ਇਹ ਲਾਨਤਾਂ ਗਿਣੋ, ਲਾਨਤ 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 ਲਾਨਤ, ਕਿੰਨੀਆਂ ਲਾਨਤਾਂ, ਲਾਨਤ ਲਾਨਤ, ਕਿੰਨੀਆਂ ਲਾਨਤਾਂ ਨੇ ਇਹਦੇ 'ਚ। ਠਹਿਰੋ ਮੈਂ ਗਿਣ ਕੇ ਦੱਸ। ਇਹ ਵੇਖੋ ਲਾਨਤ 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 ਲਾਨਤ। ਠੀਕ ਹੈ ਜੀ, ਇਹ ਕਿਹੜਾ ਹੈ ਜੀ ਚੈਪਟਰ 5ਵੀਂ ਕਿਤਾਬ ਇਸਤਸਨਾ ਉਰਦੂ 'ਚ, ਡਿਊਟਰੋਨੋਮੀ ਅੰਗਰੇਜ਼ੀ 'ਚ 27ਵਾਂ ਚੈਪਟਰ। ਉਹਦੇ 'ਚ ਲਿਖਿਆ ਹੈ ਉਹ ਜਿਹੜੀ ਲਾਨਤ ਦਾ ਉੱਥੇ ਜ਼ਿਕਰ ਹੋਇਆ। ਇਹ ਇਸ ਵਾਸਤੇ ਜ਼ਰੂਰੀ ਹੈ ਸਮਝਣਾ ਕਿ ਫਿਰ ਉਹਦਾ ਪਤਾ ਲੱਗੇਗਾ ਕਿ ਉਹ ਲਾਨਤ ਦਾ ਲਫ਼ਜ਼ ਕਿਉਂ ਇस्तेमाल ਪਿਆ ਕਰਦਾ। लिखा और रोबन और जद और आशर और जबूलून और दान और नफ्ताली कोहे इबाल पर खड़े होकर लानत सुनाए। की सुनाए जी? लानत की है जी? लानत उस आदमी पर जो कारीगरी की सनत की तरह खोदी हुई या ढाली हुई मूरत बनाकर जो खुदावंद के नजदीक मकरूह है उसको किसी पुशीदा जगह में नस्ब करे और सब लोग जवाब दें और कहें आमीन। क्यों जी? जेड़ा बुत बनाए ते ए जेड़े रोमन कैथोलिक ने इन्होंने ते बुत बना के चौंका च लाए ने, अपनियां चर्चां च लाए ने। ठीक है जी, मूर्तां बनाते ने यसू दियां भी ते मरियम दियां भी। ते इस लानत दे तहत है ने कि नहीं है? ਇਹ ਜਿਹੜੇ ਪ੍ਰੋਟੈਸਟੈਂਟ ਨੇ ਨਾ ਉਹਨਾਂ ਨੂੰ ਇਹਦੇ ਤਹਿਤ ਲਾਨਤੀ ਮੰਨਦੇ ਨੇ ਕਿ ਇਹ ਮੂਰਤਾਂ ਬਣਾਉਂਦੇ ਨੇ। ਅੱਗੇ ਵੀ ਹੈ 16ਵੀਂ ਚ, ਲਾਨਤ ਉਸ ਪਰ ਜੋ ਆਪਣੇ ਬਾਪ या मां को हकीर जाने और सब लोग कहें आमीन। ਹੁਣ ਯਿਸੂ ਦੇ ਬਾਰੇ ਚ ਲਿਖਿਆ ਹੈ ਕਿ ਉਹਦੀ ਮਾਂ ਆਈ ਤੇ ਉਹ ਕਹਿੰਦਾ ਕੌਣ ਮੇਰੀ ਮਾਂ ਤੇ ਕੌਣ ਮੇਰੇ ਭਰਾ। ਮੇਰੇ ਭਰਾ ਤੇ ਇਹ ਨੇ ਜਿਨ੍ਹਾਂ ਨੇ ਮੈਨੂੰ ਮੰਨਿਆ। ਤੇ ਉਹਨੂੰ ਹਕੀਰ ਜਾਣਿਆ ਕਿ ਨਹੀਂ ਜਾਣਿਆ? ਤੇ ਸੋਚ ਲਓ ਕਿ ਇਹ ਲਾਨਤ ਉਹਦੇ ਤੇ ਪਈ ਹੈ ਕਿ ਨਹੀਂ ਪਈ। 17वें ਚ ਕੀ ਲਿਖਿਆ ਜੀ? लानत उस पर जो अपने पड़ोसी की हद के निशान को हटाए और सब लोग कहें आमीन। की लानत है कि भाई निशान उन्हें लाया कि इथों तक मेरी जमीन है तो तुसी उन्होंने गायब कर दो या आगा पिछा कर दो तो तुहाडे ते लानत। अगे 18वां, लानत उस पर जो अंधे को रस्ते से गुमराह करे और सब लोग कहें आमीन। ठीक है जी, किसे कोई तुहाडे को रस्ता पूछे तो उन्होंने गलत रस्ता दसना, लानत है उहदे ते। लानत उस पर जो परदेसी और यतीम और बेवा के मुकदमा को बिगाड़े और सब लोग कहें आमीन। परदेसी का मुकदमा है, तुसी झूठ बोल के गलत गवाही दे के ओदा मुकदमा खराब करो। किसी यतीम का मुकदमा है, किसी बेवा का मुकदमा है, इंसानी हकूक की गल हो रही है, जेड़ा उन्होंने खराब करे ओदे ते लानत। अगे लानत उस पर जो अपने बाप की बीवी से मुबाशरत करे क्योंकि वो अपने बाप के दामन को बेपर्दा करता है और सब लोग कहें आमीन। समझ आई जे गल कि भाई बदकारी जड़ा करे अपनी मां नाल। लानत उस पर जो किसी चौपाए के साथ जमा करे, सब लोग कहें आमीन। ਇਹ ਹੁਣ ਤੁਸੀਂ ਇਹ ਗੱਲਾਂ ਤੇ ਗੌਰ ਕਰਨਾ, ਇਹਨਾਂ ਨੂੰ ਯਾਦ ਰੱਖਣਾ। ਬਾਅਦ ਚ ਤੁਹਾਨੂੰ ਆਵਾਂਗੇ ਕਿ ਪੌਲਸ ਕੀ ਡਰਾਮਾ ਕਰ ਰਿਹਾ। ਪੌਲਸ ਇਹ ਡਰਾਮਾ ਕਰ ਰਿਹਾ ਕਿ ਲਾਨਤਾਂ ਹੁਣ ਖਤਮ ਹੋ ਗਈਆਂ ਨੇ, ਹੁਣ ਤੁਸੀਂ ਚੁਪਾਏ ਨਾਲ ਜਮਾ ਕਰੋ, ਆਪਣੀ ਮਾਂ ਨਾਲ ਜਮਾ ਕਰੋ, ਕੋਈ ਲਾਨਤ ਨਹੀਂ ਤੁਹਾਡੇ ਤੇ। ਯਿਸੂ ਨੇ ਖੁਦਕੁਸ਼ੀ ਕਰਕੇ ਤੁਹਾਨੂੰ ਸਾਰੀਆਂ ਇਜਾਜ਼ਤਾਂ ਦੇ ਦਿੱਤੀਆਂ ਨੇ। ਇਸ ਵਾਸਤੇ ਲਾਜ਼ਮੀ ਹੈ ਇਸ ਹਵਾਲੇ ਨੂੰ ਯਾਦ ਰੱਖੋ। ਇਹ ਸਾਰੀਆਂ ਲਾਨਤਾਂ ਇਹਦੇ ਵਿੱਚ ਲਿਖੀਆਂ ਨੇ ਜਿਹੜੀਆਂ ਪੌਲਸ ਕਹਿੰਦਾ ਹੈ ਕਿ ਯਿਸੂ ਨੇ ਖੁਦਕੁਸ਼ੀ ਕਰਕੇ ਸਾਨੂੰ ਇਹਦੇ ਤੋਂ ਆਜ਼ਾਦ ਕਰ ਦਿੱਤਾ। ਯਾਨੀ ਤੁਸੀਂ ਮਾਂ ਨਾਲ ਜ਼ਨਾ ਕਰੋ ਕੋਈ ਲਾਨਤ ਨਹੀਂ, ਕਿਸੇ ਜਾਨਵਰ ਨਾਲ ਜ਼ਨਾ ਕਰੋ ਕੋਈ ਲਾਨਤ ਨਹੀਂ। ਕਿਉਂ ਬਈ ਸਾਈਓ? ਇਹਦਾ ਨਾਂ ਹੀ ਪੌਲੂਸੀਅਤ ਹੈ। ਇਹੋ ਹੀ ਤੁਸੀਂ ਸ਼ਰੀਅਤ ਨੂੰ, ਸ਼ਰੀਅਤ ਦੀ ਲਾਨਤ ਤੋਂ ਛੁਡਾਉਣੇ ਦਾ ਮਤਲਬ ਸਮਝਦੇ ਹੋ। ਤੁਹਾਡੇ ਹੁਣੇ ਕੰਨ ਕਰਨੇ ਆ ਲਾਲ। ਅਸੀਂ ਤੇ ਤਹਿਕੀਕ ਪੇਸ਼ ਕਰਨੀ, ਅਸੀਂ ਕਿਤਾਬ ਪੜ੍ਹ ਕੇ ਤੁਹਾਨੂੰ ਸੁਣਾ ਰਹੇ ਹਾਂ, ਜੋ ਉਹਦੇ ਤੋਂ ਨਤੀਜਾ ਨਿਕਲਦਾ ਕੱਢੋ। 22 नंबर च लिखा लानत उस पर जो अपनी बहन से मुबाशरत करे, ख्वाह वो उसके बाप की बेटी हो ख्वाह मां की, और सब लोग कहें आमीन। तुसी सोची जाओ कि पौलुस ने केड़ी कार्रवाई पाई है। लानत उस पर जो अपनी सास से मुबाशरत करे, उस लख दी लानत हो। क्रिश्चियनो केड़े पौलुस नूं मन बैठे हो जिहड़ा कहंदा है कि यीशु ने खुदकुशी करके सलीब ते इन्हां सारियां कम्मां दी सानूं इजाजत दे दित्ती। लानत उस पर जो अपनी सास से मुबाशरत करे, सब लोग कहें आमीन। लानत उस पर जो अपने हमसाया को पोशीदगी में मारे, और सब लोग कहें आमीन। लानत उस पर जो बेगुनाह को कत्ल करने के लिए इनाम ले, और सब लोग यानी किराएदार कातिल जड़ा हुंदा है, सब लोग कहें आमीन। लानत उस पर जो इस शरीयत की बातों पर अमल करने के लिए उन पर कायम ना रहे, और सब लोग कहें आमीन। समझ आई जी उन गल दी कि लानत उस पर जो इस शरीयत की बातों पर अमल करने के लिए उन पर कायम ना रहे, और सब लोग कहें आमीन। हुण शरीयत की सी, शरीयत की हकीकत की है। क्रिश्चियन असल च ਇਹਦੇ ਤੋਂ ਅੰਨੇ ਨੇ। ਅੱਲਾ ਨੇ ਕਹਿੰਦੇ ਨੇ ਰੱਬ ਡਾਂਗਾ ਨਹੀਂ ਮਾਰਦਾ, ਮੱਤ ਮਾਰਦਾ ਹੈ, ਤੇ ਉਹਨਾਂ ਦੀ ਮੱਤ ਮਾਰੀ ਗਈ ਹੈ।
ਤੇ ਉਹ ਇਸ ਗੱਲ ਨੂੰ ਨਹੀਂ ਸਮਝਦੇ ਕਿ ਜਨਾਬੇ ਅਲੀ ਇਹ ਇਨਸਾਨ ਦੀ ਭਲਾਈ ਵਾਸਤੇ ਦਸੀਆਂ ਗਈਆਂ ਗੱਲਾਂ ਹੀ ਸ਼ਰੀਅਤ ਨੇ। ਖੁਦਾ ਜਿਹੜੀ ਗੱਲ ਕਰ ਤੂੰ ਮਨਾ ਕਰਦਾ ਕਿ ਇਹ ਕੰਮ ਤੁਸੀਂ ਨਹੀਂ ਕਰਨਾ, ਜਾਂ ਕਿਸੇ ਕੰਮ ਦਾ ਹੁਕਮ ਦਿੰਦਾ ਕਿ ਇਹ ਕੰਮ ਤੁਸੀਂ ਕਰਨਾ ਹੈ, ਉਹ ਇਨਸਾਨ ਦੇ ਫਾਇਦੇ ਵਾਸਤੇ ਵੇ, ਇਨਫਰਾਦੀ ਤੌਰ ਤੇ ਇੱਕ ਇਨਸਾਨ ਦੇ ਫਾਇਦੇ ਵਾਸਤੇ। ਫਿਰ ਉਹ ਇਨਸਾਨ ਜੇ ਇੱਕ ਅੱਛਾ ਹੋ ਜਾਏਗਾ, ਸਾਰੇ ਆਪਣੀ ਆਪਣੀ ਜਗ੍ਹਾ ਤੇ ਅੱਛੇ ਹੋ ਜਾਣਗੇ, ਤੇ ਉਹਦੇ ਨਾਲ ਅੱਛਾ ਮੁਆਸ਼ਰਾ ਕਾਇਮ ਹੋਏਗਾ। ਇਹੋ ਹੀ ਮਜ਼ਹਬ ਦਾ ਮਕਸਦ ਹੈ, ਇਹੋ ਹੀ ਮਜ਼ਹਬ ਹੈ, ਇਹੋ ਹੀ ਸ਼ਰੀਅਤ ਹੈ। ਤੇ ਜਿਹੜਾ ਕਹਿੰਦਾ ਸ਼ਰੀਅਤ ਤੋਂ ਸਾਨੂੰ ਆਜ਼ਾਦ ਕੀਤਾ, ਸ਼ਰੀਅਤ ਦੀ ਲਾਨਤ ਤੋਂ ਸਾਨੂੰ ਆਜ਼ਾਦ ਕੀਤਾ, ਇਹਦਾ ਮਤਲਬ ਹੈ ਕਿ ਹੁਣ ਯਸੂዕ ਦੀ ਸੂਲੀ ਤੇ ਮੰਨ ਲਿਆਓ ਤੇ ਭੈਣ ਨਾਲ ਜ਼ਨਾ ਕਰੋ, ਮਾਂ ਨਾਲ ਜ਼ਨਾ ਕਰੋ, ਆਪਣੇ ਹਮਸਾਏ ਨੂੰ ਕਤਲ ਕਰੋ, ਝੂਠੀਆਂ ਗਵਾਹੀਆਂ ਦਵੋ, ਹਾਂਜੀ, ਖੋਤੇ ਨਾਲ ਜ਼ਨਾ ਕਰੋ, ਜਾਨਵਰਾਂ ਨਾਲ ਜ਼ਨਾ ਕਰੋ, ਪਰਦੇਸੀਆਂ ਯਤੀਮਾਂ ਦੇ ਖਿਲਾਫ ਝੂਠੀਆਂ ਗਵਾਹੀਆਂ ਦਿਓ, ਅੰਨਿਆਂ ਨੂੰ ਗਲਤ ਰਸਤਾ ਦੱਸੋ, ਪੜੋਸੀਆਂ ਦੇ ਮਾਲ ਤੇ ਹੱਕ, ਆਪਣੀ ਮਾਂ ਨਾਲ ਜ਼ਨਾ ਕਰੋ, ਠੀਕ ਹੈ, ਤੇ ਬੁੱਤ ਬਣਾਓ ਤੇ ਉਹਨਾਂ ਦੀ ਪੂਜਾ ਕਰੋ। ਇਹ ਲਾਨਤ ਤੋਂ ਛੁਡਾਇਆ ਭਾਈ ਪੌਲੁਸ ਨੇ। ਤੇ ਸਾਰੀਆਂ ਲਾਨਤਾਂ ਪਹਿਲਾਂ ਪੌਲੁਸ ਦੇ ਉੱਤੇ ਤੇ ਬਾਅਦ ਚ ਉਹਨਾਂ ਸਾਰਿਆਂ ਕ੍ਰਿਸਚਨਾਂ ਤੇ ਜਿਹੜੇ ਇਸ ਗੱਲ ਤੇ ਯਕੀਨ ਰੱਖਦੇ ਨੇ ਕਿ ਯਸੂዕ ਨੇ ਖੁਦਕੁਸ਼ੀ ਕਰਕੇ ਇਹਨਾਂ ਲਾਨਤਾਂ ਤੋਂ ਤੁਹਾਨੂੰ ਛੁਡਾ ਦਿੱਤਾ ਕਿ ਜਿੰਨਾ ਮਰਜ਼ੀ ਮਾਂ ਨਾਲ, ਭੈਣ ਨਾਲ, ਖੋਤੇ ਨਾਲ, ਸੱਸ ਨਾਲ ਜ਼ਨਾ ਕਰੋ, ਕੋਈ ਲਾਨਤ ਨਹੀਂ। ਲੱਖ ਦੀ ਲਾਨਤ ਭਾਈ ਤੁਹਾਡੇ ਤੇ। ਇਹ ਤੁਹਾਡਾ ਅਸਲ ਚ ਅਕੀਦਾ ਹੈ ਜਿਹੜਾ ਅੱਜ ਤੱਕ ਤੁਹਾਨੂੰ ਕਿਸੇ ਨੇ ਨਹੀਂ ਦੱਸਿਆ। ਤੇ ਹੋਰ ਤੁਸੀਂ ਤਸਵੀਰਾਂ ਲਾ ਕੇ ਤੇ ਕਰੋ, ਆਪਣਾ ਤਬਰਰਾ ਕਰੋ, ਜਾਂ ਹਜ਼ਰਤ ਮਸੀਹ ਮੌਊਦ अलैहिस्सलाम ਦੇ ਖਿਲਾਫ ਬਕਵਾਸ ਕਰੋ, ਤੇ ਫਿਰ ਚੌਂਕ 'ਚ ਤੁਹਾਨੂੰ ਟੰਗਾਂਗੇ ਅਕੀਦਿਆਂ ਦੇ ਲਿਹਾਜ਼ ਨਾਲ। ਤੇ ਇਹ ਚੌਂਕ ਹੈ ਜਨਾਬ ਟਿਕਟੌਕ ਦਾ, ਇਹਦੇ ਤੇ ਤੁਹਾਨੂੰ ਅਸੀਂ ਟੰਗਣਾ। ਇਹ ਤੁਹਾਡੇ ਅਕੀਦੇ ਅਸੀਂ ਤੁਹਾਨੂੰ ਦੱਸਣੇ ਨੇ ਕਿ ਇਹ ਤੁਹਾਡੇ ਅਕੀਦੇ ਨੇ। ਇਹ ਪੌਲੁਸ ਤੁਹਾਨੂੰ ਸਿਖਾ ਕੇ ਗਿਆ ਕਿ ਇਸ ਲਾਨਤ ਉਹਨੇ ਤੁਹਾਨੂੰ ਛੁਡਾ ਦਿੱਤਾ ਹੈ। ਤੇ ਇਹ ਹਵਾਲਾ ਯਾਦ ਰੱਖੋ, ਬੜਾ ਅਹਿਮ ਹਵਾਲਾ ਹੈ, 5:27, 5ਵੀਂ ਕਿਤਾਬ 27 ਨੰਬਰ, ਇਸਤਸਨਾ ਡਿਊਟਰੋਨੋਮੀ ਬਾਬ 27, ਚੈਪਟਰ 27। ਦੱਸ ਕੌਣ ਸਾਨੂੰ ਰਿਹਾ ਸੀ, ਇੱਥੋਂ ਅਸੀਂ ਇਹ ਲੱਭਿਆ, ਡਿਊਟਰੋਨੋਮੀ 27 ਅੱਗੇ ਵੇ, you must tell them that this is what the Lord, the God of Israel says, cursed is the man who does not obey the words of this covenant। ਲਾਨਤੀ ਹੈ ਉਹ ਜਿਹੜਾ ਸ਼ਰੀਅਤ ਦੀਆਂ ਗੱਲਾਂ ਤੇ ਅਮਲ ਨਹੀਂ ਕਰਦਾ। ਹਕੀਕਤ ਇਹ ਵੇ ਕਿ ਲਾਨਤ ਦਾ ਮਤਲਬ ਹੈ ਖੁਦਾ ਤੋਂ ਦੂਰ ਹੋ ਜਾਣਾ। ਬਈ ਖੁਦਾ ਦੀ ਨਾਫਰਮਾਨੀ ਕਰਨੀ, ਖੁਦਾ ਤੋਂ ਦੂਰ ਹੋ ਜਾਣਾ ਹੈ। ਜਿਹੜਾ ਖੁਦਾ ਤੋਂ ਦੂਰ ਹੋਇਆ ਉਹ ਗਿਆ ਸ਼ੈਤਾਨ ਦੇ ਸ਼ਿਕੰਜੇ 'ਚ। ਕੁਰਾਨ 'ਚ ਅੱਲਾਹ ਤਾਲਾ ਫਰਮਾਂਦਾ ਹੈ, ਤਿਲਕਾ ਹੁਦੂਦੁल्लाह ਹੈ ਫਲਾ ਤਕਰਬੂ ਹੁਦੂਦੁल्लाह। ਇਹ ਖੁਦਾ ਤਾਲਾ ਨੇ ਸ਼ਰੀਅਤ ਦੇ ਜ਼ਰੀਏ ਖੁਦਾ ਦੀਆਂ ਹਦੂਦ ਮੁਕਰਰ ਕਰ ਦਿੱਤੀਆਂ ਨੇ, ਤੇ ਉਹਨਾਂ ਦੀਆਂ ਹਦੂਦ ਦੇ ਕੋਲ ਵੀ ਨਾ ਜਾਓ, ਕਿਧਰੇ ਤੁਸੀਂ ਚੜਦੇ ਚੜਦੇ ਸ਼ੈਤਾਨ ਦੀ ਚਰਾਗਾਹ 'ਚ ਨਾ ਟੁੱਟ ਜਾਵੋ। ਤੇ ਇਹ ਵੇ ਅਸਲ ਦੀਨ, ਇਹ ਵੇ ਇਸਲਾਮ, ਇਹ ਵੇ ਉਹ ਤਾਲੀਮ ਜਿਹੜੀ ਹਕੀਕੀ ਤਾਲੀਮ ਹੈ, ਜਿਹੜੀ ਯਸੂዕ ਨੇ ਵੀ ਅਸਲ 'ਚ ਦਿੱਤੀ ਹੋਣੀ ਹੈ, ਲੇਕਿਨ ਪੌਲੁਸ ਨੇ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ। ਤੇ ਕ੍ਰਿਸਚਨ ਅੱਜ ਆ ਕੇ ਸਾਨੂੰ ਡੇਲੇ ਕੱਢ ਕੇ ਵਹਾਉਂਦੇ ਨੇ ਕਿ ਪੌਲੁਸ ਲਾਨਤਾਂ ਭੇਜਦਾ ਤੇ ਤੁਸੀਂ ਨਾ ਭੇਜੋ। ਅਸੀਂ ਤੇ ਭੇਜਦੇ ਨਹੀਂ, ਅਸੀਂ ਤੇ ਤੁਹਾਨੂੰ ਤੁਹਾਡੀਆਂ ਕਿਤਾਬਾਂ ਪੜ੍ਹ ਕੇ ਸੁਣਾਉਂਦੇ ਹਾਂ। ਯਰਮੀਆ 11:3 ਵੀ ਤੁਹਾਨੂੰ ਉਰਦੂ 'ਚ ਵਹਾ ਦਿੰਦੇ ਹਾਂ, ਠੀਕ ਹੈ ਜੀ। ਇਹ ਜਨਾਬ ਯਰਮੀਆ ਹੈ, ਠੀਕ ਹੈ। ਇੱਥੇ ਤੁਸੀਂ ਫਿਲਟਰ ਕਰੋ ਅੰਗਰੇਜ਼ੀ ਜਾਂ ਉਰਦੂ 'ਚ, ਜਿੰਜ ਵੀ ਜਰਮੀਆ 24 ਨੰਬਰ ਕਿਤਾਬ ਹੈ। ਤੇ ਇਹਦਾ ਕੀ ਉਹ ਦੱਸਦਾ ਪਿਆ ਜੀ, ਜਰਮੀਆ 11ਵਾਂ ਚੈਪਟਰ 3ਰਾ ਫਿਕਰਾ, ਠੀਕ ਹੈ ਜੀ। 11ਵਾਂ ਚੈਪਟਰ ਤੇ 3रा ਫਿਕਰਾ ਅਸੀਂ ਪੜ੍ਹ ਲੈਂਦੇ। 11ਵਾਂ ਕੀ ਕਹਿੰਦਾ, ਇਹ ਉਹ ਕਲਾਮ ਹੈ ਜੋ ਖੁਦਾਵੰਦ की तरफ से यर्मिया पर नाज़िल हुआ। ਇਹ ਵੇਖਿਆ ਜੇ, ਇਹ ਦਾਵਾ ਹੈ ਕਿ ਇਹ ਖੁਦਾ ਦਾ ਕਲਾਮ ਹੈ। ਇਹ ਨਵੇਂ ਅਹਿਦਨਾਮੇ 'ਚ ਕਿਧਰੇ ਵੀ ਇਹ ਦਾਵਾ ਮੌਜੂਦ ਨਹੀਂ, ਪੂਰੇ ਨਵੇਂ ਅਹਿਦਨਾਮੇ 'ਚ, ਕਿ ਇਹ ਉਹ ਖੁਦਾ ਦਾ ਕਲਾਮ ਹੈ ਜਿਹੜਾ ਪੌਲੁਸ ਤੇ ਨਾਜ਼ਿਲ ਹੋਇਆ। ਇਹ ਉਹ ਖੁਦਾ ਦਾ ਕਲਾਮ ਹੈ ਜਿਹੜਾ ਲੂਕਾ, ਮਰਕਸ, ਮਤੀ, ਯੋਹੰਨਾ, ਫਲਾਨਨ ਟਮਕਾਨਨ ਕਿਸੇ ਦੇ ਬਾਰੇ 'ਚ ਵੀ ਨਵੇਂ ਅਹਿਦਨਾਮੇ 'ਚ ਗੱਲ ਨਹੀਂ ਲਿਖੀ ਕਿ ਇਹ ਕਲਾਮ ਖੁਦਾ ਦਾ ਹੈ ਤੇ ਇਹ ਉਹਦੇ ਤੇ ਨਾਜ਼ਿਲ ਹੋਇਆ। ਲੇਕਿਨ ਇਹ ਵੇਖੋ ਪੁਰਾਣਾ ਅਹਿਦਨਾਮਾ यर्मिया 24 नंबर किताब चैप्टर नंबर 11 के पहले फिक्रे च लिखा है, ये वो कलाम है जो खुदा की तरफ से यर्मिया पर नाज़िल हुआ। यह दावा है इस चीज का कि खुदा का कलाम, बाकी दावा किधरे मौजूद नहीं। की लिखा है, उसने फरमाया, यानी क्या खुदा प्या कहता है, की प्या कहता है कि तुम इस अहद की बातें सुनो और बनी यहूदा और यरूशलेम के बाशिंदों से बयान करो। यह होंदी है नबूवत, यह वे नबूवत का दावा। और तू उनसे कह, की कहता खुदा के लोगों को की दस, खुदावंद इसराइल का खुदा फरमाता है कि लानत उस इंसान पर जो इस अहद की बातें तो नहीं सुनता। किदे ते लानत, जेड़ा गल ही नहीं सुनता ओदे ते भी लानत। जेड़ा ये कहता पुराना अहदनामा पढ़न दी लोड़ है नहीं, ये मैं साइयां दे नुक्ता नजर ना पिया कहना, या कुरान दे बारे च भी है कि जेड़ा कहता मैं नहीं सुनता बई अल्लाह की कहता, लानत ओदे ते। ये बाइबल के मुताबिक मैं तुहानूं दस्सण दिया, अकॉर्डिंग टू बाइबल जो भी ओदे च लिखिया वो खुदा दा कलाम है या नहीं है, दावा उहदे च मौजूद है। लानत उस पर जो खुदा दियां गल्लां ही नहीं सुनना चाहता, जो मैंने तुम्हारे बाप दादा से उस वक्त फरमाई। पहलियां 5 किताबां च सारियां गल्लां लिखियां ने,
जो मैंने तुम्हारे बाप दादा से उस वक्त फरमाई, जो मैं उनको मिस्र से लोहे के तनूर से यह कहकर निकाला है। हुण दसो सारे क्रिश्चियनां दे उत्ते लानत है कि नहीं है? ਜਿਹੜੇ ਕਹਿੰਦੇ ਨੇ ਸ਼ਰੀਅਤ ਦੀ ਲਾਨਤ ਤੋਂ ਸਾਨੂੰ ਛੁਡਾ ਦਿੱਤਾ ਗਿਆ, ਸੀ ਉਹ ਗੱਲਾਂ ਨਹੀਂ ਸੁਣਨਾ ਚਾਹੁੰਦੇ। उनके मुल्क मिस्र से लोहे के तनूर से यह कहकर निकाल लाया, तुम मेरी आवाज की फर्मा बरदारी करो। की उन्होंने वादा किया, की खुदा ने उन्होंने डिमांड की कि मैं जो तुहानू कोई गल कवां ते मेरी गल सुनिया जे, और जो कुछ मैंने तुम्हें हुक्म दिया है उस पर अमल करो। क्यों भाई पौलुसियो, पौलुस की तुहानू तालीम देंदा रहा कि अमल की कोई अहमियत नहीं। लिखा कि खुदा का कलाम है, जाहरी गल है पौलुस जिहड़ा है शैतान दा नुमाइंदा ही, शैतान दा रसूल सी, वो खुदा दा ते यसू दा रसूल नहीं सी। क्योंकि खुदा लिखा कि खुदा दा कलाम है कि तुम मेरी फर्मा बरदारी करो और जो कुछ मैंने तुमको हुक्म दिया है उस पर अमल करो। दसो भाई शैतान दे पुजारियो, खुदा तो कहता कि जेड़ा मैं हुक्म देना उहदे ते अमल करना है, ते पौलुस कहण डे अमल की जरूरत ही कोई नहीं। हुण दसो शैतान दी मननी जे कि खुदा दी मननी जे? दोवें गल्लां बाइबल च लिखियां ने। मैं कोई अपने कोलों नहीं तुहानू सुना रहा, मैं तुहानू तुहाडी बाइबल पढ़ के सुना रहा जिन्हों तुसीं खुदा दा कलाम कहंदे हो। उहदे च लिखिआ है कि जेड़ा अमल करेगा वह बख्शिया जाएगा, नहीं ते लानती हो तुसीं। तो तुम मेरे लोग होगे। किस तरह मेरे लोग होगे? जिदों तुसीं मेरी गल ते अमल करोगे। अमल से जिंदगी बनती है, जन्नत भी जहन्नम भी। यह खाकी अपनी फितरत में ना नूरी है ना नारी है। तू कह, मैं उस कसम को जो मैंने तुम्हारे बाप दादा से खाई कि मैं उनको ऐसा मुल्क दूंगा जिसमें दूध और शहद बहता हो, जैसा कि आज के दिन है पूरा करूंगा। तब मैंने जवाब में कहा, ए खुदावंद आमीन। ते की करना है? लानत होदे ते जेड़ा खुदा दियां उन्हां गल्लां नूं नहीं सुनदा जिहड़ियां इन्हां दे मापिओ नूं दसियां गईयां ने, जिहड़ियां शरीयत च लिखियां ने। फिर खुदावंद ने मुझसे फरमाया कि यहूदा के शहरों में यरूशलेम के कूचों में इन सब बातों की मनादी कर। ए वे वेखो हुक्म नबियां दा, ए नबियां दा काम है कि खुदा दा कलाम जिहड़ा नाज़िल होया है, जे तुसीं कुरान नूं खुदा दा कलाम मानदे हो ते यह काम करो कि चौंकां च खलो के लोकां नूं दसो कि खुदा ने यह पैगाम दिता है। शहरां दे चौराहियां च खलो के इन सब बातों की मनादी कर और कह के इस आयत की बातों को सुनो और उन पर अमल करो। क्यों भाई पलूसियो, तुसीं ते कहंदे हो, पौलुस ते कहंदा अमल की जरूरत ही नहीं, ईमान नाल ही बख्शिश जाना। वो खुदा का कलाम उहदे च लिखिआ है कि खुदा ने उन्होंने दसिआ है। ये बाइबल च पौलुस का कित्थे दावा कि मैनूं खुदा ने दसिआ कि अमल की जरूरत नहीं? इत्थे ते लिखिआ है कि खुदा कहंदा है कि गल्लां सुनो ते उन्हां ते अमल करो। मैं तुहानूं यसू दा कलाम भी वहावांगा जिहदे विच लिखिआ है खुदा दी गल सुनो ते उहदे ते अमल करो। क्योंकि मैं तुम्हारे बाप दादा को जिस दिन से मुल्क मिस्र से निकाल लाया आज तक ताकीद करता और बर वक्त जताता और कहता रहा हूं कि मेरी सुनो। उन्होंने कान ना लगाया और सुनवा ना हुए, बल्कि हर एक ने अपने बुरे दिल की सख्ती की पैरवी की। इसलिए मैंने इस अहद की सब बातें जिन पर अमल करने का उनको हुक्म दिया था और उन्होंने ना किया उन पर पूरी की कीता सी जी, जिन पर अमल करने का उनको हुक्म दिया और उन्होंने ना किया। ते पौलुस ने तुहानूं सिखाण ही अड़िया कि तुसीं अमल नहीं करना शरीयत ते। शरीयत की लानत तो तुहानूं छुड़ा दिता है यसू ने लानती बन के। क्योंकि लिखा है जो पोल पर लटकाया गया वो लानती है, जो लकड़ी पर लटकाया गया वो लानती है। और उसने खुद लानती बनकर हमें शरीयत की लानत से छुड़ाया। ये पौलुस की तालीम है जेड़ी पौलुस नूं शैतान ने दी सी। क्योंकि खुदा की तालीम तुहाडी बाइबल के मुताबक ये वे कि जो खुदा कहंदा उहदे ते अमल करना जरूरी है, जिहड़ा अमल नहीं करदा उहदे ते लानत है। ठीक है। तब खुदावंद ने मुझे फरमाया कि यहूदा के लोगों और यरूशलेम के बशिंदों में साजिश पाई जाती है। वो अपने बाप दादा की बदकारी की तरफ जिन्होंने मेरी बातें सुनने से इनकार किया फिर गए और गैर मबूदों के पैरों होकर उनकी इबादत करने लगे। ए देखो, खुदा तो इलावा किसी की इबादत सब तो बड़ा गुनाह है, सब तो ज्यादा खुदा नाराज हुंदा है। ते दसो जे यसू नूं एक इंसान होने के बावजूद तुसीं खुदा बनाओ, क्या खुदा तुहानूं खुदा दी बादशाह च वड़न देगा या तुहानूं दोजख दी अग च साड़ेगा? क्यों भाई? वो गैर मबूद है, तुसीं इंसान नूं खुदा बना ले है। इसराइल के घराने और यहूदा के घराने ने उस अहद को जो मैंने उनके बाप दादा से किया था तोड़ दिया। इसलिए खुदावंद यूं फरमाता है, देख मैं उन पर ऐसी बला लाऊंगा जिससे वो भाग ना सकेंगे और मुझे पूरा पुकारेंगे पर मैं उनकी ना सुनूंगा। तब यहूदा के शहर और यरूशलेम के बाशिंदे जाएंगे और उन मबूदों को जिनके आगे वो बखूर जलाते हैं पुकारेंगे और वो मुसीबत में उनकी बात ना सुनेंगे। दसो यसू नूं पुकार दे हो, यसू भी बिल्कुल उन्हां मबूदा मंगरा है जेड़े कख नहीं सुन सकते, कख नहीं कर सकते।
ਸਿਰਫ ਖੁਦਾ ਬਾਪ ਜਿਹਨੂੰ ਤੁਸੀਂ ਕਹਿੰਦੇ ਹੋ ਨਾ, ਯਹੋਵਾ ਜਿਹਦਾ ਨਾਂ ਹੈ, ਉਹ ਸੁਣਦਾ ਹੈ। ਉਹ ਯਿਸੂ ਦਾ ਵੀ ਖੁਦਾ ਸੀ, ਉਹ ਹੀ ਤੁਹਾਡਾ ਵੀ ਖੁਦਾ ਹੈ। ਇਹੋ ਹੀ ਸਾਡਾ ਪੈगाम है। फिर क्योंकि ऐ यहूदा जितने तेरे शहर में हैं उतने ही तेरे मबूद हैं, और जितने यरूशलेम के कूचे हैं उतने ही तुमने उस रुसवाई के बायस के लिए मसबे बनाए हैं, यानी बअल के बखूर जलाने की कुर्बान गाहें। बस तू इन लोगों के लिए दुआ ना कर और ना इनके वास्ते अपनी आवाज बुलंद कर और ना मन्नत कर, क्योंकि जब ये अपनी मुसीबत में मुझे पुकारेंगे मैं उनकी नहीं सुनूंगा। मेरे घर में मेरी महबूबा को क्या काम, जबकि वो बकसरत शरारत कर चुकी। क्या मन्नत और मुकद्दस गोश्त तेरे शरारत को दूर कर देंगे? क्या तू उनके जरिए से रिहाई पाएगी? तू शरारत के खुश करके खुश होती है। खुदावंद ने खुश मेवा हारा जैतून तेरा नाम रखा, उसने बड़े हंगामे की आवाज होते ही उसे आग लगा दी और उसे डालियां तोड़ दी गई, वगैरह वगैरह। ठीक है जी। तो यह मैं वास्ते तुहानू सुनाण दिया वां कि की असल पैगाम है। असल पैगाम वही है जिहड़ा इस्लाम दा पैगाम, कि खुदा एक के उहदी इबादत करनी है, उहदियां गल्लां मननियां ने, उहदियां गल्लां मनण नाल निजात है। जे तुहाडे कोल गलती हो जांदी है ते तौबा करके उहदे लौटो, उहदे तो दूरी शैतान दे कोल कर दीए ते ओह तबाही है। ते इहो ही गल्लां ने। ए वेखो, ठीक है, तुहानू रैफरेंस मिल रहा है, तुहानू यह पता लग रहा है किंज रैफरेंस लभना है, किंज वेखना है, किंज पढ़ना है, की तालीम है। इहो ही गल क्रिश्चियन करनी है, नाल उहनू सबूत देना है। किताब दा तुहानू पता होना चाहिए। ठीक है जी। 11वें च लिखा, और ये बात जाहिर है कि शरीयत के वसीले से कोई शख्स खुदा के नजदीक राज़बात नहीं ठहरता। वो असल तसव्वुर है ਜਿਹੜਾ ਉਹਨੇ ਗੁਨਾਹ ਦਾ ਤਸਵਰ ਪੇਸ਼ ਕੀਤਾ ਕਿ ਹਰ ਇਨਸਾਨ ਤੇ ਗੁਨਾਹਗਾਰ ਹੈ। ਇੱਥੇ 2 ਮਿੰਟ ਪਹਿਲਾਂ ਵੇਖੋ ਕਹਿ ਕੇ ਆਇਆ कि इब्राहिम रास्तबाज ठहरे आए। ठीक है, चुनाचे इब्राहिम खुदा पर ईमान लाया, उसके लिए रास्तबाज गिना गया। यानी वो ईमान, ये सबूत देना साडा काम है कि वो अमल दे नाल रास्तबाज ठहरे आए। शरीयत उन्हें अमल किया, खुदा दे हुक्म, खुदा दा हुक्म ही शरीयत है। शरीयत खुदा दे अहकाम तो इलावा किसी चीज का नाम नहीं। शरीयत का मतलब ही वो कानून है जिहड़ा खुदा ने बनाया है। जिवें दुनिया का एक कानून है कि इशारे ते खलोना, इशारा लाल होए ते तुसीं खलो जाना है, ਤੇ ਇਹ ਸਾਰੇ ਕਾਨੂੰਨ, ਬੈਲਟ ਬੰਨਣੀ ਹੈ ਵਗੈਰਾ ਵਗੈਰਾ, ਇਹ ਦੁਨੀਆ ਦੇ ਟ੍ਰੈਫਿਕ ਦੇ ਕਾਨੂੰਨ ਨੇ। ਖੁਦਾ ਦਾ ਜਿਹੜਾ ਕਾਨੂੰਨ ਹੈ ਉਹਦਾ ਨਾਂ ਸ਼ਰੀਅਤ ਹੈ। ਖੁਦਾ ਕਹਿੰਦਾ ਇੱਥੇ ਬਹਿਓ, ਇੱਥੇ ਖਲੋਜੋ, ਇਹ ਨਾ ਖਾਓ, ਇਹ ਨਾ ਪੀਓ, ਸੱਜੇ ਨਾ ਜਾਓ, ਖੱਬੇ ਨਾ ਜਾਓ। ਇਹ ਖੁਦਾ ਦੀ ਸ਼ਰੀਅਤ, ਖੁਦਾ ਦਾ ਕਾਨੂੰਨ ਹੈ। ਉਹਨੂੰ ਮੰਨਣਾ ਹੈ ਤੇ ਤਦ ਦੀ ਬਖਸ਼ਿਸ਼ ਹੈ। ਜੇ ਕੱਲ ਨੂੰ ਕੋਈ ਬੰਦਾ ਆ ਕੇ ਕਹੇ ਯਾਰ ਇਹ ਜਿਹੜਾ ਟ੍ਰੈਫਿਕ ਦੇ ਕਾਨੂੰਨ ਹੈ ਤੇ ਲਾਹਨਤ ਹੈ, ਮੈਂ ਤੁਹਾਨੂੰ ਇਸ ਲਾਹਨਤ ਤੋਂ ਛੁਡਾਣਾ, ਜਾਓ ਲਾਲ ਇਸ਼ਾਰੇ ਚੋਂ ਲੰਘ ਜਿਆ ਕਰੋ, ਜੋ ਮਰਜ਼ੀ ਕਰਦੇ ਫਿਰੋ। ਤੇ ਬਈ ਉਹਨਾਂ ਨੇ ਮਹਿੰਗੋ ਲੈਣ ਵਾਸਤੇ ਕਾਨੂੰਨ ਬਣਾਏ ਸਨ, ਸਾਡੀ ਬਿਹਤਰੀ ਵਾਸਤੇ ਕਾਨੂੰਨ ਬਣਾਏ ਨੇ। ਬੈਲਟ ਪਾਈ ਦੀ ਏ, ਐਕਸੀਡੈਂਟ ਹੋ ਜਾਂਦਾ, ਸਾਡੀ ਜਾਨ ਬਚ ਜਾਂਦੀ ਏ, ਅਸੀਂ ਲਾਲ ਇਸ਼ਾਰੇ ਤੋਂ ਖਲੋਨੇ ਆ ਤੇ ਟ੍ਰੈਫਿਕ ਦਾ ਨਿਜ਼ਾਮ ਅੱਛਾ ਹੋ ਜਾਂਦਾ ਹੈ। ਜਿਹੜੇ ਕਾਨੂੰਨ ਨੇ ਉਹ ਇਨਸਾਨ ਦੀ ਬਿਹਤਰੀ ਵਾਸਤੇ ਹੁੰਦੇ ਨੇ। ਜਿਹੜਾ ਕਹਿੰਦਾ ਕਿ ਸ਼ਰੀਅਤ ਦੀ ਲਾਨਤ ਤੋਂ ਸਾਨੂੰ ਛੁਡਾਇਆ ਗਿਆ, ਉਹ ਖੁਦ ਸਭ ਤੋਂ ਵੱਡਾ ਸ਼ੈਤਾਨ ਹੈ। ਸ਼ੈਤਾਨ ਤੇ ਚਾਹੁੰਦਾ ਹੀ ਹੈ ਕਿ ਤੁਸੀਂ ਖੁਦਾ ਦੇ ਅਹਕਾਮ ਨੂੰ ਛੱਡ ਦਿਓ, ਤੇ ਇਹੋ ਹੀ ਪੌਲੁਸ ਨੇ ਕੀਤਾ। ਪੌਲੁਸ ਸ਼ੈਤਾਨ ਦਾ ਰਸੂਲ ਸੀ, ਯਿਸੂ ਦਾ ਜਾਂ ਖੁਦਾ ਦਾ ਰਸੂਲ ਨਹੀਂ ਸੀ। ਇਹੋ ਹੀ ਤੇ ਅਸੀਂ ਦੱਸਨੇ ਆ ਪਏ। ठीक है जी। अगे लिखा है क्योंकि शरीयत के वसीला से कोई शख्स खुदा के नजदीक राज़बात नहीं, क्योंकि लिखा है। वेखो फिर उन्हें क्या लिखा है, यानी वो अपनी गल पुराने अहदनामे दे बुनियाद दे उत्ते पेश करता है, अपने वालों सबूत देता है कि वेखो किताब च है नहीं गल लिखी कि रास्तबाज ईमान से जीता रहेगा। किथे लिखा है? 11वें दा लभ लेने भाई, किथे लिखा है भाई, किथे लिखा है। ते 10वें दा ते असीं वेख लिया ना कि किथे लिखा है। यह हुण 11वें दा सबूत असीं वेखने आ किथे लिखा। गलीतियों 3:11 दा क्रॉस रैफरेंस तो हुण हौली हौली याद होने लग पेगा कि क्रॉस रैफरेंस असीं वेखना है कि किथे लिखा है भाई। ये कई क्रिश्चियनां नूं भी नहीं विचारियां नूं पता हुंदा कि लिखा है दा मतलब की है। जिस तरह कि कल वाला जिहड़ा क्रिश्चियन आया बादां नूं पता हुंदा ते ओह खरांट हुंदे ने, ओह गल ही नहीं, उन्हां नूं पता कि उत्थों असीं झूठियां साबित होना, लेकिन तुहानूं ते पता होना चाहिए ना। की लिखा है? हबक्कूक दी किताब है, 2 चैप्टर 4 फिकरा। लुक एट द प्राउड वन, हिज सोल इज नॉट अपराइट बट द राइटियस विल लिव बाय फेथ। ठीक है जी। ऐसी हुण हबक्कूक 2:4 लभ लेना। ठीक है, इत्थे शुरू ते जाओ। हबक्कूक दी किताब है ते इहदा किनवा सी जी? 2 चौथा। ठीक है जी। दूसरे दा चौथा फिर हुण दूसरा से पढ़ लेना। की कहंदा है? मैं अपनी दीदगाह पर खड़ा रहूंगा और बुर्ज पर चढ़कर इंतजार करूंगा कि वो मुझसे क्या कहता है और मैं अपनी फरियाद की बाबत क्या जवाब दूं। तब खुदावंद ने मुझे जवाब दिया। इत्थे भी वेख लवो, वो खुदा दे वल मनसूब पिया करदा कि गल खुदा ने कीती है। पौलुस ने किधरे दावा नहीं किया। मत्ती, मरकस, लूका, यूहन्ना किधरे एक बार भी उन्होंने दावा नहीं किया कि गल सानू खुदा ने दसी है। इहदे नाल पता लगता है कि वो खुदा का कलाम होंदे दावा ही नहीं करते पे, उन्हों का अपना जाती कलाम है। तब खुदावंद ने मुझे जवाब दिया और फरियाद की, रोया,
को तख्तियों पर ऐसी सफाई से लिखकर लोग दौड़ते हुए भी पढ़ सकें, क्योंकि ये रोया वेख्या जना, कहना मैं रोया वेखी, ख्वाब वेखी, वो ख्वाब सुनाता, क्योंकि ये रोया ये मुकर्रर वक्त के लिए है, ये जल्द वकू में आएगी। यानी वो पेशगोई पे करता कि खुदा ने मैनू दसिया, और खता ना करेगी, अगरचे इसमें देर हो तो भी इसका मुंतजर रह, क्योंकि ये यकीनन वकू में आएगी, तखीर ना करेगी। देख, मुतकब्बर आदमी का दिल रास नहीं है, लेकिन सादिक अपने ईमान से जिंदा रहेगा। बेशक मुकद्दस आदमी वेखो इत्थे उन्हें हवाला दिता है कि सादिक ईमान से जिंदा रहेगा, ते असी तुहानू किन्ने हवाले हुण ही वाए, मैं तुहानू सैकड़ों हवाले वहा सकना, पुराने अहदनामे च भी नवे अहदनामे च भी, कि खुदा दे हुक्म ते अमल करन नाल निजात है, उस तो बगैर निजात है नहीं। खुद यसू भी यही कहेगा। ते इहदे नाल साबित हुंदा है कि पौलुस शैतान दा नुमाइंदा बन के असल तालीम जिहड़ी खुदा दिंदा है कि खुदा दे अहकाम ते अमल करना है, खुदा दी शरीयत ते अमल करना है, ਉਹਦੇ ਖਿਲਾਫ ਪ੍ਰਾਪੋਗੰਡਾ ਕਰਕੇ ਕ੍ਰਿਸਚੀਅਨਾਂ ਨੂੰ ਇਹ ਸਾਰੇ ਲਾ ਗਿਆ ਕਿ ਸ਼ਰੀਅਤ ਕੋਈ ਚੀਜ਼ ਨਹੀਂ। ਤੇ ਅੱਜ ਕੱਲ ਫੇਰ ਇਹ ਜਿਹੜੇ ਮਸੀਆਨਿਕ ਜਿਊਜ਼ ਨੇ ਇਹ ਫੇਰ ਸ਼ਰੀਅਤ ਵੱਲ ਵਾਪਸ ਆ ਰਹੇ ਨੇ, ਇਸ ਵਾਸਤੇ ਉਹਨਾਂ ਨੂੰ ਪੌਲਸ ਦੀਆਂ ਗੱਲਾਂ ਦੀਆਂ ਤਵੀਲਾਂ ਕਰਨੀਆਂ ਪੈਂਦੀਆਂ ਨੇ। ਠੀਕ ਹੈ, ਉਹ ਤੁਹਾਨੂੰ ਹੁਣੇ ਸਬੂਤ ਦੇਣੇ ਆ ਸਾਰੇ ਹਰ ਚੀਜ਼ ਦਾ, ਵਕਤ ਦੇ ਨਾਲ ਨਾਲ ਜਿੰਨਾ ਜਿੰਨਾ ਵਕਤ ਹੋਏਗਾ ਉਹਨਾਂ ਸਬੂਤ ਇਨਸ਼ਾਅੱਲਾ ਤੁਹਾਨੂੰ ਫਰਾਹਮ ਕਰਾਂਗੇ। ਲਿਆ ਸਾਦਕ ਬੇਸ਼ੱਕ ਅੱਛਾ ਇੱਥੇ ਨਾ ਇਹ ਜਿਹੜਾ ਖਾਲੀ ਇਹਦੇ ਤੂੰ ਆਪਣੇ ਵੱਲੋਂ ਇਹ ਸਾਬਤ, ਹੁਣ ਇੱਕ ਜਗ੍ਹਾ ਇਹਨੂੰ ਕਹਿੰਦੇ ਨੇ ਅਦਮ ਜ਼ਿਕਰ ਨਾਲ ਅਦਮ ਸ਼ਾਇਦ ਸਾਬਤ ਨਹੀਂ ਹੁੰਦਾ, ਕਿ ਜੇ ਇੱਥੇ ਅਮਲ ਦਾ ਜ਼ਿਕਰ ਨਹੀਂ ਤੇ ਇਹਦੇ ਨਾਲ ਇਹ ਸਾਬਤ ਨਹੀਂ ਹੋ ਗਿਆ ਕਿ ਅਮਲ ਕਰਨਾ ਜ਼ਰੂਰੀ ਹੀ ਨਹੀਂ। ਬਾਈਬਲ 'ਚ ਮੈਂ ਕਿਹਾ ਮੈਂ 1000 ਹਵਾਲਾ ਦੇ ਸਕਣਾ ਵਾ ਕਿ ਮੈਂ ਤੁਹਾਨੂੰ ਹੁਣੇ ਜੇ ਵਾਇਆ ਕਿ ਅਮਲ ਦੀ ਜ਼ਰੂਰਤ ਹੈ। ਸਾਰੀ ਸ਼ਰੀਅਤ ਜਿੱਥੇ ਲਿਖੀ ਹੈ, ਜਿਹੜਾ ਇਹ ਨਹੀਂ ਕਰੇਗਾ ਲਾਨਤ ਹੈ, ਜਿਹੜਾ ਇਹ ਨਹੀਂ ਕਰੇਗਾ ਲਾਨਤ ਹੈ, ਲਾਨਤ ਦੇ ਇਲਾਵਾ ਸਜ਼ਾਵਾਂ ਦਿੱਤੀਆਂ ਗਈਆਂ। ਠੀਕ ਹੈ, ਤੇ ਇਹ ਅਮਲ ਲਿਖ ਕੇ ਤੁਸੀਂ ਇਹਦੇ 'ਚ ਸਰਚ ਕਰ ਸਕਦੇ ਹੋ, ਬੇਸ਼ੁਮਾਰ ਹਵਾਲੇ ਤੁਹਾਨੂੰ ਮਿਲ ਜਾਣਗੇ। ਇਹ ਬਹਰਹਾਲ ਉਹਨੇ ਵੇਖੋ ਨਾ ਇੱਕ ਆਪਣੀ ਬੁਨਿਆਦ ਬਣਾਈ, ਇੱਕ ਛੋਟਾ ਜਿਹਾ ਟੁਕੜਾ ਲੈ ਕੇ, ਤੇ ਸ਼ੈਤਾਨ ਦਾ ਕੰਮ ਹੈ ਕਿ ਛੋਟਾ ਜਿਹਾ ਟੁਕੜਾ ਲੈ ਕੇ ਤੇ ਉਹਦੇ ਤੋਂ ਆਪਣੀ ਗੱਲ ਸਾਬਤ ਕਰਨ ਦੀ ਕੋਸ਼ਿਸ਼ ਕਰਦਾ, ਹਾਲਾਂਕਿ ਬਾਕੀ ਤਫਸੀਲ ਪੜੋ ਤੇ ਉਹ ਗੱਲ ਅੱਗੇ ਵੇਖੋ, ਉਹ ਗੱਲ ਲਿਖੀ ਹੈ। ਇੱਥੋਂ ਤੱਕ ਹੁਣ 11 ਫਿਕਰੇ ਪੜ੍ਹ ਕੇ ਤੁਹਾਨੂੰ ਸਮਝ ਆਈਏ ਕਿ ਉਹ ਕਿਹੜੀ ਕਹਾਣੀ ਪਾਉਣ ਦੀ ਕੋਸ਼ਿਸ਼ ਕਰ ਰਿਹਾ। ਇਹੋ ਹੀ ਗੱਲ ਉਹ ਅੱਗੇ ਚਲਾਉਂਦਾ। 12वें 'ਚ ਲਿਖਿਆ, ਔਰ ਸ਼ਰੀਅਤ ਕੋ ਈਮਾਨ ਸੇ ਕੁਛ ਵਾਸਤਾ ਨਹੀਂ। ਇਹ ਹੁਣ ਬਿਲਕੁਲ ਬਕਵਾਸ ਉਹਨੇ ਕੀਤੀ ਹੈ, ਸ਼ੈਤਾਨੀ ਕੰਮ ਹੈ ਉਹਦਾ, ਕਿ ਉਹ ਸ਼ਰੀਅਤ ਨੂੰ ਗੈਰ ਅਹਿਮ ਸਾਬਤ ਕਰ ਰਿਹਾ। ਕਹਿੰਦਾ ਸ਼ਰੀਅਤ ਕੋ ਈਮਾਨ ਸੇ ਕੁਛ ਵਾਸਤਾ ਨਹੀਂ। ਬਈ ਈਮਾਨ ਹੋਏਗਾ ਤਾਂ ਸ਼ਰੀਅਤ ਹੋਏਗੀ ਨਾ, ਸ਼ਰੀਅਤ ਨੂੰ ਈਮਾਨ ਨਾਲ ਕਿਉਂ ਨਹੀਂ ਵਾਸਤਾ? ਈਮਾਨ ਵੀ ਜ਼ਰੂਰੀ ਹੈ ਤੇ ਸ਼ਰੀਅਤ ਵੀ ਜ਼ਰੂਰੀ ਹੈ। ਈਮਾਨ ਤੋਂ ਬਗੈਰ ਸ਼ਰੀਅਤ ਕਿਸ ਤਰ੍ਹਾਂ ਹੋਏਗੀ ਬਈ? ਤੇ ਸ਼ਰੀਅਤ ਤੋਂ ਬਗੈਰ ਈਮਾਨ ਕੀ ਹੋਏਗਾ? ਬਈ ਮੈਂ ਖੁਦਾ ਨੂੰ ਮੰਨਣਾ ਵਾ, ਪਰ ਖੁਦਾ ਦੀ ਕੋਈ ਵੀ ਨਹੀਂ ਮੰਨਦਾ। ਖੁਦਾ ਨੂੰ ਮੰਨਣ ਦਾ ਮਤਲਬ ਹੀ ਖੁਦਾ ਦੀ ਮੰਨਣਾ ਹੈ। ਕਿਸੇ ਨਬੀ ਨੂੰ ਮੰਨਣ ਦਾ ਮਤਲਬ ਹੀ ਉਸ ਨਬੀ ਦੀ ਗੱਲ ਮੰਨਣਾ ਹੈ, ਵਰਨਾ ਮੈਂ ਉਹਨੂੰ ਖੁਦਾ ਜੋ ਮਰਜ਼ੀ ਮੰਨਣਾ। ਬਈ ਨਬੀ ਦੀਆਂ ਜ਼ੁਲਫਾਂ ਬੜੀਆਂ ਸੋਹਣੀਆਂ ਸਨ, ਅੱਖਾਂ ਬੜੀਆਂ ਪਿਆਰੀਆਂ ਸਨ, ਚਿਹਰਾ ਨੂਰਾਨੀ ਸੀ, ਉਹ ਕਹਿੰਦਾ ਚੱਲ ਗਰੀਬ ਦੀ ਮਦਦ ਕਰ। ਮੈਂ ਕਹਿੰਦਾ ਇਹ ਨਹੀਂ ਮੈਂ ਕਰਨੀ, ਤੇ ਤੂੰ ਉਹਦਾ ਚਿਹਰਾ ਨੂਰਾਨੀ ਮੰਨ, ਜੋ ਮਰਜ਼ੀ ਮੰਨ, ਉਹਦੇ ਨਾਲ ਕੀ ਉਹਨੂੰ ਫਾਇਦਾ ਆਇਆ? ਨਬੀ ਨੂੰ ਮੰਨਣ ਦਾ ਮਤਲਬ ਹੀ ਉਹਦੀ ਗੱਲ ਮੰਨਣਾ ਹੈ, ਖੁਦਾ ਨੂੰ ਮੰਨਣ ਦਾ ਮਤਲਬ ਹੀ ਉਹਦੀ ਗੱਲ ਮੰਨਣਾ। ਤੇ ਜੇ ਉਹਦੀ ਗੱਲ ਹੀ ਨਹੀਂ ਮੰਨਣੀ ਤੇ ਈਮਾਨ ਕਾਹਦਾ ਹੈ? ਈਮਾਨ ਨਹੀਂ, ਇਹ ਡਰਾਮਾ ਹੈ, ਇਹ ਸ਼ੈਤਾਨ ਦਾ ਇੱਕ ਖੇਡ ਹੈ, ਇਹ ਸ਼ੈਤਾਨ ਦੀ ਇੱਕ ਚਾਲ ਹੈ, ਇਹਨੂੰ ਸਮਝੋ। ਇਹ ਕ੍ਰਿਸਚਨਾਂ ਵਾਸਤੇ ਵੀ ਤੇ ਬਾਕੀ ਸਾਰਿਆਂ ਵਾਸਤੇ ਵੀ ਪੈਗਾਮ। ठीक है जी। कहता शरीयत दे ईमान दा आपस कोई लेना, बल्कि लिखा है कि जिसने इस पर अमल किया वो इनके सबब से जीता रहेगा। हुण लिखा है, किथे लिखा है? यह भी असी लभना है। 12वां फिक्रा है, इत्थे तुसीं 12वें ते जाओ तो तुहानूं क्रॉस रैफरेंस लभ जाएगा। ठीक है, यह 12वें ते असीं गए आ ते यह क्रॉस रैफरेंस सानूं लभ गया। लेविटिकस 18:5 असीं उत्थों ही पढ़ने आ। लेविटिकस 18:5 ਇਹ ਲੈਵਿਟਿਕਸ ਹੈ ਜੀ, ਪਹਿਲੀਆਂ 5 ਕਿਤਾਬਾਂ ਦੇ ਵਿੱਚ ਤੇ 18:5 ਇਹ ਪੰਜਵਾਂ ਫਿਕਰਾ ਹੈ। ਅੱਛਾ ਸ਼ੁਰੂ ਤੋਂ ਪੜ੍ਹ ਲੈਣਾ। ਲਿਖਿਆ ਹੈ ਫਿਰ ਖੁਦਾਵੰਦ ਨੇ मूसा से कहा। ਇਹ ਵੇਖੋ ਇਹ ਹੁੰਦਾ ਹੈ ਕਿ ਜਿਹਦੇ ਵਿੱਚ ਕਮ ਅਜ਼ ਕਮ ਦਾਵਾ ਤੇ ਮੌਜੂਦ ਨਾ ਕਿ ਖੁਦਾ ਦੱਸਣ ਡਿਆ ਹੈ, ਯਾਨੀ ਇਹ ਨਬੂਵਤ ਹੈ, ਇਹ ਜਿਹੜਾ ਖੁਦਾ ਦੱਸਣ ਡਿਆ ਹੈ ਇਹ ਖੁਦਾ ਹੈ। ਤੇ ਪੌਲੁਸ ਕਿਹਦਾ ਪੈਰੋਕਾਰ ਸੀ? ਸ਼ੈਤਾਨ ਦਾ। ਉਹ ਸਾਰੀਆਂ ਗੱਲਾਂ ਖੁਦਾ ਦੇ ਖਿਲਾਫ ਕਰਦਾ ਪਿਆ। ਪੌਲੁਸ ਨੇ ਕਿਧਰੇ ਦਾਵਾ ਨਹੀਂ ਕੀਤਾ ਕਿ ਮੈਨੂੰ ਇਹ ਖੁਦਾ ਨੇ ਦੱਸਿਆ। माइक म्यूट कर लो जफान भाई। अच्छा जी, फिर खुदावंद ने मूसा से कहा बनी इसराइल से कह कि मैं खुदावंद तुम्हारा खुदा हूं। यीशु ने पौलुस ने किधरे भी नहीं किया कि खुदा मैनू यह गल दसन दिया। जाहिर गल है शैतान उन्होंने दसन दिया। तुम मुल्क मिस्र के से काम जिसमें तुम रहते थे ना करना, और मुल्क किनान के से काम भी जहां मैंने तुम्हारे लिए ले जाता हूं ना करना, और इनकी रस्मों पर चलना। तुम मेरे हुक्मों पर अमल करना और मेरे आइन को मानकर इन पर चलना। मैं खुदावन तुम्हारा खुदा हूं। और दसो क्रिश्चनो इस खुदा नूं नहीं तुसीं मानदे? वो तो कहण दे अमल करो हुक्मां ते। ये हुक्म ही शरीयत ने।
ਤੇ ਉਹ ਹੁਕਮ ਦੇ ਰਿਹਾ, ਹੁਕਮਾਂ ਚੋਂ ਇੱਕ ਹੁਕਮ ਇਹ ਵੀ ਹੈ ਕਿ ਜਿਹੜੇ ਮੈਂ ਹੁਕਮ ਦਿੰਦਾ ਉਹਦੇ ਤੇ ਅਮਲ ਕਰੋ। ਤੇ ਪੌਲੁਸ ਤੁਹਾਨੂੰ ਕਹਿਣ ਰਿਹਾ ਕਿ ਅਮਲ ਕਰਨ ਦੀ ਜ਼ਰੂਰਤ ਨਹੀਂ। ਪੌਲੁਸ ਇੱਕ ਫਰਾਡੀ ਹੈ, ਉਹਦੇ ਤੋਂ ਬਚੋ। ਇਹਨੇ ਵਾਲਾ ਕੀਤਾ 18:5 ਤੇ 18:4 ਚ ਤੇ ਲਿਖਿਆ ਸੋ ਤੁਮ ਮੇਰੇ ਆਇਨ ਔਰ ਅਹਕਾਮ ਮਾਨਨਾ। ਇਹ ਮੇਰੇ ਆਇਨ ਜਿਹੜਾ ਨਾ, ਆਇਨ ਇਹ ਸ਼ਰੀਅਤ ਹੀ ਹੈ, ਅਹਕਾਮ ਹੀ ਆਇਨ ਹੈ। ਵੇਖੋ ਆਇਨ ਚ ਕੀ ਲਿਖਿਆ, ਇਹ ਕੰਮ ਕਰਨਾ, ਇਹ ਕੰਮ ਨਹੀਂ ਕਰਨਾ। शरीयत की है, ये खुदा दे आइन है, खुदा दे अहकाम ने। सो तुम मेरे आइन और अहकाम को मानना, जिन पर अगर कोई अमल करे तो वो इन्हीं की बदौलत जीता रहेगा। यह हुण वेखो जीता रहेगा, यह बड़ी अहम चीज है। पहली गल तो तुहानूं समझ आ गई कि यह दो फिक्रियां दे विच 100% ये गल साबित हुई है कि अमल करन नाल निजात है, बेअमल दी निजात है ही नहीं। भावें वो यसू लख वारी भी उत्थे खुदकुशियां करदा रहे, ਜਿਹੜਾ ਬੇਅਮਲ ਹੈ ਉਹਦੀ ਨਿਜਾਤ ਹੈ ਨਹੀਂ। ਲੱਖ ਵਾਰੀ ਤੁਸੀਂ ਯਿਸੂ ਨੂੰ ਫਾਂਸੀਆਂ ਲਾਓ ਤੇ ਉਹਨੂੰ ਖੁਦਕੁਸ਼ੀਆਂ ਕਰਾਓ, ਕੋਈ ਫਾਇਦਾ ਨਹੀਂ ਉਹਦਾ। ਅਮਲ ਕਰੇਗਾ ਜਿਹੜਾ ਉਹੀ ਬਚੇਗਾ, ਜਿਹੜਾ ਅਮਲ ਨਹੀਂ ਕਰਦਾ ਉਹਨੇ ਨਹੀਂ ਬਚਣਾ। ਜੇ ਉਹਨੇ ਵੀ ਬਚਣਾ ਹੈ ਤੇ ਤਦ ਹੀ ਬਚਣਾ ਹੁਜੀ ਖੁਦਾ ਵੱਲ ਵਾਪਸ ਆਇਆ। ਤੇ ਜਿਹੜਾ ਖੁਦਾ ਕੋਲੋਂ ਦੂਰ ਹੋ ਕੇ ਸ਼ੈਤਾਨ ਦਾ ਪੈਰੋਕਾਰ ਰਵੇ, ਉਹ ਲੱਖ ਯਿਸੂ ਦੀਆਂ ਫਾਂਸੀਆਂ ਤੇ ਈਮਾਨ ਪਿਆਲੇ ਆਏ, ਉਹਨੇ ਬਖਸ਼ਿਆ ਨਹੀਂ ਜਾਣਾ। ਬਾਈਬਲ ਕਹਿੰਦੀ ਹੈ, ਅਸੀਂ ਤੇ ਕਹਿੰਦੇ ਹੀ ਕਹਿੰਦੇ, ਇਸਲਾਮ ਤੇ ਇਹੋ ਹੀ ਤਾਲੀਮ ਦਿੰਦਾ, ਲੇਕਿਨ ਬਾਈਬਲ ਦੀ ਵੀ ਇਹੀ ਤਾਲੀਮ ਹੈ। पुराने अहदनामा सारा भरिया है, नवे अहदनामे चो मैं तुहानूं इहदे सबूत देंगा, समझ तुहानूं उम्मीद है आ रही। ठीक है, तुम मेरे हुक्मों पर अमल करना, मेरे आयन को मान कर चलना। इहदे विच मैं कह रहा जिहड़ा जीता रहेगा दा निशान है, हुण इह याद रखना है कि जीता रहना भी एक मुहावरा है। जीता रहना एक मुहावरा है, इहदा मतलब है जन्नत च जाना। बई जीता तो किसी ने भी नहीं रहना, सारे मर जाना। इब्राहिम मर गया, मूसा मर गया, सारे मर गए, सब ने मर जाना, असीं भी मर जाना। ठीक है, फिर जिंदा रहन तो की मुराद है? मुराद ये कि तुसी मरण तो बाद फिर जन्नत च जाओगे, ये मतलब है जिंदा रहन तो। ते मरण तो बाद जो दोज़ख च जांदा है, ਇਹਦਾ मतलब है कि मरण तो बाद भी मरना पैना है। तुसी ये तसव्वुर सुनिया होना है कि ਉਹਦੇ ਚ ਬੰਦਾ मरेगा फिर जिंदा हो जाएगा, लेकिन जन्नत ਜਿਹੜੀ है ਉਹਦੇ ਚ मरेगा ही नहीं। ਇਹ तसव्वुर तुसी याद रखना है। ਇਹ हमेशा की जिंदगी जीता रहना, ਇਹਦੀ ਇਹ ही मुराद है कि मरण तो बाद जन्नत लभनी। किन्नू लभनी है? तुम मेरे आइन और अहकाम को मानना, जिन पर अगर कोई अमल करे तो इन ही की बदौलत जीता रहेगा। क्यों जिएगा? जेड़ा अमल करेगा वो जिएगा, जेड़ा अमल नहीं करेगा वो मरेगा, वो जरूर दोज़ख च जाएगा। ये तसव्वुर है पुराना अहदनामा अहबार लेविटिकस चैप्टर नंबर 18 फिकरा नंबर 4 ते 5। ठीक है जी, अगे वेखो की कहंदा है, अगे लिखिया 13वां। ए वेखो 13वां जिहड़ा ना वो यानी कि बुनियाद है इस चीज दी, सारे पलूसी फलसफे दी है बुनियाद है, कुफारे दे कीदे दी है बुनियाद है, यसू दे जिंदा रहन दी, यसू दे खुदा होण दी, हर चीज दी है चीज बुनियाद है कि वो कहंदा है कि यसू सलीब ते साडे वास्ते मरिया है, साडे गुनाहां वास्ते। वो साडे वास्ते सारियां लानतां उन्हें अपने उत्ते ले लईआं ने। असीं हुण अमल करिए भावें ना करिए, साडे ते लानत नहीं पैण लगी, वो सारियां लानतां यसू ते पैणगीਆਂ। ਇਹ तसव्वुर है ਜਿਹੜਾ पौलुस ਬੰਦਾ है, ਇਹ ਉਹਨੇ शैतान ने ਉਹਨੂੰ ਇੱਕ ਤਰੀਕਾ ਸਮਝਾਇਆ ਸੀ ਜਿਹੜਾ ਉਹ ਪੇਸ਼ ਕਰਦਾ ਹੈ। ਪੜੋ, ਅਸੀਂ ਵੀ ਪੜ੍ਹਨੇ ਆ, ਤੁਹਾਨੂੰ ਅੰਗਰੇਜ਼ੀ ਚ ਵੀ ਮੈਂ ਪੜ੍ਹਾਣਾ। ਇਹ ਜਿਹੜਾ ਹੈ ਨਾ 13 ਨੰਬਰ ਫਿਕਰਾ ਹੈ, ਸੌਰੀ ਇਹ ਉੱਥੇ ਵੀ ਤੁਹਾਨੂੰ ਖੋਲ ਦੇਣਾ, ਗਲਤੀਆਂ 3:13। ਠੀਕ ਹੈ ਜੀ, ਇਹ ਮੈਂ ਤੁਹਾਨੂੰ ਇੱਥੇ ਵੀ ਖੋਲ ਦੇਣਾ, ਗਲਤੀਆਂ 3:12 ਤੇ ਗਲਤੀਆਂ 3:13। ਇਹ ਵੇਖੋ, ਇਹ ਹੁਣ ਮੈਂ ਵੇਖੋ ਇੱਥੇ ਵੀ ਅਸੀਂ ਪੜ੍ਹਨੇ ਆ ਸਾਰੀਆਂ। ਮੈਂ ਤੁਹਾਨੂੰ ਕਿਹਾ ਟੀਪ ਦਾ ਬੰਦ ਏ, ਇਹ ਬੁਨਿਆਦ ਜੇ ਸਾਰੀ ਦੀ ਸਾਰੀ ਕ੍ਰਿਸਚੀਅਨਿਟੀ ਦੀ। ਇਹ ਫਿਕਰਾ ਇਹਦੇ ਵਿੱਚੋਂ ਨੇ ਸਾਰਾ ਕੁਝ ਜਮਾ ਕੀਤਾ ਤੇ ਇਹਦੇ ਉੱਤੇ ਹੀ ਸਾਰਾ ਉਹਦਾ ਮਦਾਰ ਹੈ, ਸਾਰੀ ਉਹਦੀਆਂ ਚੀਜ਼ਾਂ ਇਹਦੇ ਉੱਤੇ ਘੁੰਮਦੀਆਂ ਨੇ। ਉਹ ਮੈਂ ਤੁਹਾਨੂੰ ਵਹਾਨਾ ਕਿ ਲਿਖਿਆ ਏ मसीह जो हमारे लिए लानती बना। ये कितने लिखा कि मसीह जिसको लोग लानती लानती कहते थे, ये तो लिखा ही नहीं इत्थे। साफ गल लिखी है, साफ समझ आती है पई, लिखा है मसीह जो हमारे लिए लानती बना। लानती बना यानी वो खुद लानती होया सी, कोई लोकी नहीं सन जी लोकी लांघदे सन ओनू लानती लानती कहंदे सन। नहीं, वो लोकां दे कहण नाल बंदा लानती बन जांदा। लोग इहनू वलदो ज़ना हरामी कहंदे हन, यसू नूं उहदे नाल हरामी बन गया सी। नहीं, किसी के कहने नाल तो नहीं कोई कुछ बन जाता। मसीह जो हमारी लानती बना यानी कि वह लानती बन गया सी। लोग उन्होंने लानती कहन, जो मर्जी कहन, लोगों के कहने नाल की फर्क पैंदा बई। अगे की कहना, उसने हमें मोल लेकर अपनी शरीयत की लानत से छुड़ाया। वो लानत अगे तुहानूं वहाइयां ने, मां नाल ज़ना, भैन नाल ज़ना, सस नाल ज़ना, जानवरां नाल ज़ना,
ਉਹਨਾਂ ਲਾਂਤਾਂ ਤੋਂ ਯਿਸੂ ਨੇ ਕਿੰਜ ਛੁਡਾਤਾ ਕਿ ਉਹ ਯਿਸੂ ਤੱਕ ਖੁਦਕੁਸ਼ੀ ਕਰਦਾ ਪਿਆ ਉੱਥੇ। ਹੁਣ ਤੁਸੀਂ ਮਾਂ ਨਾਲ ਜ਼ਨਾ ਕਰੋ, ਭੈਣ ਨਾ ਕਰੋ, ਸੱਸ ਨਾ ਕਰੋ, ਜਾਨਵਰਾਂ ਨਾਲ ਜ਼ਨਾ ਕਰੋ, ਕੋਈ ਲਾਨਤ ਨਹੀਂ ਤੁਹਾਡੇ ਤੇ ਪਏਗੀ। ਤੇ ਛਡਾਇਆ ਕਾਹਦਾ ਉਹਨੇ? ਅੱਗੇ ਲਿਖਿਆ क्योंकि लिखा है जो कोई लकड़ी पर लटकाया गया वो लानती है। यीशु लानती बना क्योंकि लिखा है कि जो लकड़ी पर लटकाया गया वो लानती है। ਹੁਣ ਇਹ ਤੇ ਉਹ ਕਹਿੰਦਾ ਖੁਦਾ ਕਹਿੰਦਾ ਪਿਆ ਪੁਰਾਣੇ ਅਹਿਦਨਾਮੇ 'ਚ ਕਿ ਜਿਹੜਾ ਲੱਕੜੀ ਤੇ ਲਟਕਾਇਆ ਗਿਆ ਉਹ ਲਾਨਤੀ ਹੈ। ਤੁਸੀਂ ਕਹਿੰਦੇ ਹੋ ਲੋਕੀ ਉਹਨੂੰ ਲਾਨਤੀ ਕਹਿੰਦੇ ਹਨ, ਉਹ ਕਹਿੰਦਾ ਨਹੀਂ, ਖੁਦਾ ਕਹਿੰਦਾ ਕਿ ਉਹ ਲਾਨਤੀ ਹੈ। ਲਿਖਿਆ ਕਿਉਂਕਿ ਲਿਖਾ ਹੈ। ਇਹ ਕਿਉਂਕਿ ਲਿਖਾ ਦਾ ਮਤਲਬ ਹੈ ਕਿ ਪੁਰਾਣੇ ਅਹਿਦਨਾਮੇ 'ਚ ਕਿਧਰੇ ਲਿਖਿਆ ਹੈ। ਕਿੱਥੇ ਲਿਖਿਆ ਹੈ? ਹੁਣੇ ਤੁਹਾਨੂੰ ਆਨੇ ਇਹ ਵੇਖੋ। ਇਹ ਜਨਾਬ ਫਿਰ ਤੁਹਾਨੂੰ ਇੱਕ ਤਰਜਮਾ ਜਿਹੜਾ ਅੰਗਰੇਜ਼ੀ ਦਾ ਵੀ ਸੁਣਾਣੇ ਆ। ਅੰਗਰੇਜ਼ੀ 'ਚ ਵੀ ਇਹੀ ਗੱਲ ਲਿਖੀ। ਫਿਰ ਤੁਹਾਨੂੰ ਮੈਂ ਗ੍ਰੀਕੀ 'ਚ ਬਹਾਨਾ, ਗ੍ਰੀਕੀ 'ਚ ਵੀ ਇਹੀ ਗੱਲ ਲਿਖੀ ਕਿ ਉਹ ਲਾਨਤੀ ਬਣ ਗਿਆ ਸੀ ਕਿਉਂਕਿ ਲਿਖਿਆ ਹੈ ਜਿਹੜਾ ਲੱਕੜੀ ਤੇ ਲਟਕਾਇਆ ਗਿਆ ਉਹ ਲਾਨਤੀ ਹੈ, ਉਹ ਲਾਨਤੀ ਹੈ। ਅਸੀਂ ਨਹੀਂ ਕਹਿੰਦੇ, ਪੌਲੁਸ ਕਹਿੰਦਾ ਹੈ ਉਹ ਸ਼ੈਤਾਨ ਸੀ। ਸ਼ੈਤਾਨ ਜਿਹੜਾ ਉਹ ਤੁਹਾਨੂੰ ਇਹ ਪੱਟੀ ਪੜਾ ਗਿਆ ਹੈ, ਤੁਸੀਂ ਸਾਡੇ ਤੇ ਪਾਉਂਦੇ ਹੋ। ਅਸੀਂ ਪੜ੍ਹ ਕੇ ਤਾਂ ਤੁਹਾਨੂੰ ਸੁਣਾਣਾ ਹੈ ਨਾ ਕਿ ਇਹ ਤੁਹਾਡਾ ਪਿਓ ਜਿਹੜਾ ਅਕੀਦਾ ਦੇ ਗਿਆ ਤੁਹਾਨੂੰ, ਤੇ ਅਕੀਦਾ ਸੁਣ ਕੇ ਤੁਹਾਡੀ ਦੰਦਲ ਤੁਹਾਨੂੰ ਪੈ ਜਾਂਦੀ। ਨਿਊ ਇੰਟਰਨੈਸ਼ਨਲ ਵਰਜਨ 'ਚ ਲਿਖਿਆ ਕ੍ਰਾਈਸਟ ਰਿਡੀਮਡ ਅਸ ਫਰੋਮ ਦੀ ਕਰਸ। ਇਹ ਕਰਸ ਵੇਖੋ ਲਫ਼ਜ਼ ਲਿਖਿਆ ਆਫ ਦੀ ਲਾ ਬਾਈ ਬਿਕਮਿੰਗ ਏ ਕਰਸ। ਕਿਉਂ ਜੀ? ਅੰਗਰੇਜ਼ੀ 'ਚ ਕੀ ਲਿਖਿਆ? ਬਿਕਮਿੰਗ ਏ ਕਰਸ। ਉਹ ਬਣ ਗਿਆ ਸੀ ਇੱਕ ਲਾਨਤ। ਆਫ ਫॉर ਅਸ, ਉਹ ਸਾਡੇ ਵਾਸਤੇ ਲਾਨਤੀ ਬਣ ਗਿਆ ਸੀ। ਇੱਥੇ ਅਕਰਸਡ ਹੋਣਾ ਚਾਹੀਦਾ, ਵੈਸੇ ਗਲਤ ਤਰਜਮਾ ਹੈ। ਉਹ ਇਹਦਾ ਮਤਲਬ ਹੈ ਉਹ ਮੁਜੱਸਮ ਲਾਨਤ ਸੀ, ਯਾਨੀ ਉਹ ਸਾਰੇ ਦਾ ਸਾਰਾ ਇੱਕ ਲਾਨਤ ਹੀ ਬਣ ਗਿਆ ਸੀ। ਲਾਨਤ ਹੀ ਨਹੀਂ, ਲਾਨਤ ਬਣ ਗਿਆ ਸੀ, ਪੂਰਾ ਹੀ ਇੱਕ ਲਾਨਤ ਬਣ ਗਿਆ ਸੀ। ਫॉर ਇਟ ਇਜ਼ ਰਿਟਨ, ਕਿਉਂਕਿ ਲਿਖਿਆ ਹੈ ਪੁਰਾਣੇ ਅਹਿਦਨਾਮੇ ਵਿੱਚ ਕਰਸਡ ਇਜ਼ एवरीवन हु इज हंग ऑन ए पोल। हर वो बंदा लानती है ਜਿਹੜਾ पोल ਤੇ लटका। वो इस वास्ते नहीं कहता क्योंकि लोग उसको लानती लानती कह रहे थे ना तो फिर वो लानती बन गया था। ये नहीं लिखा उत्ते, उत्ते लिखा कि खुदा ने क्या है ਜਿਹੜਾ पोल ਤੇ लटकाया गया वो लानती, इस वास्ते वो लानती बन गया। ये ड्रामेबाजियां उत्ते किधरे होर जाके करो। ਅੱਗੇ ਵੇਖੋ ਜਿਹੜੀ ਮਰਜ਼ੀ ਆ, ਹੁਣ 15-20 ਟ੍ਰਾਂਸਲੇਸ਼ਨਾਂ ਦੇ ਵਿੱਚ ਇਹ ਗੱਲ ਲਿਖੀ ਹੈ। But Christ had rescued us from the curse pronounced by the law when he was hung on the cross. He took upon himself the curse of our wrongdoings. ਇਹ ਵੇਖੋ ਸਾਫ਼ ਉਹਨੇ ਹੁਣ ਇਹ ਤਰਜਮਾ ਕਰਨ ਵਾਲੇ ਦਾ ਕਮਾਲ ਹੈ ਨਾ ਕਿ ਉਹ ਤਰਜਮੇ ਦੇ ਵਿੱਚ ਆਪਣਾ ਪੂਰਾ ਅਕੀਦਾ ਵਾੜ ਗਿਆ ਕਿ ਜੀ ਉਹ ਸਲੀਬ ਤੇ ਚੜਿਆ, ਸਲੀਬ ਤੇ ਚੜ ਕੇ ਸਾਡੇ ਗੁਨਾਹਾਂ ਦੀ ਲਾਨਤ ਉਹਨੇ ਆਪਣੇ ਉੱਤੇ ਲੈ ਲਈ। ਉਹ ਕਿਸ ਚੱਕਰ 'ਚ ਵੀ ਤੂੰ ਮਾਂ ਨਾਲ ਜ਼ਨਾ ਕਰੇ, ਤੂੰ ਭੈਣ ਨਾਲ ਜ਼ਨਾ ਕਰੇ, ਤੂੰ ਸੱਸ ਨਾਲ ਜ਼ਨਾ ਕਰੇ, ਤੂੰ ਖੋਤੇ ਨਾਲ ਜ਼ਨਾ ਕਰੇ ਤੇ ਤੇਰੀਆਂ ਲਾਨਤਾਂ ਯਿਸੂ ਕਹੇ ਕਿ ਮੈਂ ਅਸਲ 'ਚ ਜ਼ਨਾ ਕੀਤਾ, ਇਹਨੇ ਕੋਈ ਨਹੀਂ ਕੀਤਾ। ਕੰਮ ਤੂੰ करे, कहना हैरत आती है मुझे इस हजरत इंसान पर, फेले बात तो खुद करे ते लानत करे शैतान पर। लानत भी तेरे ते ही पैनी है, जिन्हें हरामजदगी की है ਉਹਦੇ ਤੇ ਲਾਨਤ ਪੈਣੀ ਹੈ, ਉਹ ਯਿਸੂ ਤੇ ਨਹੀਂ ਪੈ ਸਕਦੀ। ਕਿਉਂਕਿ ਬਾਈਬਲ 'ਚ ਲਿਖਿਆ ਹੈ ਕਿ ਕਿਸੇ ਪੁੱਤਰ ਨੂੰ ਉਹਦੇ ਪਿਓ ਦੇ ਗੁਨਾਹ ਦਾ ਬਦਲਾ ਨਹੀਂ ਦਿੱਤਾ ਜਾਏਗਾ, ਉਹ ਪੁੱਤਰ ਦੇ ਬਦਲੇ ਪਿਓ ਨੂੰ ਨਹੀਂ ਦਿੱਤਾ ਜਾਏਗਾ। ਕਿਉਂ? ਜਿਹੜੀ ਜਾਨ ਗੁਨਾਹ ਕਰਦੀ ਹੈ ਉਹਦਾ ਗੁਨਾਹ ਉਹਦੇ ਸਿਰ ਹੀ ਪੈਣਾ। ਤੇ ਇੱਥੇ ਤੁਸੀਂ ਡਰਾਮੇਬਾਜ਼ੀਆਂ ਕਰਦੇ ਹੋ ਕਿ ਅਸੀਂ ਬਦਕਾਰੀਆਂ ਕਰੀਏ ਤੇ ਉਹਦੀ ਲਾਨਤ ਯਿਸੂ ਤੇ ਪੈ ਜਾਏ। ਕਿਸ ਚੱਕਰ 'ਚ ਪੈ ਜਾਏ ਬਈ? ਕਿਉਂ ਪੈ ਜਾਏ ਉਹਦੇ ਤੇ? ਅੱਗੇ ਇਹ ਤੁਸੀਂ ਵੇਖ ਫਿਰ ਫॉर ਇਟ ਇਜ਼ ਰਿਟਨ ਇਨ ਦੀ ਸਕ੍ਰਿਪਚਰਸ, ਕਿਉਂਕਿ ਖੁਦਾ ਦੇ ਕਲਾਮ 'ਚ ਲਿਖਿਆ ਹੈ, ਤੁਹਾਡਾ ਅਕੀਦਾ ਹੈ ਕਰਸਡ ਇਜ਼ एवरीवन, ਉਹ ਲਾਨਤੀ ਹੈ ਹੂ ਇਜ਼ ਹੰਗ ਔਨ ਅ ਟਰੀ, ਜਿਹੜਾ ਇੱਕ ਦਰਖਤ ਤੇ ਲਟਕਾਇਆ ਜਾਂਦਾ। ਇਹ ਹੁਣ ਤੁਹਾਨੂੰ 2 ਤਰਜਮੇ ਪੜ੍ਹ ਦਿੱਤੇ ਨੇ, ਅੱਗੇ 20 ਤਰਜਮੇ ਤੁਹਾਡੇ ਸਾਹਮਣੇ ਮੈਂ ਸਕਰੋਲ ਪਿਆ ਕਰਨਾ ਵਾ, ਹੋਰੇ 20 ਨੇ ਕਿ 30 ਨੇ, ਉਹ ਤੁਸੀਂ ਪੜ੍ਹ ਲਓ। ਇਹ ਕੰਟੈਕਸਟ ਲਿਖਿਆ ਹੈ, ਇਹ ਅੱਗੇ ਕ੍ਰਾਸ ਰੈਫਰੈਂਸ ਹੈ। ਇਹ ਵੇਖੋ ਜੀ ਡਿਊਟਰੋਨੋਮੀ 'ਚ ਲਿਖਿਆ ਹੈ, ਡਿਊਟਰੋਨੋਮੀ 21:23 'ਚ ਲਿਖਿਆ ਹੈ, ਉਹ ਮੈਂ ਤੁਹਾਨੂੰ ਵਹਾ ਦਿੰਦਾ ਵਾ ਕਿ ਜਿਹੜਾ ਪੋਲ ਤੇ ਲਟਕਾਇਆ ਗਿਆ ਉਹ ਲਾਨਤੀ। ਇਹ ਡਿਊਟਰੋਨੋਮੀ ਜੀ 5ਵੀਂ ਕਿਤਾਬ ਹੈ, ਇਸਤਸਨਾ ਇਹਦਾ ਨਾਂ ਹੈ, ਤੇ ਇਹਦੇ 21:23 'ਚ ਲਿਖਿਆ ਡਿਊਟਰੋਨੋਮੀ 21:23। ਇਹ 21 ਹੈ, ਇਹਦਾ 23 ਫਿਕਰਾ ਅਸੀਂ ਪੜ੍ਹ ਲੈਨੇ ਆ। ਅਸੀਂ पढ़ने जी 20 तो लिखा और वो उसके शहर के बुजुर्गों से अर्ज करें कि ये हमारा बेटा जिद्दी और गर्दन कश है। कश का मतलब होंगे खिंचना, कुश का मतलब होंगे मारना, फारसी के लफज ने, ते गर्दन कश लफज है, गर्दन कुश नहीं है। ठीक है जी, गर्दन कश है यानी खिंच लेंदा है गर्दन। जिवें किसी नूं तुसी बैल जिहड़ा हुंदा बैल ना, ਉਹਨੂੰ ਤੁਸੀਂ मतलब कि हल वाहण वास्ते ਉਹਦੇ गले ਦੇ ਵਿੱਚ ਉਹ ਪਾਣਾ ਚਾਹੋ चीज ਜਿਹਦੇ ਨਾਲ ਉਹ ਵੱਜੀ ਹੁੰਦੀ ਹੈ ਹਲ, ਤੇ ਉਹ ਧੌਣ ਖਿੱਚ ਲਏ ਆਪਣੀ, इन्हों कहते हैं गर्दन कश है, यानी गल नहीं मानता। ठीक है, ये हमारी बात नहीं मानता और अड़ाऊ और शराबी है, उड़ाऊ और शराबी है। तब उसके शहर के सब लोग उसे संसार करें कि वो मर जाए। यूं तू ऐसी बुराई को अपने दरमियान से दूर करना
तब सब इस्राएली सुनकर डर जाएंगे। ठीक है, बदकार नु संसार करो। और अगर किसी ने कोई ऐसा गुनाह किया हो जिससे उसका कत्ल वाजिब हो तो तू उसे मार कर दरख्त से टांग देना। की करना कि किसी का कत्ल वाजिब होए ਤੇ ਉਹਨੂੰ ਮੰਗ ਕੇ ਦਰਖਤ ਵੇਖੋ ਉਹ ਯਹੂਦੀਆਂ ਦਾ ਇਲਾਕਾ ਸੀ, ਬਾਅਦ ਕਾਨੂੰਨ ਰੋਮੀਆਂ ਦੇ ਸਨ, ਲੇਕਿਨ ਚੂੰਕਿ ਯਹੂਦੀਆਂ ਦਾ ਇਲਾਕਾ ਸੀ ਤੇ ਹਕੂਮਤ ਕਾਇਮ ਰੱਖਣ ਵਾਸਤੇ ਬਾਅਦ ਦਫਾ ਉਸ ਇਲਾਕੇ ਦੇ ਲੋਕਾਂ ਦੇ ਕਾਨੂੰਨ ਵੀ ਇਖਤਿਆਰ ਕਰਨੇ ਪੈਂਦੇ ਨੇ, ਉਹਨਾਂ ਦੀ ਰਿਸਪੈਕਟ, ਇਹਨੂੰ ਕਹਿੰਦੇ ਨੇ ਪਰਸਨਲ ਲਾ, ਉਹਨਾਂ ਨੂੰ ਇਖਤਿਆਰ ਕਰਨ ਵਾਸਤੇ। अच्छा लिखा तू उसे मार कर दरख्त से टांग देना। अगे लिखा नंबर 3, तू उसकी लाश रात भर दरख्त पर लटकी ना रहे बल्कि तू उसी दिन उसे दफन कर देना, क्योंकि जिसे फांसी मिलती है वो खुदा की तरफ से मलऊन है। और दसो फराडियो शैतान दे पुजारियो कहंदे लोकी उहनूं लांती लांती कहंदे सन। और पौलुस ते कहण दिया कि खुदा दी किताब च लिखिआ है जिहड़ा दरख्त ते टंगिया जाए वो लांती है, ते लोकां वल्लों लानती नहीं, खुदा की तरफ से वो मलून है, खुदा दी तरफ वो मलून है। ये पौलुस शैतान दी पुजारी दी यह अकीदा सी कि यसू खुदा वल्लों मलून होया है। क्यों भाई फराडियो, मसीह मौत दीयां तस्वीरां ला के गालां कड्ढण नाल सच्चे हो जाओगे तुसी, झूठ तुहाडा सच बन जाएगा, पौलुस सच्चा हो जाएगा। यह काम नहीं हो सकता जिन्नी देर तक दलील जिंदा है। शैतान कभी कामयाब नहीं हो सकता। ਜਿਹੜੇ शैतान ਦੇ पुजारी ने अपनी अकल इस्तेमाल नहीं करना चाहते, करते रहन भी सानू की, ਅਸੀਂ दलील देंगे। जे साडी दलील का जोर ना होएगा तो दलील उड़ जाएगी, जे दलील च जोर होएगा तो अकल वाला जरूर उन्होंने मनेगा। ठीक है, शोभदाबाजियां ਅਸੀਂ नहीं करते। तुहाडे सामने तुहाडीਆਂ किताबां खोलियां ने, तुहाडे तर्जमे खोले ने, तुहाडीਆਂ वैबसाइटां खोलियां ने, किधरे फराड होए तो फड़ो, लोकां ते ਜ਼ਾਹਰ करो जिवें ਅਸੀਂ ਜ਼ਾਹਰ पे करने। डबल टैप करो जी जिहड़ा वेला बैठा है तो शेयर करो जिहड़ा कर सकदा है, ता ना हो कि तू उस मुल्क को नापाक कर दे जिहड़ा लानती होए, नापाक है, पलीद है खुदा दी नजर विच। ते पौलुस जिहड़ा है वो ऐसा खबीस सी, शैतान दा पुजारी सी, क्योंकि वो यसू दा दुश्मन सी। उन्हें यसू नूं लानती ते पलीद बना के तुहाडे सामने पेश कीता है, तो तुसीं उहनूं मान लिया। तुसीं असल खुदा दी तालीम नूं छड्ड के ते शैतान दे पुजारी पौलुस दी गल मान ली है कि यसू लानती ते पलीद है, क्योंकि लिखा है नापाक है जिहड़ा खुदा मलून होके मरे, खुदा की तरफ से लानती है, नापाक है। खुदावन तेरा खुदा तुझको मिरास के तौर पर देता है। उस मुल्क नूं उस पलीद ते मलून दे नाल पलीद ना कर दिया जे। क्यों जी, हवाला याद रखो। ए उर्दू च तुहानूं आया, तुहानूं ए पश्तो च ओहो सॉरी ग्रीकी च भी वहा दिंदे आ। ए ड्यूटरोनोमी इत्थे ही खोल लैंदे आ। ए लिखा you must not leave the body hanging on the pole overnight, be sure to bury in the same day, because anyone who is hung on a pole is under God's curse। खुदा दी लानत दे थल्ले वे, लोकां दी लानत दे थल्ले नहीं। You must not desecrate the land the Lord your God is giving you as an inheritance। तुसी पलीद ना कर दिया जे उस लानती दी वजह तो, लानती भी है ते ओदी वजह तो जे जमीन ते रहा तो जमीन पलीद हो जानी। इन्ना पलीद हो कि वो खुद भी पलीद है ते जेड़ी जमीन ते हो रहेगा वो भी पलीद हो जाएगी, उन्होंने जमीन दे विच दब दे। अगे सारे 20 तर्जमे तुहानूं दस्सिया मौजूद ने, मैं तुहानूं ग्रीकी विच पढ़ के सुनाना। कहंदे ने जी तुसीं जाहल हो, ਅਸੀਂ ਸਾਡੇ ਜੇ ਜਾਹਲ ਜੇ 4-5 ਤੁਹਾਨੂੰ ਕਿਧਰੇ ਦੁਨੀਆ ਤੇ ਲੱਭ ਜਾਂਦੇ, ਤੁਹਾਡਾ ਤੇ ਕਿਧਰੇ ਮੂੰਹ ਲਗਾ ਨੂੰ ਥਾਂ ਨਾ ਲੱਭੇ। ਇਹ ਜਨਾਬ ਗ੍ਰੀਕੀ ਵਿੱਚ ਤੁਹਾਨੂੰ ਪੜ੍ਹ ਕੇ ਸੁਣਾਣੇ ਆ ਤੇ ਇਹ ਗ੍ਰੀਕੀ ਜ਼ੁਬਾਨ ਚ ਵੇਖੋ ਲਿਖਿਆ ਹੈ। ਠੀਕ ਹੈ, ਇਹ ਲਿਖਿਆ ਲੋ, ਠੀਕ ਹੈ, ਬਲਕਿ ਇਹ ਗ੍ਰੀਕੀ ਨਹੀਂ ਜੇ, ਇਹ ਹੈਬਰੀਓ ਜੇ। ਹੈਬਰੀਓ ਜਿਹੜੀ ਯਹੂਦੀਆਂ ਦੀ ਪੁਰਾਣੀ ਜ਼ੁਬਾਨ ਸੀ, ਇਬਰਾਨੀ ਜਿਹਨੂੰ ਕਹਿੰਦੇ ਨੇ, ਇਹ ਅਰਬੀ ਨਾਲ ਮਿਲਦੀ ਜੁਲਦੀ ਹੈ। अक्सर लफज तुम सुनो तो तुम हैरान होवोगे कि बिल्कुल अरबी च उही लफज है, बल्कि उसी उर्दू च फारसी वगैरह च भी इस्तेमाल कर रहे हैं। सुनो ए ना इबरानी लिखी है, ए वाली लिखा लो नो नॉट दी बॉडी निब लाताऊ, ठीक है, तेरी तेरा जिस्म। अगे लिखा ऑन अल, देखो अल लफज लिखा ऑन हैश 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 लिखा ट्री वुड लकड़ी। अगे लिखा ओवरनाइट तालीन, टू स्टॉप टू स्टे परमानेंटली टू बी अब्सटेन, बट की ए रिलेटिव कंजक्टिव। यू मस्ट बी श्योर टू बरी,
ਇਹ ਵੇਖੋ ਕਬਰ ਲਫ਼ਜ਼ ਸੁਣਿਆ, ਕਬਰ ਇਹ ਲਿਖਿਆ ਜੇ ਕਬੂਰ, ਕਬੂਰ, ਇਹ ਕਬੂਰ ਲਫ਼ਜ਼ ਲਿਖਿਆ, ਤੁਸੀਂ ਖੁਦ ਪੜ੍ਹ ਸਕਦੇ ਹੋ, QABOWR ਕਬੂਰ। ਯੂ ਮਸਟ ਬੀ ਸ਼ੋਰ ਟੂ ਬਰੀ, ਕਬੂਰ ਦਾ ਮਤਲਬ ਹੈ ਕਿ ਉਹਨੂੰ ਦੱਬ ਦਿਓ, ਕਬਰ ਚ ਵਾੜ ਦਿਓ ਉਹਨੂੰ। ਇਹ ਇਬਰਾਨੀ ਪੜ੍ਹਨ ਦਿਆ ਮੈਂ ਤੁਹਾਡੇ ਸਾਹਮਣੇ, ਇਹ ਇਬਰਾਨੀ ਦੇ ਅਲਫਾਜ਼ ਲਿਖੇ ਨੇ, ਇਹ ਉਹਦੀ ਟ੍ਰਾਂਸਲਿਟਰੇਸ਼ਨ ਲਿਖੀ ਹੈ ਕਿ ਤੁਸੀਂ ਪੜ੍ਹ ਸਕੋ। ਹਿਮ ਹਾ ਹੂ, ਇਹ ਵੇਖਿਆ ਜੇ ਹੋਆ ਦਾ ਲਫ਼ਜ਼ ਜਿਹੜਾ ਇਸਤੇਮਾਲ ਹੁੰਦਾ ਤੇ ਉਹ ਹਾ ਹੂ ਉਹਨੂੰ ਲਿਖਿਆ ਹੈ ਹਿਮ। ਦੀ ਦੇ ਇਹ ਲਿਖਿਆ ਬੈ ਯੌਮ, ਇਹ ਯੌਮ ਕਿਹਨੂੰ ਕਹਿੰਦੇ ਨੇ ਭਾਈ, ਸਾਰਿਆਂ ਨੂੰ ਪਤਾ ਹੈ, ਯੌਮ ਕਹਿੰਦੇ ਨੇ ਦਿਨ ਨੂੰ, ਬੈ ਯੌਮ ਦੈਟ ਡੇ, ਇਹ ਡੇ ਲਿਖਿਆ, ਡੇ ਦੀ ਇਬਰਾਨੀ ਹੈ ਯੌਮ, ਇਹ ਡੇ ਇਹ ਲਿਖਿਆ, ਯਾਨੀ ਉਹਨੂੰ ਉਸੇ ਦਿਨ ਦਫਨ ਕਰ ਦਿਓ। ਬਿਕॉज ਕਈ, ਕਈ ਦਾ ਮਤਲਬ ਬਿਕॉज। ਤਾਲੂਈ ਟੂ ਸਸਪੈਂਡ ਇਜ਼ ਅੰਡਰ ਗॉड, ਐਲੋਹੀਮ, ਇਹ ਵੇਖੋ ਲਿਖਿਆ ਐਲੋਹੀਮ ਖੁਦਾ ਦਾ ਇੱਕ ਨਾਮ ਹੈ। ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਥੀਓਸ, ਖੁਦਾ ਨੂੰ ਕਹਿੰਦੇ ਨੇ ਥੀਓਸ, ਹੈ ਥੀਓਸ ਦਾ ਮਤਲਬ ਹੈ ਦੀ ਗॉड, ਇਹ ਲਿਖਿਆ ਐਲੋਹੀਮ ਗॉड्स, ਦੀ ਸੁਪਰੀਮ ਗॉड, ਮੈਜਿਸਟ੍ਰੇਟ, ਸੁਪਰਲੇਟਿਵ, ਐਲੋਹੀਮ ਇਹ ਸੁਪਰਲੇਟਿਵ ਹੈ। ਬਾਜ਼ ਕ੍ਰਿਸਚਨ ਸਾਨੂੰ ਇਹ ਵਹਾ ਕੇ ਕਹਿੰਦੇ ਨੇ ਵੇਖੋ ਜੀ ਇਹ ਖੁਦਾ ਦਾ ਲਿਖਿਆ ਐਲੋਹੀਮ, ਯਾਨੀ ਕਿ ਜ਼ਿਆਦਾ ਖੁਦਾ ਨੇ, ਜਿਸ ਤਰ੍ਹਾਂ ਇਹਨੇ ਇੱਥੇ ਤਰਜਮਾ ਕੀਤਾ ਹੈ ਗॉड्स, ਹਾਲਾਂਕਿ ਇਹ ਸੁਪਰਲੇਟਿਵ ਹੈ। ਜਿਸ ਤਰ੍ਹਾਂ ਕਿਸੇ ਨੂੰ ਰਿਸਪੈਕਟ ਵਾਸਤੇ ਕਿਹਾ ਜਾਂਦਾ ਹੈ ਹਮ ਤੇ ਆਪ, ਇਸ ਵਾਸਤੇ ਐਲੋਹੀਮ ਦਾ ਮਤਲਬ ਇਹ ਨਹੀਂ ਕਿ ਜ਼ਿਆਦਾ ਖੁਦਾ ਨੇ, ਐਲੋਹੀਮ ਦਾ ਮਤਲਬ ਹੈ ਕਿ ਭਾਈ ਉਹ ਅਜ਼ਮਤ ਵਾਲਾ ਸ਼ਹਿਨशाह ਖੁਦਾ, ਠੀਕ ਹੈ ਐਲੋਹੀਮ। ਇਹ ਇਲਾਹ ਵੇਖੋ ਜਿਹੜਾ ਲਫ਼ਜ਼ ਹੈ ਇਲਾਹ, ਉਹੀ ਲਫ਼ਜ਼ ਹੈ ਐਲੋਹੀਮ, ਉਹਦੀ ਜਮਾ ਹੈ। ਅੱਗੇ ਲਿਖਿਆ ਕਰਸ, ਇਹ ਲਿਖਿਆ ਕਿਲਾਤ, ਕਿਲਾਤ ਵਿਲੀਫਿਕੇਸ਼ਨ, ਕਰਸ, ਇਹ ਕਿਲਾਤ ਲਫ਼ਜ਼ ਜੇ। ਹੁਣ ਇਹ ਸਟਰੋਂਗ ਦੀ ਡਿਕਸ਼ਨਰੀ ਚ 7045 ਨੰਬਰ ਲਫ਼ਜ਼ ਹੈ ਲਾਨਤ, ਇਹਨੂੰ ਤੁਸੀਂ ਕਲਿੱਕ ਕਰੋ ਤੇ ਇਹ ਵੇਖੋ ਇਹ ਸਾਰੇ ਹਵਾਲੇ ਆ ਜਾਣਗੇ 7045 ਦੇ। ਕਿਲਾਤ, ਕਾਲਾ ਲਾਹ, ਕੇਲਾ ਲਾ, ਉਹ ਲਾਲਾ, ਅੱਛਾ ਕੇਲਾ ਲਾ ਜਿਹੜਾ ਹੈ ਨਾ, ਇਹ ਕੇਲਾ ਲਾ, ਇਹ ਕੇਲਾ ਲਾ ਲਫ਼ਜ਼ ਇਬਰਾਨੀ ਦੇ ਵਿੱਚ ਦਾ ਮਤਲਬ ਜੇ ਲਾਨਤ। ਇਹ ਹੁਣ ਵੇਖ ਲਓ ਕਿੱਥੇ ਕਿੱਥੇ ਇਸਤੇਮਾਲ ਹੋਇਆ, ਸਾਰੇ ਉਹਦੇ ਹਵਾਲੇ ਆ ਗਏ ਨੇ। ਜੈਨੇਸਿਸ 27:12, ਜੈਨੇਸਿਸ 27:13, ਡਿਊਟਰੋਨੋਮੀ 11:26, ਤੇ ਇਹ ਵੇਖੋ ਇਹ ਕੇਲਾ ਲਾ ਲਫ਼ਜ਼ ਲਿਖਿਆ, ਇਹ ਉਹਦਾ ਤਰਜਮਾ ਲਿਖਿਆ ਅਪਨ ਮਾਈ ਸੈਲਫ, ਇਹ ਕਰਸ, ਇਹ ਕਰਸ, ਇਹ ਕਰਸ, ਠੀਕ ਹੈ। ਇਹ ਸਾਰੇ ਹਵਾਲੇ ਨੇ, ਤੁਹਾਨੂੰ ਤਹਿਕੀਕ ਦਾ ਤਰੀਕਾ ਦੱਸਣ ਡਿਆ ਕਿ ਜਿੱਥੇ ਜਿੱਥੇ ਬਾਈਬਲ 'ਚ ਲਫ਼ਜ਼ ਆਇਆ ਹੈ ਕੇਲਾ ਲਾ, ਉੱਥੇ ਇਹਦਾ ਮਾਣਾ ਕਰਸ ਕੀਤਾ ਗਿਆ, ਇਹਦਾ ਮਾਣਾ ਲਾਨਤ ਕੀਤਾ ਗਿਆ, ਠੀਕ ਹੈ। ਇਹ ਲਿਖਿਆ ਕਰਸ, ਕੇਲਾ ਲਾ। ਯੂ ਮਸਟ ਨਾਟ, ਵਾ ਲਾਊ, ਇਹ ਵੇਖੋ ਲਾਊ ਜਿਹੜਾ ਨਾ ਉਹਦਾ ਮਤਲਬ ਹੁੰਦਾ ਨਹੀਂ, ਵਾਹ ਔਰ, ਇਹ ਬਿਲਕੁਲ ਅਬਰਾਨੀ ਤੇ ਅਰਬੀ ਮਿਲਦੀਆਂ ਜੁਲਦੀਆਂ ਜ਼ੁਬਾਨਾਂ ਨੇ, ਵਾ ਲਾਊ ਤੇ ਔਰ ਨਹੀਂ, ਤੇ ਟਾਮੇ, ਬਾਦ ਲੋਕ ਬਾਦ ਲਫ਼ਜ਼ ਨਹੀਂ ਵੀ ਮਿਲਦੇ, ਕੋਈ ਜ਼ਰੂਰੀ ਨਹੀਂ 100% ਮਿਲਦੇ ਹੋਣ। ਡਿਫਾਈਲ, ਅਦ ਮਾਇਟੇਕਾ, ਠੀਕ ਹੈ। ਦੀ ਲੈਂਡ, ਯਹਵੇ, ਇਹ ਵੇਖੋ ਹੁਣ ਤੁਹਾਨੂੰ ਇੱਕ ਇੰਤਹਾਈ ਅਹਿਮ ਗੱਲ ਦੱਸਾਂ, ਇੱਥੇ ਖੁਦਾ ਦੇ ਬਾਰੇ 'ਚ ਕੀ ਲਫ਼ਜ਼ ਇਸਤੇਮਾਲ ਹੋਇਆ ਹੈ ਐਲੋਹੀਮ, ਖੁਦਾ, ਲੇਕਿਨ ਇਹ ਜਿਹੜਾ ਹੈ ਨਾ ਇਹ ਵੇ ਇਸਮ ਜ਼ਾਤ, ਯਹਵੇ, ਯਹਵੇ, ਠੀਕ ਹੈ। ਇਹ ਅਸਲ ਵਿੱਚ ਇਹ ਚਾਰ, ਇਹ ਨਾ ਦੋ ਲਫ਼ਜ਼ ਨੇ, ਇਹ ਚਾਰ ਲਫ਼ਜ਼ ਨੇ, ਇਹ ਤੁਹਾਨੂੰ ਮੈਂ ਇਹ ਚਾਰ ਇਹ ਲਫ਼ਜ਼ ਨੇ, ਕੀ ਨੇ ਜੀ, ਇਹ ਯਹ ਤੇ ਵੇ, ਯਾਨੀ ਇਹ ਹੈ ਤੇ ਵਾਓ ਹੈ, ਯਹ ਵੇ। ਇਹਦੇ ਵਿੱਚ ਜਿਹੜਾ ਏ ਤੇ ਈ ਵੇ ਨਾ, ਇਹਨਾਂ ਨੂੰ ਕਹਿੰਦੇ ਨੇ ਵਾਵਲਸ, ਇਹ ਪਾਏ ਜਾਂਦੇ ਨੇ ਜਿਵੇਂ ਪੇਸ਼ ਜ਼ੇਰ ਜ਼ਬਰ ਨਹੀਂ ਪਾਈ ਦੀ ਅਰਬੀ 'ਚ, ਇੰਜ ਇਹ ਵਾਵਲ ਵਿੱਚ ਪਾਏ ਗਏ ਨੇ ਲਫ਼ਜ਼ ਨੂੰ ਜ਼ਿਆਦਾ ਪੁਰਨ ਯਾਨੀ ਕਿ ਬਈ ਸੁਣਨ 'ਚ ਪੜਨ 'ਚ ਜ਼ਿਆਦਾ ਬਿਹਤਰ ਪੜਿਆ ਜਾਏ, ਨਹੀਂ ਤੇ ਅਸਲ 'ਚ ਇਹ ਚਾਰ ਲਫ਼ਜ਼ ਨੇ, ਇਹਨੂੰ ਕਹਿੰਦੇ ਨੇ ਟੈਟਰਾਗ੍ਰਾਮ। ਯਹ ਵਹ, ਇਹ ਖੁਦਾ ਦਾ ਜ਼ਾਤੀ ਨਾਂ ਹੈ ਯਹੂਦੀਅਤ ਵਿੱਚ, ਯਹਵੇ, ਤੇ ਇਹ ਜਨਾਬ ਉਹੀ ਲਿਖਿਆ ਹੈ, ਇਹ ਲਿਖਿਆ ਤੁਹਾਡੇ ਸਾਹਮਣੇ ਯਹਵੇ, ਇਹ ਉਹਦੀ ਇਬਰਾਨੀ ਸ਼ਕਲ ਜੇ, ਇਹ ਮੁਕੱਦਸ ਤਰੀਨ ਲਫ਼ਜ਼ ਹੈ ਯਹੂਦੀਅਤ ਵਿੱਚ ਯਹਵੇ। ਉਹਦਾ ਵੇਖੋ ਤਰਜਮਾ ਠੋਕ ਦਿੱਤਾ ਹੈ, ਇਹ ਫਰਾਡੀਏ ਏਡੇ ਨੇ ਕ੍ਰਿਸਚਨ ਤੇ ਯਹੂਦੀ ਕਿ ਅਸਲ ਨਾਂ ਦਾ ਵੀ ਤਰਜਮਾ ਠੋਕ ਦਿੱਤਾ ਹੈ। ਉਹ ਬਈ ਯਹਵੇ ਖੁਦਾ ਦਾ ਜ਼ਾਤੀ ਨਾਂ ਹੈ, ਜਿਵੇਂ ਅੱਲਾ ਦਾ ਨਾਂ ਅੱਲਾ ਹੈ, ਉਹਦਾ ਵੀ ਤਰਜਮਾ ਕਰ ਦਿੱਤਾ ਹੈ। ਐਸੇ ਫਰਾਡੀਏ ਨੇ ਲਿਖਿਆ ਯਹਵੇ ਖੁਦਾ। ਇਹ ਹੁਣ ਤੁਹਾਨੂੰ ਹੈਰਾਨਗੀ ਵਾਲੀ ਗੱਲ ਦੱਸਾਂ ਕਿ ਬੇਸ਼ੁਮਾਰ ਜਗ੍ਹਾ ਤੇ ਲਫ਼ਜ਼ ਆਇਆ, ਤੇ ਜਿਹੜੇ ਐ ਨੇ ਨਾ, ਕੀ ਇਹਨਾਂ ਦਾ ਨਾਂ ਯਾਰ, ਯਹੋਵਾਜ਼ ਵਿਟਨੈਸ, ਉਹਨਾਂ ਨੇ ਨਾਂ ਹੀ ਆਪਣਾ ਇਸ ਨਾਂ ਤੇ ਰੱਖਿਆ ਯਹੋਵਾਜ਼ ਵਿਟਨੈਸ। ਇਹ ਯਹੋਵਾ ਉਹ ਕਹਿੰਦੇ ਨੇ ਜਰਮਨ ਵਿੱਚ ਯਹੋਵਾ, ਯਹਵੇ ਨੂੰ,
ਕਿ ਅਸੀਂ ਯਹੋਵਾ ਦੇ ਗਵਾਹ ਵਾਂ, ਤੇ ਉਹਨਾਂ ਨੇ ਨਵੀਂ ਬਾਈਬਲ ਦਾ ਤਰਜਮਾ ਕਰਕੇ ਜਿੱਥੇ ਜਿੱਥੇ ਯਹਵੇ ਲਫ਼ਜ਼ ਲਿਖਿਆ ਉੱਥੇ ਤਰਜਮਾ ਯਹੋਵਾ ਕੀਤਾ ਹੈ। ਉਹਨਾਂ ਨੇ ਇਹ ਦੀ ਲਾਰਡ ਵਾਲਾ ਡਰਾਮਾ ਖਤਮ ਕਰ ਦਿੱਤਾ ਹੈ। ਇਹ ਡਰਾਮਾ ਖਾਸ ਤੌਰ ਤੇ ਕ੍ਰਿਸਚਨਾਂ ਨੇ ਕੀਤਾ ਹੈ ਯਿਸੂ ਨੂੰ ਖੁਦਾ ਬਣਾਉਣ ਵਾਸਤੇ, ਕਿਉਂਕਿ ਯਹਵੇ ਲਫ਼ਜ਼ ਕਦੀ ਵੀ ਯਿਸੂ ਨੇ ਆਪਣੇ ਵਾਸਤੇ ਇਸਤੇਮਾਲ ਨਹੀਂ ਕੀਤਾ, ਉਹ ਖੁਦਾ ਬਾਪ ਵਾਸਤੇ ਇਸਤੇਮਾਲ ਕੀਤਾ ਹੈ। ਯਹਵੇ ਕਿਉਂ, ਦੀ ਲੈਂਡ ਯਹਵੇ, ਐ ਵੇਖੋ ਨਾ ਦੀ ਲਾਰਡ ਕਿਉਂ ਲਿਖਿਆ ਪਈ, ਯਹਵੇ ਲਿਖਿਆ ਤਾਂ ਤੁਸੀਂ ਯਹਵੇ ਤਰਜਮਾ ਕਰੋ। ਲਾਰਡ ਦੀ ਪ੍ਰੋਪਰ ਨੇਮ ਆਫ ਦੀ ਗॉड ਆਫ ਇਸਰਾਇਲ, ਐ ਵੇਖੋ ਲਿਖਿਆ ਦੀ ਪ੍ਰੋਪਰ ਨੇਮ ਆਫ ਦੀ ਗॉड ਆਫ ਇਸਰਾਇਲ। ਤੇ ਪ੍ਰੋਪਰ ਨੇਮਾਂ ਦੇ ਵੀ ਤਰਜਮੇ ਹੁੰਦੇ ਨੇ। ਉਹ ਫਰਾਡੀਓ, ਸ਼ੈਤਾਨ ਦੇ ਪੁਜਾਰੀਓ, ਪੌਲੁਸ ਸ਼ੈਤਾਨ ਦੇ ਪੁਜਾਰੀ ਨੂੰ ਮੰਨਣ ਵਾਲਿਓ, ਨਾਵਾਂ ਦੇ ਵੀ ਤਰਜਮੇ ਹੁੰਦੇ ਨੇ। ਯਿਸੂ ਦਾ ਵੀ ਤਰਜਮਾ ਕਰ ਦਿਆ ਕਰੋ, ਉਹਦਾ ਕਿਉਂ ਨਹੀਂ ਕਰਦੇ? ਮਤੀ, ਮਰਕਸ, ਲੂਕਾ, ਯੋਹੰਨਾ ਦਾ ਵੀ ਤਰਜਮਾ ਕਰ ਦਿਆ ਕਰੋ ਅੱਗੋਂ, ਉਹਦਾ ਕਿਉਂ ਨਹੀਂ ਕਰਦੇ? ਤੇ ਖੁਦਾ ਦੇ ਨਾਂ ਦਾ ਤਰਜਮਾ ਕਰ ਦਿੱਤਾ। ਖੁਦਾ ਦਾ ਨਾਂ ਹੈ, ਯਹੂਦੀਆਂ ਦੇ ਖੁਦਾ ਦਾ ਨਾਂ ਲਿਖਿਆ ਦੀ ਪ੍ਰੋਪਰ ਨੇਮ ਆਫ ਦੀ ਗॉड ਆਫ ਇਸਰਾਇਲ ਯਹਵੇ। ਇਹ ਹੁੰਦਾ ਫਾਇਦਾ ਅਸਲ ਇਬਰਾਨੀ ਪੜਨ ਦਾ। ਜਦੋਂ ਤੁਸੀਂ ਅਸਲ ਪੜੋਗੇ ਤੁਹਾਨੂੰ ਪਤਾ ਲੱਗ ਜਾਏਗਾ ਕਿੱਥੇ ਕਿੱਥੇ ਨਾ ਫਰਾਡ ਕੀਤਾ ਹੈ। ਕਿਉਂ ਜੀ, ਸਮਝ ਆ ਰਹੀ ਹੈ ਕਿ ਨਹੀਂ ਆ ਰਹੀ? ਯੂਰ ਗॉड ਅਲੋਹੇ ਕਾ, ਇਲੋਹੇ ਕਾ, ਇਲਾਹੀ ਕਾ, ਇਹ ਲਿਖਿਆ ਤੁਸੀਂ ਪੜ ਸਕਦੇ ਹੋ। ਇਹ ਇਬਰਾਨੀ ਜੇ ਤੁਹਾਨੂੰ ਇੰਜ ਨਹੀਂ ਪੜੀ ਜਾਂਦੀ ਤੇ ਇਹ ਟ੍ਰਾਂਸਲਿਟਰੇਸ਼ਨ ਤੁਸੀਂ ਲਫ਼ਜ਼ ਪੜ ਸਕਦੇ ਹੋ। ਇੱਥੇ ਖੁਦਾ ਵਾਸਤੇ ਲਫ਼ਜ਼ ਕੀ ਇਸਤੇਮਾਲ ਹੋਇਆ, ਉੱਤੇ ਐਲੋਹੀਮ, ਇੱਥੇ ਕੀ ਹੋਇਆ ਯਹਵੇ। ਯੂਰ ਗॉड ਐਲੋਹੇ ਕਾ, ਯਹਵੇ ਐਲੋਹੇ ਕਾ। ਯਹਵੇ ਜਿਹੜਾ ਤੁਹਾਡਾ ਖੁਦਾ ਹੈ is giving ਨੋਇਤਨ ਯੂ ਲੇਕਾ, ਲੇਕਾ ਇਹ ਲਾਕਾ ਦਾ ਲਫ਼ਜ਼ ਇਸਤੇਮਾਲ ਹੁੰਦਾ, ਇਹ ਪਸ਼ਤੋ ਵਾਲਾ ਲਾਕਾ ਨਹੀਂ, ਅਰਬੀ ਦੇ ਵਿੱਚ ਲਾ ਕਾ ਜਾਂ ਲਾਕੁਮ, ਤੁਮੇ ਲਾਕਾ, ਇਹ ਉਹ ਲਫ਼ਜ਼ ਲਿਖਿਆ ਹੈ। ਐਜ਼ ਇੰਟੈਰੇਸ਼ਨ ਨਾਹਾਲਾ, ਠੀਕ ਹੈ। ਹੁਣ ਇਬਰਾਨੀ ਦੇ ਵਿੱਚ ਤੁਹਾਨੂੰ ਪੜ੍ਹ ਕੇ ਤੇ ਉਹ ਫਿਕਰਾ ਸਾਰਾ ਸੁਣਾ ਦਿੱਤਾ ਹੈ कि ਉਹਦਾ ਕੀ मतलब है कि तू उसकी लाश रात भर दरख्त पर लटकी ना रहे बल्कि तू उसी दिन उसे दफन कर देना, क्योंकि जिसे फांसी मिलती है वो खुदा की तरफ से मलून है। दसो हाँ क्रिश्चियन हुण किहड़ी खुड च वड़ोगे? ता ना हो कि तू उस मुल्क को नापाक पलीद कर दे जिसे खुदा तेरा खुदा तुझे मिरास के तौर पर देता है। इत्थे भी हुण वेखो ए खुदावंद तेरा खुदा, भई उत्थे लिखिआ यहवे, तुसी यहवे इत्थे लिखो यहोवा तुम्हारा खुदा, तुसी यहोवा क्यों नहीं कीता, खुदावंद क्यों तर्जमा कीता है? सिर्फ ड्रामेबाजियां वास्ते कि यहोवा खुदा नूं भी खुदावंद लिखदे ने ते यसू नूं भी खुदावंद लिखदे ने। ਇਹ ਚੂੰਕ ਇਹਨਾਂ ਨੇ ਸ਼ੈਤਾਨ ਦੀ ਪੁਜਾਰੀ, ਸ਼ੈਤਾਨ ਦੀ ਪੈਰੋਕਾਰੀ ਕਰਦਿਆਂ ਹੋਇਆਂ ਇਹਨਾਂ ਨੇ ਝੂਠਾ ਤੇ ਗਲਤ ਅਕੀਦਾ ਬਣਾਇਆ ਹੈ ਕਿ ਯਿਸੂ ਵੀ ਖੁਦਾ ਸੀ, ਇਸ ਵਾਸਤੇ ਖੁਦਾ ਦਾ ਅਸਲ ਨਾਂ ਨਹੀਂ ਲਿਖਦੇ। ਹਾਲਾਂਕਿ ਇਹ ਜਿਹੜਾ ਲਫ਼ਜ਼ ਤੁਹਾਨੂੰ ਦੱਸਿਆ ਹੈ ਇੱਥੇ ਵੇਖ ਲਓ ਤਰਜਮਿਆਂ 'ਚ ਲਾਰਡ ਜਿੱਥੇ ਲਿਖਿਆ ਹੈ, ਵਾਓ ਕਿੱਥੇ ਇਹਨਾਂ ਨੇ ਯਹਵੇ ਤਰਜਮਾ ਕੀਤਾ, ਦੀ ਗॉड ਆਫ ਆਵਰ ਫਾਦਰ ਇਜ਼ ਅਪ। ਅੱਛਾ ਬਹਰਹਾਲ ਇਹ ਹੋਰ ਚੀਜ਼ ਇੱਥੇ ਤਰਜਮਿਆਂ 'ਚ ਮੈਂ ਕਹਿੰਦਾ ਕਿ ਇਹ ਤਰਜਮੇ ਜਿਹੜੇ ਨੇ ਇੱਥੇ ਮੈਂ ਤੁਹਾਨੂੰ ਤਰਜਮੇ ਸਾਰੇ ਤਕਰੀਬਨ ਵਹਾਵਾਂ ਜੇ ਤੇ ਕਿੱਥੇ ਲਿਖਿਆ ਵੀ ਹੈ ਗॉड ਕਿਉਂ ਲਿਖਿਆ, दाई गॉड, यह वेखो तर्जमा होया यंग्स लिटरल ट्रांसलेशन। ए वेखो लिटरल ट्रांसलेशन का मतलब होंदा है लफ्जी तर्जमा, जो लिखिया उहदा तर्जमा असीं कर दिता। ਇਹਦੇ ਚ ਕੀ ਲਿਖਿਆ ਜਨਾਬ ਹੈ ਤੁਹਾਡੇ ਸਾਹਮਣੇ ਤਰਜਮੇ ਦੇ ਵਿੱਚ ਤੁਹਾਨੂੰ ਯਹੋਵਾ ਲਿਖਿਆ ਨਜ਼ਰ ਆਉਂਦਾ ਪਿਆ, ਯਹੋਵਾ ਇੰਜ ਵੀ ਇਹਨੂੰ ਲਿਖਦੇ ਨੇ, ਯਹੋਵਾਜ਼ ਵਿਟਨੈਸ ਇੰਜ ਲਿਖਦੇ ਨੇ। ਇੱਥੇ ਵੇਖੋ ਇਹ ਯਹਵੇ ਲਿਖਿਆ ਹੈ ਵਰਲਡ ਇੰਗਲਿਸ਼ ਬਾਈਬਲ। ਜਿਨ੍ਹਾਂ ਨੇ ਗॉड ਦਾ ਲਾਰਡ ਤਰਜਮਾ ਕੀਤਾ ਹੈ ਨਾ ਉਹ ਫਰਾਡ ਲਾਣਾ ਚਾਹੁੰਦੇ ਹਨ, ਲੇਕਿਨ ਉਹਨਾਂ ਨੂੰ ਬਾਅਦ ਚੋਂ ਅਹਿਸਾਸ ਹੋਇਆ ਕਿ ਅਸਲ ਲਫ਼ਜ਼ ਲਿਖਣਾ ਚਾਹੀਦਾ। ਲੇਕਿਨ ਅਕਸਰੋ ਬੇਸ਼ਤਰ ਤਰਜਮਿਆਂ 'ਚ ਵੇਖੋ ਲਾਰਡ ਲਿਖਿਆ ਹੈ, ਇਹ ਲਾਰਡ 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 ਲਾਰਡ। ਇੱਥੇ ਵੇਖੋ ਇਹ ਟੈਟਰਾਗ੍ਰਾਮ ਇੱਥੇ ਲਿਖਿਆ ਜੇ ਲਿਟਰਲ ਸਟੈਂਡਰਡ ਵਰਜਨ ਲਫ਼ਜ਼ੀ ਤਰਜਮਾ ਯਹਵੇ। ਇਹ ਟੈਟਰਾਗ੍ਰਾਮ ਹੈ ये है वाओ है यहवे, ठीक है। लॉर्ड 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 लॉर्ड। ते इत्थे उर्दू दे विच सीधी ड्रामेबाजी, जिसे खुदावंद तेरा खुदा, जिसे यहोवा तुम्हारा खुदा, इत्थे तर्जमा होना चाहिए। मैं हुण वेखो ए जे मैं लिखा गूगल विच, उत्थे मैं इहदी जगह ते ए जिहड़ा है यहोवा लिखा वाला तर्जमा हुंदा है, यानी दुनिया च किसी ने इहदा तर्जमा यहोवा इत्थे कीता है। ए लफज होना यहोवा तेरा खुदा। ए वेखो ए सब तो पहला है यहोवाज विटनेस वालियां दा तर्जमा। ए यहोवा लफज इस्तेमाल करते हैं, थले लिखा यहोवा अपने वफादार बंदे को अजर देता है, ठीक है। वरना ए खुदावन तर्जमा कर देंगे, तो ड्रामेबाजी करेंगे, धोखा देंगे भाई यहोवा दा तर्जमा क्यों किया, यहोवा दा नाम है, नावां दे भी कदी कोई तर्जमे करदा। ਇਹ ਸ਼ੈਤਾਨ ਦੇ ਪੁਜਾਰੀ ਨੇ, ਚੂੰਕਿ ਝੂਠ ਫੈਲਾਣਾ ਚਾਹੁੰਦੇ ਨੇ, ਪੌਲਸ ਦੇ ਝੂਠ ਨੂੰ ਅੱਗੇ ਵਧਾਉਣਾ ਚਾਹੁੰਦੇ ਨੇ, ਇਸ ਵਾਸਤੇ ਫਰਾਡ ਕਰਦੇ ਨੇ। ਅੱਗੇ ਤੁਹਾਨੂੰ ਇੱਥੇ ਦੁਬਾਰਾ ਲੈ ਜਾਂਦੇ ਆ। ਇਸ ਫਿਕਰੇ ਦੀ ਸਮਝ ਉਮੀਦ ਹੈ ਤੁਹਾਨੂੰ ਆ ਗਈ ਹੋਏਗੀ। ਮਸੀਹ ਜੋ ਹਮਾਰੇ ਲਈ ਲਾਂਤੀ बना बिकॉम डेकर्स,
उसने हमें मोल लेकर शरीयत की लानत से छुड़ाया। शरीयत की लानत को नहीं तुम छुड़ सकते, वो तुहाडे गल पई ही पई है, क्योंकि लिखा है जो कोई लड़की पर लड़काया गया वो लानती है। वो कहता है खुदा की नजर चो लानती हो गया। हालांकि किधरे भी उन्हें नहीं किया, यसू ने खुद किधरे भी नहीं किया कि मैं तुहाडियां लानतां नूं अपने उत्ते ले लांगे। पौलुस ने कहा है कि उन्हां वास्ते लानती हो गया है। ते ये ड्रामेबाजी अगला भी मैं तुहानूं इह चैप्टर च पूरा पढ़ के सुना देना ताकि तुहानूं पता है कि पौलुस का नजरिया की है। लिखा ताकि मसीह यसू में अब्राहम की बरकत गैर कौमों तक भी पहुंचे। बरकत की दी है अब्राहम दी, ते अब्राहम वड्डा है कि यसू वड्डा है? बरकत अब्राहम दी है, मसीह यसू के जरिए कहता पहुंचेगी दूसरियां कौमां तक। ते बरकत किनू मिली है असल च? इब्राहिम नूं। ते अब्राहम जे खुद बदकार सी, गुनाहगार सी, ते ओहदे च बरकत कित्थों आ गई? बदकारां च भी बरकत हुंदी है। और हम ईमान के वसीले से उस रूह को हासिल करें जिसका वादा हुआ है। ऐ भाइयों, मैं इंसान के तौर पर कहता हूं कि अगर ए देखो इत्थे वो जो पुराने रसूल अपनी गल कहते हैं खुदा की तरफ से हम कहते हैं, खुदा ने हमें यह बताया है। लेकिन पौलुस की कहता है मैं इंसान के तौर पर कहता हूं। वो तो कहने नहीं दिया मैं खुदा वालों पे कहना, वो तो अपने कोलों गल्लां घड़ घड़ के तुहानूं सुनाण दिया। खुद लिखा है कि मैं इंसान के तौर पर कहता हूं कि अगरचे आदमी ही का अहद हो, जब उसकी तस्दीक हो गई तो कोई उसको बातिल नहीं करता। ऐ वेखो वो कह दिया है कि मैनू खुदा ने नहीं दसिया, ये मैं कहानी घड़ी है, खुद कह दिया है। फिकरा तुहानूं वहा दिता है, लेकिन वो किधरे अगे पीछे हो गया। वो कहता मैं इंसान के तौर पर कहता हूं अगरचे आदमी ही कह दो। कहता भावें मैं ही कहानी घड़ी है, उसकी तस्दीक हो गई है तो कोई उसको बातिल नहीं करता, ना उस पर कुछ बढ़ाता है। एक ड्रामेबाजी है, वो कहता मैं खुद की है। 15 नंबर फिक्रे च लिखा, 16वें च लिखा बस अब्राहम और उसकी नस्ल से वादे किए गए, वो ये नहीं कहता कि नस्लों से। ऐ हुण वेखो ये इंतहाई एक होर अहम गल वे कि वादा ए इब्राहिम और उसकी नस्ल से वादा किया गया। ये नहीं पिया कहता कि वो वादा टुट गया है, क्योंकि साइयां दा यह अकीदा है कि यह पुराना अहदनामा ते नवा कि हुण नवा अहदनामा होया। हालांकि पौलुस कह रहा है कि वही अहदनामा चल रहा है, वो कोई नवी अहदनामा होने का जिक्र नहीं कर रहा। इब्राहिम और उसकी नस्ल से वादे किए गए, वो ये नहीं कहता कि नस्लों से, जैसा बहुतों के वास्ते कहा जाता है, बल्कि जैसा एक के वास्ते कि तेरी नस्ल को। क्यों जी? वो कहता है इब्राहिम नाल वादा उसकी नस्ल नाल सी, एक के वास्ते तेरी नस्ल को, और वो मसीह है। मसीह इब्राहिम की नस्ल चो ही नहीं है, मसीह का तो प्यो ही है नहीं सी। तुहाडा यह कीदा कि मसीह का प्यो ही है नहीं सी, जिहदा प्यो ही कोई ना होए वो किसी की भी नस्ल चो नहीं हुंदा। वो किहदी नस्ल चो सी? ਉਹਦੇ ਤੇ दो नसबनामे लिखे ने, एक नसबनामा होर है ते दूजा होर है। भाई एक नूं कहानी होर लभ गई, दूजे नूं होर लभ गई, खुदा नूं ना पता लगा कि किहदी नस्ल चो है। तुहानूं नसबनामे भी वावांगे वक्त दे नाल नाल। हुण मैं साइयां दे पिछे ही हां, तुसीं बेफिक्र होवो। 72 जन्मी फिरके रहना बड़ी हो गई है गल, उन्हां नाल भी बाद चो करांगे। जरा क्रिश्चनां दा जिहड़ा तबीयत जिहड़ी ना फ्रैश थोड़ी कर लईए, इन्हां दी तबीयत बड़ी खराब हुई। तेरी नस्ल को, और वो मसीह है। भाई मसीह कहंदे ओदी नस्ल हो गया इब्राहिम दी, किहड़े पासों? ओदा ते प्यो ही है नहीं सी, जिहदा प्यो ही ना है ओदी ते कोई भी नस्ल नहीं हुंदी। उधर ओनूं खुदा दा पुत्तर बनांदे हो, उधर ओनूं इब्राहिम दा पुत्तर बनांदे हो। चित्त भी मेरी ते पित्त भी मेरी, कि सज्जा भी मेरा ते खब्बा भी मेरा, ते दोवां पासे नहीं खेडन देना तुहानूं। बॉलिंग भी मैं करानी ते बैटिंग भी मैं ही करनी, एक पासे खेडो। बहरहाल 17वें फिक्रे च लिखा, मेरा यह मतलब है कि जिस अहद की खुदा ने पहले से तस्दीक की थी उसको शरीयत 430 बरस के बाद आकर बातिल नहीं कर सकती कि वो वादा ला हासिल है। क्योंकि अगर मिरास शरीयत के सबब से मिली है तो वादा के सबब से ना हुई, मगर इब्राहिम को खुदा ने वादा ही की राह से बख्शी। बस शरीयत क्या रही? वो नाफरमानियों के सबब से बाद में दी गई कि उस नस्ल के आने तक रहे जिससे देखो ए की कहता है कि शरीयत जिहड़ी है नाफरमानियां दे सबब बाद में दी गई, उस नस्ल के आने तक रहे। यानी कि हुण शरीयत दा कोई कामकार है नहीं। हुण मां ना जना करो, सस ना जना करो, भैणा ना करो, खोतिया ना करो, हुण तुहाडे ते लानत कोई नहीं पैण लगी। यह पौलुस दा कहना है, साडा नहीं, ना ही बाइबल दा कहना है। क्यों कहता कि हुण शरीयत की जरूरत है नहीं, तो शरीयत च ते यह गल्लां लिखियां ने। यह तुहानूं मैं मिसाल के तौर पर कहना, उहदे ते 3500 होर हुक्म ने जिससे वादा किया गया था, और वह फरिश्तों के वसीले से एक दरमियानी की मार्फत मुकर्रर की। अब दरमियानी एक का नहीं होता, मगर खुदा एक ही है। बस क्या शरीयत खुदा के वादों के खिलाफ है?
हारगिज नहीं, क्योंकि अगर कोई शरीयत ऐसी शरीयत दी जाती जो जिंदगी बख्श सकती तो अलबत्ता रास्तबाजी शरीयत के सबब से होती। ए हुण वेखो ਇਹਦੇ ਵਿੱਚ ਉਹ ਦਾਵਾ ਕਰਨ ਡਿਆ ਏ ਕਿ ਰਾਸਤਬਾਜ਼ ਸ਼ਰੀਅਤ ਦੇ ਜ਼ਰੀਏ ਨਹੀਂ ਇਨਸਾਨ ਹੋ ਸਕਦਾ, ਯਾਨੀ ਜਿਹੜਾ ਸ਼ਰੀਅਤ ਨੂੰ ਮੰਨਦਾ ਏ ਉਹ ਕਦੀ ਨੇਕ ਨਹੀਂ ਹੋ ਸਕਦਾ। ਇਹਦਾ ਮਤਲਬ ਇਹ ਬਣਦਾ ਏ ਕਿ ਜਿਹੜੇ ਸ਼ਰੀਅਤ ਆਉਣ ਤੋਂ ਬਾਅਦ ਯਸੂ ਤੱਕ ਸਾਰੇ ਲੋਕ ਬਦਕਾਰ ਸਨ, ਕੋਈ ਇੱਕ ਵੀ ਜਿਹੜਾ ਉਹ ਨੇਕ ਨਹੀਂ ਸੀ ਹੈ, ਤੇ ਕਿਸੇ ਇੱਕ ਨੂੰ ਵੀ ਜ਼ਿੰਦਗੀ ਨਹੀਂ ਸੀ ਮਿਲੀ। ਇਹ ਤੁਹਾਨੂੰ ਦੱਸਿਆ ਕਿ ਜ਼ਿੰਦਾ ਰਹਿਣਾ, ਜ਼ਿੰਦਗੀ ਬਖਸ਼ਣਾ, ਜ਼ਿੰਦਾ ਹੋਣਾ, ਮਰ ਜਾਣਾ ਜੇ ਮੌਤ ਦੇ ਬਾਅਦ ਹੋਏ ਤੇ ਇਹਦਾ ਮਤਲਬ ਜੰਨਤ ਮਿਲਣਾ ਹੈ, ਤੇ ਜੇ ਮਰ ਜਾਣਾ ਮੌਤ ਤੋਂ ਬਾਅਦ ਹੋਏ ਤੇ ਉਹਦਾ ਮਤਲਬ ਦੋਜ਼ਖ ਮਿਲਣਾ ਹੈ। ਸਮਝਿਓ ਗੱਲ। ਉਹ ਕਹਿੰਦਾ ਸ਼ਰੀਅਤ ਕਿਸੇ ਨੂੰ ਜ਼ਿੰਦਗੀ ਨਹੀਂ ਬਖਸ਼ ਸਕਦੀ, ਯਾਨੀ ਸ਼ਰੀਅਤ ਦੇ ਜ਼ਰੀਏ ਕੋਈ ਜੰਨਤ 'ਚ ਨਹੀਂ ਜਾ ਸਕਦਾ। ਸ਼ਰੀਅਤ ਨੂੰ ਛੱਡ ਦਿਓ ਫਿਰ ਜੰਨਤ ਲੱਭੇਗੀ, ਇਹ ਉਹਦਾ ਦਾਵਾ है। मगर किताब मुकद्दस ने सब को गुनाह के मतहत कर दिया ताकि वो वादा जो यसू मसीह पर ईमान लाने पर मौकूफ था। ए वेखो ए पौलुस दी शैतानी तालीम है कि शरीयत नूं छड्ड दिओ, यसू ते ईमान लियाओ, सिर्फ ईमान लियाओ, अमल उमल ना करो, ईमानदारों के हक में पूरा हो जाए। ठीक है, किताब मुकद्दस ने सब को गुनाह के मतहत कर दिया ताकि वो वादा जो यसू मसीह पर ईमान, ए हुण वो कहंदा किताब मुकद्दस ने ईमान दे मतहत कीता है। शरीयत तो पहला कोई भी गुनाह नहीं सी है। यह पौलुस का नजरिया है, पौलुस के फलसफे नूं समझोगे फिर उसका रद्द कर सकते। ईमान के आने से पेशतर शरीयत की मातहती में हमारी निगहबानी होती थी और उस ईमान के आने तक जो ज़ाहिर होने वाले था हम उसी के पाबंद रहे। बस शरीयत मसीह तक पहुंचाने को हमारा उस्ताद बनी। वो कहता शरीयत मसीह दे आउण तो बाद किसी काम दी नहीं। ते जिहड़े मसीहानिक ज्यूज ने ना उन्हों का तो 100% ये खिलाफ किया। वो कहते हैं शरीयत आलामी है वे, शरीयत मसीह तक पहुंचाने को हमारा उस्ताद बनी ताकि हम ईमान के सबब से रास्तबाज ठहरे। वो कहता शरीयत नाल असीं रास्तबाज नहीं ठहर सकते। जिहड़ा शरीयत नूं मानना उन्हें दोज़ख च जाना है। शरीयत नूं छड्ड दिओ, यसू दी खुदकुशी ते ईमान लियाओ तो तुसीं बख्शे जाओगे। ये शैतान दी तालीम है ते पौलुस शैतान दा नुमाइंदा सी। ये गल याद रखनी तुसीं। मगर जब ईमान आ चुका तो हम उस्ताद के मतहत ना रहे। वो कहता ईमान आ गया, शरीयत तो साड़ी जान छुट गई। मां ना ज़ना करो, खोते ना ज़ना करो, सस ना ज़ना करो, कोई लानत तुहाडे ते पैण वाली नहीं। वो सारियां लानतां यसू ते पैण गियां। लख दी लानत पई आ सोच ते शैतान दे इन्हां हरबियां ते। 26 नंबर च लिखा क्योंकि तुम सब उस ईमान के वसीला से जो मसीह यसू में है खुदा के फरजंद हो। वो कहता तुसी सारे जिहड़े यसू दी खुदकुशी नूं मान लवो, खुदा दे पुत्र हो, खुदा दे बेटे हो, और खुदा दे बेटे हो, खुदा दे वो सारे जो खुदा दे बेटे ने ते यसू को वखरा खुदा दा बेटा है। जिहड़ा भी यसू दी फांसी ते ईमान लिआउंदा, खुदकुशी ते ईमान लिआउंदा, वो यसू खुदा दा बेटा है। तुहाडे सामने लिखिआ हवाला नोट कर लो। गलीतियां दे नाल खत 3 चैप्टर ते फिकरा नंबर 26। वो कहता जिहड़ा यसू की खुदकुशी ते ईमान लियाए बस ਉਹਦੇ ਤੋਂ ਲਾਂਤਾਂ ਚੁੱਕ ਲੀਆਂ ਗਈਆਂ, ਉਹਨੂੰ ਸ਼ਰੀਅਤ ਦੀ ਜ਼ਰੂਰਤ ਹੈ ਨਹੀਂ। ਉਹ ਨੰਗੇ ਨਾ ਹੋ ਤੇ ਭੰਗੜੇ ਪਾਓ ਤੇ ਸ਼ਰਾਬਾਂ ਪੀਓ ਤੇ ਬਦਕਾਰੀਆਂ ਕਰੋ, ਕੋਈ ਤੁਹਾਨੂੰ ਢੱਕਣ ਵਾਲਾ ਹੈ ਨਹੀਂ। ਯਸੂ ਤੇ ਸਾਰੀਆਂ ਲਾਂਤਾਂ ਪੈਣਗੀਆਂ। ਲਓ ਜੀ, ਗੁਨਾਹ ਤੁਸੀਂ ਕਰੋ, ਲਾਂਤਾਂ ਯਸੂ ਤੇ ਪਾਈ ਜਾਓ। ਕੈਸੀ ਉਹਨੇ ਕਿਆਮਤ ਤੱਕ ਲਾਨਤ ਜਿਹੜੀ ਉਹ ਯਸੂ ਤੇ ਪਾਈ ਏ ਪੌਲੁਸ ਨੇ, ਤੇ ਇਹ ਉਹਨੂੰ ਸਿਰ ਤੇ ਚੁੱਕੀ ਫਿਰਦੇ ਨੇ ਤੇ ਸਾਨੂੰ ਆ ਕੇ ਢੇਲੇ ਵਹਾਉਂਦੇ ਨੇ ਵੀ ਤੁਸੀਂ ਕਿਉਂ ਉਹਨੂੰ ਲਾਨਤੀ ਕਹਿੰਦੇ ਹੋ। ਤੇ ਪੌਲੁਸ ਨੂੰ ਕਹੋ जो कहना जे ਉਹਦੇ ਤੇ ਤਬਰਾ ਕਰੋ, ਉਹਦੇ ਕਾਰਟੂਨ ਬਣਾਓ ਜਿਹੜਾ ਉਹਨੂੰ ਕਿਆਮਤ ਤੱਕ ਲਾਨਤੀ ਕਹੇਗਾ ਕਿ ਜਿੰਨੇ ਗੁਨਾਹਗਾਰ ਗੁਨਾਹ ਕਰਨਗੇ ਸਾਰੀਆਂ ਲਾਨਤਾਂ ਯਸੂ ਤੇ ਪੈਣਗੀਆਂ। कमाल हो गया। और तुम सब जितनों ने मसीह में शामिल होने का बपतिस्मा लिया, मसीह को पहन लिया। लो जी, पहन लिया। मसीह को शलवार है या कमीज है जिन्हों पा लिया, मसीह को पहन लिया। चलो जी, ना कोई यहूदी रहा ना कोई ना, वाह वाह, कैसा फलसफा झाड़िया शैतान दे बच्चे ने कि ना कोई यहूदी रहा ना कोई महमूद रहा ना कोई आजाद रहा। अच्छा, ना कोई यहूदी रहा ना यूनानी, ना कोई गुलाम ना आजाद, ना कोई मर्द ना औरत। लो जी, ए मसीह मौद अलैहिस्सलाम दे बारे बड़ियां गल्लां करदे ने। वो कहता है कि जिहड़ा यसू दी खुदकुशी नूं मान लेगा वो ना बंदा रहेगा ना जनानी, वो की खुसरा बन जाएगा। तो बंदा ही बंदे रहिंदे ने ते जनानियां जनानियां ही रहिंदियां ने, बंदा जनानी भी ना रहेगा। यार कमाल हो गई। हुण दसो हां क्रिश्चनों, क्योंकि तुम सब मसीह यसू में एक हो। एक जगह ते लिखा यसू ने कहा मैं और खुदा एक है। कहंदे आ वेखो लिखा खुदा ते मैं एक है, दा मतलब है वो खुदा है। ते आ तुहाडा प्यो पौलुस शैतान दा पुजारी कहंदे तुम सब मसीह में एक हो। लो जी, सारे क्रिश्चियन ही खुदा बन गए।
ਲੋ ਮੌਜਾਂ ਲੱਗ ਗਈਆਂ ਤੁਹਾਡੀਆਂ ਸਾਰਿਆਂ ਦੀਆਂ। ਉਹ ਏਕ ਹੋ ਦਾ ਮਤਲਬ ਹੁੰਦਾ ਹੈ ਕਿ ਮਕਸਦ ਵਿੱਚ ਇੱਕ ਹੋ। ਇਹਦਾ ਇਹ ਨਹੀਂ ਮਤਲਬ ਕਿ ਤੁਸੀਂ ਸਾਰੇ ਯਿਸੂ ਮਸੀਹ ਬਣ ਗਏ ਹੋ ਜਾਂ ਖੁਦਾ ਬਣ ਗਏ ਹੋ। ਅੱਗੇ ਲਿਖਿਆ ਔਰ ਅਗਰ तुम मसीह के हो तो इब्राहिम की नस्ल और वादा के मुताबिक वारिस हो। ਹੁਣ ਦੱਸੋ ਤੁਸੀਂ ਗੌਰ ਕਰੋ ਕੈਸਾ ਸ਼ੈਤਾਨੀ ਉਹਨੇ ਚਾਲ ਚਲੀ ਏ। ਤੇ ਕ੍ਰਿਸਚੀਅਨ ਜਿਹੜੇ ਨੇ ਉਹ ਜਨਾਬ ਸਾਨੂੰ ਪੇ ਅੱਗੋਂ ਆ ਕੇ ਡੇਲੇ ਵਹਾਉਂਦੇ ਨੇ। ਲਿਖਿਆ ਕਹਿੰਦਾ ਅਗਰ ਤੁਮ ਮਸੀਹ ਕੇ ਹੋ, ਯਾਨੀ ਯਿਸੂ ਦੀ ਸਿਰਫ ਖੁਦਕਸ਼ੀ ਤੇ ਮੰਨ ਲੈਣਾ, ਗੱਲ ਨਹੀਂ ਉਹਦੀ ਕੋਈ ਮੰਨਣੀ। तो इब्राहिम की नस्ल से हो। लो जी भाई इब्राहिम ਦੀ ਨਸਲ ਨਾਲ ਵਾਦਾ ਸੀ, ਜਿਹੜਾ ਉਹਦੇ ਵਿੱਚੋਂ ਢਿੱਡ ਚੋਂ ਪੈਦਾ ਹੋਏਗਾ ਨਾ, ਉਹਦੇ ਯਾਨੀ ਕਿ ਜਿਸਮਾਨੀ ਤੌਰ ਤੇ ਉਹਦੀ ਨਸਲ ਚ ਹੋਏਗਾ, ਉਹਦੇ ਨਾਲ ਵਾਦਾ ਸੀ ਕਿ ਉਹਨੂੰ ਜ਼ਮੀਨ ਮਿਲੇਗੀ। ਇਹ ਕਹਿੰਦਾ ਨਹੀਂ, ਕੋਈ ਨਹੀਂ ਹੈ ਗੱਲ। ਤੁਸੀਂ ਯਿਸੂ ਦੀ ਖੁਦਕੁਸ਼ੀ ਤੇ ਮੰਨ ਲਿਆਓ ਤਾਂ ਤੁਸੀਂ ਵੀ ਇਬਰਾਹੀਮ ਦੀ ਨਸਲ ਹੋ। ਕਿਉਂ ਜੀ? ਮਸੀਹ ਮੌਦ अलैहिस्सलाम फरमाते ने नस्लें हैं बेरी बेशुमार। ਉਹਦੇ ਤੇ ਇਤਰਾਜ਼ ਕਰਦੇ ਨੇ। ਤੇ ਇਹ ਦੱਸੋ ਕਿ ਜਿਹੜਾ ਚੂੜਿਆਂ ਦੀ ਨਸਲ ਚ ਹੋਏ ਉਹ ਇਬਰਾਹੀਮ ਦੀ ਨਸਲ ਕਿੰਜ ਬਣ ਗਿਆ? ਉਹਦੇ ਦੋ ਪਿਓ ਹੋ ਜਾਂਦੇ ਨੇ, ਇੱਕ ਯਹੂਦੀ ਤੇ ਇੱਕ ਗੈਰ ਯਹੂਦੀ। ਤੇ ਇਹ ਮੈਟਾਫੋਰਿਕਲ ਕਲਾਮ ਹੈ, ਇਹ ਇਸਤਾਰਤਨ ਹੈ ਕਿ ਇਬਰਾਹੀਮ ਦੀ ਨਸਲ ਚੋ ਤੇ ਵਾਅਦੇ ਦੇ ਮੁਤਾਬਕ ਵਾਰਿਸ ਹੋ। ਵਾਅਦਾ ਕੀਤਾ ਗਿਆ ਇਬਰਾਹੀਮ ਦੀ ਨਸਲ ਨੂੰ। ਉਹ ਕਹਿੰਦਾ ਯਿਸੂ ਦੀ ਖੁਦਕੁਸ਼ੀ ਤੇ ਮੰਨ ਲਿਆਓ ਤੇ ਤੁਸੀਂ ਵੀ ਇਬਰਾਹੀਮ ਦੀ ਨਸਲ ਬਣ ਜਾਓਗੇ। ਉਹ ਖੁਦ ਯਿਸੂ ਨੂੰ ਇਬਰਾਹੀਮ ਦੀ ਨਸਲ ਤੇ ਸਾਬਤ ਕਰ ਲਵੋ, ਫਿਰ ਬਾਕੀਆਂ ਨੂੰ ਵੀ ਉਹਦੀ ਨਸਲ ਬਣਾ ਲਿਆ ਜੀ। ਤੇ ਯਿਸੂ ਨੂੰ ਤੇ ਤੁਸੀਂ ਇਬਰਾਹੀਮ ਦੀ ਨਸਲ ਸਾਬਤ ਨਹੀਂ ਕਰ ਸਕਦੇ। ਠੀਕ ਹੈ ਜੀ। ਤੇ ਇਹ ਮੁਖਤਸਰ ਜਿਹਾ ਕਲਾਮ ਤੁਹਾਡੇ ਨਾਲ ਕੀਤਾ ਹੈ, ਪਤਾ ਨਹੀਂ ਕਿੰਨੇ ਘੰਟੇ ਦਾ ਹੀ। ਤੇ ਉਮੀਦ ਹੈ ਤੁਹਾਨੂੰ ਕੁਛ ਨਾ ਕੁਛ ਸਮਝ ਆਈ ਹੋਏਗੀ। ਤੇ ਇਹ ਪੌਲਸ ਦਾ ਖਾਤੇ, ਇਹ ਪੌਲਸ ਦੇ ਖਾਤੇ ਸਮਝੋ, ਪੌਲਸ ਦੇ। ਤੇ ਇਹ ਜਨਾਬ ਜਿਹੜੀ ਹੈ ਨਾ ਉਹ ਪੁਰਾਣਾ ਅਹਿਦਨਾਮਾ ਹੈ। ਤੇ ਮੇਰਾ ਖਿਆਲ ਹੈ ਅੱਜ ਦੇ ਵਾਸਤੇ ਇੰਨਾ ਸਬਕ ਕਾਫੀ ਹੈ। ਬਾਕੀ ਫਿਰ ਕਿਸੇ ਟਾਈਮ ਤੁਹਾਨੂੰ ਬਾਕੀ ਦਾ ਸਬਕ ਦਿਆਂਗੇ। ਤੇ ਹੁਣ ਜਿਹਨੇ ਸਬਕ ਸੁਣਿਆ, ਜਿਹਨੇ ਸੁਣਾਉਣਾ ਸੁਣਾ ਦਿਓ, ਨਹੀਂ ਤੇ ਆਪਣਾ ਕੰਮ ਕਰੋ ਜਿਹੜਾ ਕਰਨਾ। ਹਾਂਜੀ, ਕੋਈ ਗੱਲ ਕਰਨੀ ਹੈ ਕਰੋ, ਫਿਰ ਅੱਗੇ ਚੱਲਦੇ। अस्सलाम वालेकुम अमीर साहब, की हाल है? ठीक ठाक? ਵਾਲੇਕੁਮ ਸਲਾਮ, ਸ਼ੁਕਰ ਅੱਲਾ ਦਾ। ਅਮੀਰ ਸਾਹਿਬ ਉਹ ਕਹਿੰਦੇ ਨੇ ਨਾ ਕਿ ਕੁੱਤੇ ਦੀ ਮੌਤ ਆਵੇ ਨਾ ਤਾਂ ਸ਼ਹਿਰ ਵੱਲ ਮੂੰਹ ਕਰਦਾ। ਹਾਂਜੀ।